ਫਿੱਕਾ ਫਿੱਕਾ ਦਾ ਆਪੋਜ਼ਿਟ ਗਾੜਾ ਬਸ ਸੰਦੀਪ ਸਿੰਘ ਹੀ ਕਹਿਣਾ। ਸੰਦੀਪ ਸਿੰਘ ਕਰੋ ਜਲਦੀ। ਹਾਂਜੀ ਨਮਸਕਾਰ। ਅੱਜ ਸੰਜੀਵਨੀ 'ਚ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਆਏ ਹਾਂ, ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਕੋਵਿਡ ਦੇ ਕੇਸਿਸ ਜਿਹੜੇ ਹੈਗੇ ਨੇ ਲੁਧਿਆਣਾ ਦੇ ਵਿੱਚ ਵੀ ਕਾਫੀ ਜ਼ਿਆਦਾ ਹੋ ਗਏ, ਪੰਜਾਬ 'ਚ ਹੈ, ਔਰ ਓਵਰਆਲ ਜਿਹੜੀ ਸਿਚੁਏਸ਼ਨ ਭਾਰਤ ਦੀ ਹੈਗੀ ਹੈ ਕਾਫੀ ਥੋੜ੍ਹੀ ਜਿਹੀ ਖਰਾਬ ਹੈ, ਅਤੇ ਉਹਦੇ ਵਿੱਚ ਆਕਸੀਜਨ ਦੀ ਵੀ ਘਾਟ ਹੈ, ਕੁਛ ਦਵਾਈਆਂ ਦੀ ਵੀ ਹੈ, ਕੁਛ ਦਵਾਈਆਂ ਦੀ ਘਾਟ ਹੈ, ਕੁਛ ਅਫਵਾਹਾਂ ਨੇ, ਔਰ ਕਈ ਮੈਡੀਕੇਸ਼ਨ ਵਾਸਤੇ ਪੇਸ਼ੈਂਟ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦਰ ਘੁੰਮ ਰਿਹਾ, ਕਈ ਦਵਾਈਆਂ ਦੀ ਇੰਨੀ ਲੋੜ ਵੀ ਨਹੀਂ ਹੁੰਦੀ। ਤਾਂ ਅਸੀਂ ਸੋਚਿਆ ਕਿ ਜਿਹੜੇ ਸਵਾਲ ਨੇ ਵੀ ਮਰੀਜ਼ ਨੂੰ ਬਿਮਾਰ ਹੋਵੇ ਤਾਂ ਕੀ ਕਰਨਾ ਚਾਹੀਦਾ, ਕਿਹੜੀਆਂ ਦਵਾਈਆਂ ਉਹਦੇ ਲਈ ਲਾਭਬੰਦ ਨੇ, ਕਈਆਂ ਲਾਈਫ ਸੇਵਿੰਗ ਨੇ, ਕਈਆਂ ਦੀ ਲੋੜ ਹੈ ਜਾਂ ਕਈਆਂ ਦੇ ਕੀ ਆਲਟਰਨੇਟਿਵ ਨੇ, ਤਾਂ ਕਿ ਅਸੀਂ ਲੋਕਾਂ ਨੂੰ ਡਾਇਰੈਕਟ ਦੱਸ ਸਕੀਏ ਕਿ ਕਿਹੜੇ ਟੈਸਟਾਂ ਦੀ ਲੋੜ ਹੈ, ਕਿਹੜਿਆਂ ਦੀ ਨਹੀਂ ਲੋੜ। ਇੱਕ ਤਾਂ ਇਹਦੇ ਨਾਲ ਹੈ ਕਿ ਲੋਕਾਂ ਦਾ ਸਟ੍ਰੈਸ ਘਟੇਗਾ ਤੁਹਾਡੇ ਸਾਰਿਆਂ ਦਾ। ਇੱਕ ਤੁਹਾਨੂੰ ਟ੍ਰੀਟਮੈਂਟ ਸਟ੍ਰੈਟਜੀ ਜਿਹੜੀ ਕਿ ਅਸੀਂ ਪੰਜਾਬ ਐਕਸਪਰਟ ਗਰੁੱਪ ਨੇ, ਜਿਹੜੀ ਸਾਡਾ ਚੌਥਾ ਰਿਵੀਜ਼ਨ ਹੈ ਜਿਹੜਾ ਅੱਜ ਸਵੇਰ ਹੀ ਰਿਲੀਜ਼ ਕੀਤਾ, ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਕਿ ਨਵੇਂ ਬ੍ਰੇਕ ਥਰੂ ਟ੍ਰੀਟਮੈਂਟ ਕੀ ਹੈ ਜਿਹਦੇ ਨਾਲ ਅਸੀਂ ਲਾਈਫ ਸੇਵ ਕਰ ਸਕਦੇ ਹਾਂ, ਬਿਲਕੁਲ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ। ਅਤੇ ਸਾਡੇ ਨਾਲ ਦੋ ਐਕਸਪਰਟ ਨੇ ਇਹਦੇ ਵਿੱਚ। ਇੱਕ ਤਾਂ ਸਾਡੇ ਨਾਲ ਪ੍ਰੋਫੈਸਰ ਰਾਜੇਸ਼ ਮਹਾਜਨ ਹੈ, ਇਹ ਉਹਨਾਂ ਵਿੱਚੋਂ ਹੈ ਜਿਨ੍ਹਾਂ ਨੇ ਪੰਜਾਬ ਵਿੱਚ ਕੋਵਿਡ ਦਾ ਟ੍ਰੀਟਮੈਂਟ ਪਹਿਲੇ ਡਾਕਟਰਾਂ 'ਚੋਂ ਹੈ ਜਿਨ੍ਹਾਂ ਨੇ ਸ਼ੁਰੂ ਕੀਤਾ ਸੀਗਾ ਪੰਜਾਬ ਦੇ ਵਿੱਚ, ਅਤੇ ਇਹਨਾਂ ਦਾ ਕਾਫੀ ਜ਼ਿਆਦਾ ਐਕਸਪੀਰੀਅੰਸ ਹੈ, ਤੁਸੀਂ ਇਹਨਾਂ ਨੂੰ ਆਲਰੇਡੀ ਜਾਣਦੇ ਹੋ, ਦਯਾਨੰਦ ਮੈਡੀਕਲ ਕਾਲਜ ਨੇ। ਸਾਡੇ ਨਾਲ ਸੰਦੀਪ ਜੀ ਹੈਗੇ ਨੇ ਐਡਮਿਨਿਸਟ੍ਰੇਸ਼ਨ ਤੋਂ, ਜਿਹੜੇ ਕਿ ਕੁਛ ਬਹੁਤ ਇੰਪੋਰਟੈਂਟ ਇਸ਼ੂਜ਼ ਨੇ ਜਿਹੜੇ ਡਾਇਰੈਕਟ ਟੈਕਲ ਕਰ ਰਹੇ ਨੇ, ਔਰ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹਦੇ ਨਾਲ ਲੱਗਿਆ ਹੋਇਆ ਕਿ ਜਿਹੜੇ ਮਾਈਲਡ ਕੇਸ ਹੈ, ਕਈ ਵਾਰ ਬੰਦਾ ਪੁੱਛਦੇ, ਸਾਨੂੰ ਸਵਾਲ ਪੁੱਛਦੇ ਨੇ ਜੀ ਇਹ ਮੈਂ ਕਿਹਨੂੰ ਫ਼ੋਨ ਕਰਾਂ, ਮੇਰੀ ਕੌਣ ਮਦਦ ਕਰੂਗਾ, ਐਂਬੂਲੈਂਸ ਕਿੱਦਾਂ ਹੈ, ਮੈਨੂੰ ਬੈੱਡ ਕਿੱਦਾਂ ਮਿਲੇਗਾ। ਇਹ ਸਵਾਲ ਵੀ ਬੜੇ ਇੰਪੋਰਟੈਂਟ ਹੋ ਗਏ, ਅੱਜ ਦੀ ਘੜੀ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਗਏ, ਕਿਉਂਕਿ ਜਿਹੜੀ ਪੀਕ ਹੈਗੀ ਹੈ ਕਰੋਨਾ ਦੀ ਉਹ ਆਪਣੀ ਚਰਮ ਸੀਮਾ 'ਤੇ ਹੈ, ਅਤੇ ਇਸੇ ਕਰਕੇ ਹਰ ਇੱਕ ਚੀਜ਼ ਦੀ ਘਾਟ ਹੈ। ਤਾਂ ਇਹਦੇ ਜਿਹੜੇ ਜਵਾਬ ਹੈਗੇ ਨੇ ਉਹ ਸੰਦੀਪ ਸਰ ਦੇਣਗੇ। ਥੈਂਕ ਯੂ ਸਰ ਫॉर ਕਮਿੰਗ। ਅਤੇ ਇਹਦੇ ਵਿੱਚ ਜਿਹੜੇ ਵੀ ਤੁਹਾਨੂੰ ਕੋਈ ਕੁਐਸਚਨ ਸਵਾਲ ਤੁਸੀਂ ਸਾਨੂੰ ਪੁੱਛਣੇ ਆ, ਤੁਸੀਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਚੈਟ ਬਾਕਸ 'ਤੇ ਸਾਡੇ ਨਾਲ ਡਿਸਕਸ ਕਰ ਸਕਦੇ ਹੋ, ਅਤੇ ਅਸੀਂ ਉਹਦੇ ਜਵਾਬ ਦੇਵਾਂਗੇ। ਠੀਕ ਹੈ ਸਰ। ਸੋ ਪਹਿਲਾ ਸਵਾਲ ਮੇਰਾ ਡਾਕਟਰ ਰਾਜੇਸ਼ ਮਹਾਜਨ ਨੂੰ ਹੈ। ਡਾਕਟਰ ਸਾਹਿਬ, ਜਿੱਦਾਂ ਸਿੰਪਟਮਸ ਬਾਰੇ ਤਾਂ ਤੁਸੀਂ ਬੜਾ ਕਲੀਅਰ ਸਾਨੂੰ ਦੱਸਿਆ ਹੋਇਆ ਕਿ ਜਿਹੜੇ ਬੁਖਾਰ ਹੈ ਜਾਂ ਕੁਝ ਸਿੰਪਟਮ ਚੇਂਜ ਹੁੰਦੇ ਰਹਿੰਦੇ ਆ, ਪੇਟ ਖਰਾਬੀ, ਵੀਕਨੈਸ ਹੈ, ਉਹ ਟੈਸਟ ਕਰਾਉਣੇ ਆ, ਤਾਂ ਕਿਹੜਾ ਟੈਸਟ ਇੰਪੋਰਟੈਂਟ ਹੈ? ਦੂਸਰਾ ਜਿਹੜਾ ਇਹਦੇ ਨਾਲ ਹੀ ਮੈਂ ਇੱਕ ਸਵਾਲ ਹੋਰ ਪੁੱਛੂੰਗਾ, ਸੀਟੀ ਸਕੈਨ ਦੀ ਕੀ ਵੈਲਿਊ ਹੈ? ਲੋਕ ਜਿਹੜਾ ਸੀਟੀ ਸਕੈਨ ਕਰਦੇ ਆ ਜੀ ਮੇਰਾ ਸੀਟੀ ਸਕੋਰ ਹੈ ਕੀ ਹੈਗਾ, ਕਿਹੜਾ ਟੈਸਟ ਢੁਕਮਾ ਹੈ, ਕਿਦੋਂ ਕਰਾਉਣਾ ਚਾਹੀਦਾ, ਅਤੇ ਸੀਟੀ ਸਕੈਨ ਕਰਾਉਣਾ ਚਾਹੀਦਾ ਜਾਂ ਨਹੀਂ ਕਰਾਉਣਾ ਚਾਹੀਦਾ, ਔਰ ਜੇ ਕਰਾਉਣਾ ਚਾਹੀਦਾ ਤਾਂ ਕਦੋਂ ਕਰਾਉਣਾ ਚਾਹੀਦਾ? ਡਾਕਟਰ ਬਿਸ਼ਵ, ਇਹ ਬੜਾ ਵਧੀਆ ਸਵਾਲ ਤੁਸੀਂ ਜਿਹੜਾ ਪੁੱਛਿਆ ਹੈਗਾ, ਕਿਉਂਕਿ ਅਸੀਂ ਇਹ ਚੀਜ਼ ਬੜੀ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਕਰੋਨਾ 'ਚ ਕਿਹੜੇ ਸਿੰਪਟਮਸ ਹੁੰਦੇ ਆ। ਪਹਿਲੀ ਗੱਲ ਤਾਂ ਜਦੋਂ ਵੀ ਤੁਹਾਨੂੰ ਆਪਣੇ ਆਪ 'ਚ ਤੁਹਾਨੂੰ ਕਰੋਨਾ ਦੇ ਸਿੰਪਟਮ, ਜਿਵੇਂ ਇਹਨਾਂ ਨੇ ਡਾਕਟਰ ਸਾਹਿਬ ਨੇ ਦੱਸਿਆ, ਖਾਂਸੀ, ਜ਼ੁਕਾਮ, ਬੁਖਾਰ, ਉਲਟੀਆਂ, ਟੱਟੀਆਂ, ਸਮੈਲ ਦਾ ਜਾਣਾ, ਟੇਸਟ ਦਾ ਜਾਣਾ, ਇਹ ਕੁਛ ਵੀ ਆਉਂਦਾ, ਆਪਣੇ ਪੈਨਿਕ ਨਾ ਕਰੋ। ਪਹਿਲੀ ਚੀਜ਼, ਡੋਂਟ ਪੈਨਿਕ। ਜਦੋਂ ਵੀ ਤੁਹਾਨੂੰ ਹੁੰਦਾ, ਆਪਣਾ ਜਿਹੜਾ ਵੀ ਤੁਹਾਡਾ ਟ੍ਰੀਟਿੰਗ ਡਾਕਟਰ ਹੈ ਉਹਨੂੰ ਤੁਸੀਂ ਕੰਸਲਟ ਕਰੋ। ਸਭ ਤੋਂ ਪਹਿਲਾਂ ਆਪਣਾ RT-PCR ਟੈਸਟ ਕਰਾਉਣਾ ਵਾ, ਕੋਵਿਡ RT-PCR ਟੈਸਟ, ਜਿਹੜਾ ਕਿ ਸਰਕਾਰੀ ਸਿਵਲ ਹਸਪੀਟਲ 'ਚ ਫ੍ਰੀ ਆਫ ਕਾਸਟ ਹੁੰਦਾ, ਅਤੇ ਹੁਣ ਸਰਕਾਰ ਨੇ ਜਿਹੜੀ ਇਹਦੀ ਪ੍ਰਾਈਸ ਘਟਾਤੀ ਹੈ, ਸਿਰਫ 450 ਰੁਪਏ ਦਾ ਟੈਸਟ ਹੈ। ਉਹ ਟੈਸਟ ਜ਼ਰੂਰ ਕਰਾਉਣਾ ਚਾਹੀਦਾ। ਉਹਦਾ ਬੇਸਿਕ ਫਾਇਦਾ ਇਹ ਹੁੰਦਾ ਕਿ ਜੇ ਤੁਸੀਂ ਆਪਣੇ ਆਪ 'ਚ ਕੋਵਿਡ ਡਾਇਗਨੋਜ਼ ਹੋ ਜਾਂਦੇ ਹੋ, ਤੁਸੀਂ ਆਪਣੇ ਆਪ ਨੂੰ ਸਟ੍ਰਿਕਟ ਹੋਮ ਆਈਸੋਲੇਟ ਕਰਨਾ ਹੈ, ਕਿਉਂਕਿ ਉਸ ਤੋਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰਦਿਆਂ ਨੂੰ ਅਤੇ ਆਪਣੀ ਕਮਿਊਨਿਟੀ, ਆਪਣੇ ਫਰੈਂਡ ਸਰਕਲ ਨੂੰ ਬਚਾਉਂਦੇ ਹੋ, ਕਿਉਂਕਿ ਤੁਸੀਂ ਉਹਨਾਂ ਦੇ ਵਿੱਚ ਚੱਲਦੇ ਫਿਰਦੇ ਨਹੀਂ ਹੋ। ਜਿਹੜੀ ਦੂਸਰਾ ਸਵਾਲ ਤੁਸੀਂ ਪੁੱਛਿਆ ਸੀ, ਸੀਟੀ ਸਕੈਨ ਕਦੋਂ ਕਰਾਉਣਾ, ਸੋ ਪਹਿਲੀ ਗੱਲ ਹੈ ਆਪਣਾ RT-PCR ਕਰਾਓ, ਆਪਣੀ ਆਕਸੀਜਨ ਮੋਨੀਟਰ ਕਰਦੇ ਰਹੋ। ਜੇ ਕਿਸੇ ਨੂੰ ਅਸੀਂ ਕਹਿੰਦੇ ਹਾਂ ਕਿ ਬਹੁਤ ਜਿਹਾ ਬੁਖਾਰ ਹੋ ਰਿਹਾ, ਜਾਂ ਕਿਸੇ ਨੂੰ ਸਾਹ ਦੀ ਦਿੱਕਤ ਹੁੰਦੀ ਪਈ ਹੈ, ਜਾਂ ਕਿਸੇ ਨੂੰ ਖਾਂਸੀ ਹੈ ਬਹੁਤ ਜ਼ਿਆਦਾ, ਜਾਂ ਕਿਸੇ ਦੀ ਛਾਤੀ 'ਚ ਦਰਦ ਹੁੰਦਾ, ਤਾਂ ਅਸੀਂ ਕਹਿੰਦੇ ਹਾਂ ਕਿ ਤੁਹਾਨੂੰ ਕਿਸੇ ਟਾਈਮ ਦੇ ਉੱਤੇ CT ਸਕੈਨ ਦੀ ਲੋੜ ਹੈ। ਜੇ ਤੁਸੀਂ ਇਮੀਡੀਏਟਲੀ ਆਪਣਾ CT ਸਕੈਨ ਕਰਾਓਗੇ, ਉਹ 99% ਨਾਰਮਲ ਆਏਗਾ। ਜਿਹੜਾ ਅਖਬਾਰਾਂ 'ਚ ਪਿੱਛੇ ਆਉਣਾ ਸ਼ੁਰੂ ਹੋਇਆ ਸੀਗਾ ਕਿ ਲੋਕਾਂ ਦਾ ਕੋਵਿਡ ਨੈਗੇਟਿਵ ਆਉਂਦਾ ਹੈ, ਉਹ CT ਸਕੈਨ ਕਰਾਉਂਦੇ ਆ, ਇਹ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੂੰ ਸਿੰਪਟਮਸ ਹੁੰਦੇ ਸੀਗੇ। ਸਿੰਪਟਮਸ ਮਤਲਬ ਕਿ ਜਿਨ੍ਹਾਂ ਲੋਕਾਂ ਨੂੰ ਸਾਹ ਚੜ੍ਹਨ ਲੱਗ ਪੈਂਦਾ ਸੀਗਾ, ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਸੀ, ਅਤੇ ਉਸ ਟਾਈਮ ਦੇ ਉੱਤੇ CT ਸਕੈਨ ਦੀ ਲੋੜ ਹੈਗੀ ਹੈ। ਪਹਿਲਾਂ CT ਸਕੈਨ ਦਾ ਕੋਈ ਫਾਇਦਾ ਨਹੀਂ। ਅਸੀਂ ਬਹੁਤ ਪੇਸ਼ੈਂਟ ਹਸਪੀਟਲ 'ਚ ਦੇਖਦੇ ਹਾਂ ਜਿਨ੍ਹਾਂ ਨੇ 2-2, 3-3 CT ਸਕੈਨ ਕਰਾਏ ਹੁੰਦੇ ਆ। CT ਸਕੈਨ ਦੇ ਨਾਲ ਤੁਹਾਡੀ ਟ੍ਰੀਟਮੈਂਟ ਚੇਂਜ ਨਹੀਂ ਹੋਣੀ। ਜਿਹੜੀ ਪੰਜਾਬ ਗਵਰਨਮੈਂਟ ਨੇ ਬੜੀਆਂ ਵਧੀਆ ਗਾਈਡਲਾਈਨਸ ਦਿੱਤੀਆਂ, ਜਿਹੜੇ ਮਰੀਜ਼ ਨੂੰ ਸਿੰਪਲ ਸਿੰਪਟਮਸ ਹੈ, ਖਾਂਸੀ, ਬਲਗਮ, ਬੁਖਾਰ ਹੋਣਾ, ਉਹਨਾਂ ਨੂੰ ਮਾਈਲਡ ਕੈਟਾਗਰੀ 'ਚ ਗਿਣਿਆ ਗਿਆ। ਮਾਈਲਡ ਕੈਟਾਗਰੀ ਮੀਨਸ ਕਿ ਤੁਸੀਂ ਆਪਣੇ ਆਪ ਨੂੰ ਘਰੇ ਹੋਮ ਆਈਸੋਲੇਟ ਕਰਨਾ ਅਤੇ ਆਪਣੇ ਆਪ 'ਚ ਮੈਨੇਜ ਕਰਨਾ। ਡਾਕਟਰ ਸਾਹਿਬ ਨੇ ਜਿੱਦਾਂ ਦੱਸਿਆ ਕਿ ਜਿਹੜਾ CT ਸਕੈਨ ਹੈ, ਇਹਦੇ ਨਾਲ 2-3 ਨੁਕਸਾਨ ਹੈ। ਇੱਕ ਤਾਂ ਤੁਸੀਂ CT ਸਕੈਨ ਕਰਾਉਣ ਜਾਂਦੇ ਹੋ ਪਹਿਲਾਂ, ਉਹਦੇ ਨਾਲ ਜਿਹੜਾ ਤੁਹਾਡੇ ਨਾਲ ਜਾ ਰਿਹਾ ਬੰਦਾ, ਜਦੋਂ ਜ਼ਰੂਰਤ ਹੀ ਨਹੀਂ ਹੈ, ਉਹ ਐਕਸਪੋਜ਼ ਹੋ ਰਿਹਾ। ਦੂਸਰਾ CT ਸਕੈਨ ਜਾ ਕੇ ਉੱਥੇ 4 ਬੰਦਿਆਂ ਨੂੰ ਆਪਾਂ ਹੋਰ ਐਕਸਪੋਜ਼ਰ ਕਰ ਰਹੇ ਹਾਂ। ਤੀਸਰਾ ਆਪਣਾ ਖਰਚਾ, ਔਰ ਚੌਥਾ ਸਭ ਤੋਂ ਖਤਰਨਾਕ ਚੀਜ਼ ਜਿਹੜੀ ਕਾਫੀ ਦਰਸ਼ਕਾਂ ਨੂੰ ਨਹੀਂ ਪਤਾ, ਰੇਡੀਏਸ਼ਨ।
ਜਿਹੜੀ ਸੀਟੀ ਸਕੈਨ ਦੀ ਰੇਡੀਏਸ਼ਨ ਆ ਉਹ ਵੀ ਤਾਂ ਆਪਾਂ ਨੂੰ ਤੰਗ ਕਰ ਰਹੀ ਹੈ। ਸੋ ਮੇਰੀ ਸਭ ਨੂੰ ਰਿਕੁਐਸਟ ਹੈ ਕਿ ਜਿਹੜਾ ਟੈਸਟ ਕੋਵਿਡ ਦਾ ਉਹ PCR ਟੈਸਟ ਹੈ। ਜੇ ਫਿਰ ਵੀ ਕੋਈ ਭੁਲੇਖਾ ਲੱਗੇ 100 ਵਿੱਚੋਂ 95 ਬੰਦਿਆਂ ਦੀ ਜਿਹੜੀ ਚੀਜ਼ ਹੈਗੀ ਹੈ ਕੁਐਸਚਨ ਆਨਸਰ ਸਿਰਫ ਸਿੰਪਲ PCR ਟੈਸਟ ਤੋਂ ਹੋ ਜਾਂਦਾ ਹੈ। ਸੀਟੀ ਸਕੈਨ ਇੱਕ ਭੁਲੇਖਾ ਹੈ, ਇਹਦੇ ਨਾਲ ਜਿਹੜਾ ਖਰਚਾ ਵੀ ਵੱਧਦਾ ਤੇ ਜਿਹੜੀਆਂ ਤੁਹਾਨੂੰ ਮੈਂ ਸਮੱਸਿਆ ਦੱਸੀਆਂ ਨੇ ਇਹ ਵੀ ਹੋ ਸਕਦੀਆਂ। ਸੋ ਈਵਨ ਇਨਫੈਕਟ ਯੂ ਕੈਨ ਈਵਨ ਆਸਕ ਯੂਰ ਡਾਕਟਰ ਅਗੇਨ ਕਿ ਡਾਕਟਰ ਸਾਹਿਬ ਇਹ ਸਾਨੂੰ ਡਿਸਕਸ਼ਨ ਹੋਈ ਹੈ, ਗਾਈਡਲਾਈਨ ਹੈ ਕਿ ਸੀਟੀ ਸਕੈਨ ਦੀ ਸਾਨੂੰ ਵਾਕਈ ਲੋੜ ਹੈ ਕਿ ਅਸੀਂ ਆਪਾਂ ਵੇਟ ਕਰ ਸਕੀਏ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਦੂਸਰਾ ਡਾਕਟਰ ਮਹਾਜਨ ਕੁਝ ਨਵੇਂ ਟ੍ਰੀਟਮੈਂਟ ਆਪਾਂ ਪਹਿਲਾਂ ਜਿਹੜੇ ਮਾਈਲਡ ਡਿਜ਼ੀਜ਼ 'ਚ ਤੁਸੀਂ ਦਿੰਦੇ ਸੀਗੇ ਕਿ ਵਿਟਾਮਿਨ C ਦੇ ਦਿਓ, ਇੱਕ ਲੋਕ ਟ੍ਰੀਟਮੈਂਟ ਹੈ। ਆਈਵਰਮੈਕਟਿਨ ਆਪਾਂ ਕਹਿੰਦੇ ਸੀ 12 ਮਿਲੀਗ੍ਰਾਮ ਟੇਬਲੇਟਸ ਹੈ, 3 ਦਿਨ ਦਿਓ, ਇੱਕ ਟੇਬਲੇਟਸ ਰੋਜ਼ ਦੀ, ਇਹ ਦਿੰਦੇ ਸੀਗੇ। ਹੁਣ ਕੁਝ ਲੋਕ ਉਹਦੇ ਵਿੱਚ ਐਂਟੀਬਾਇਓਟਿਕਸ, ਕੁਝ ਐਂਟੀਵਾਇਰਲ ਔਰ ਕਿਆ ਕੋਈ ਟ੍ਰੀਟਮੈਂਟ ਉਹਦਾ ਫਾਇਦਾ ਹੈ? ਦੂਸਰਾ ਕਿਆ ਕੋਈ ਨਵਾਂ ਟ੍ਰੀਟਮੈਂਟ ਵੀ ਆਇਆ ਜਿਹਦੇ ਨਾਲ ਆਪਾਂ ਮਾਈਲਡ ਬਿਮਾਰੀ ਹੈ ਜਿਹੜੀ ਅੱਗੇ ਨਾ ਵੱਧ ਸਕੇ? ਦੇਖੋ ਜਿਹੜੇ ਮਾਈਲਡ ਕੇਸਿਸ ਦੇ ਵਿੱਚ ਜਿਹੜੀਆਂ ਅਸੀਂ ਹੁਣ ਅੱਜ ਦੀ ਡੇਟ 'ਚ ਨਵੀਆਂ ਗਾਈਡਲਾਈਨਸ ਕਹਿੰਦੇ ਆ, ਉਹਦੇ 'ਚ ਸਿੰਪਲ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਆਪਣਾ ਮਲਟੀ ਵਿਟਾਮਿਨ ਵਗੈਰਾ ਜਾਂ ਵਿਟਾਮਿਨ C ਹੈ ਤੁਹਾਡੀ ਨੈਚੁਰਲ ਇਮਿਊਨਿਟੀ ਵਧਾਉਣ ਵਾਸਤੇ ਹੈ। ਇਹਨੇ ਕੋਈ ਜ਼ਿਆਦਾ ਰੋਲ ਨਹੀਂ ਪਲੇ ਕਰਨਾ। ਜੇ ਕਿਸੇ ਨੂੰ ਹੈਡੇਕ ਵਗੈਰਾ ਆਪਣਾ ਕਰੋਸਿਨ ਦੀ ਗੋਲੀ ਲੈ ਲਈ, ਆਪਣੇ ਆਪ ਨੂੰ ਚੰਗੀ ਤਰ੍ਹਾਂ ਹਾਈਡਰੇਟ ਕਰੋ। ਡਰੱਗਸ ਦੇ ਵਿੱਚੋਂ ਜਿਹੜੀਆਂ ਹੈਗੀਆਂ ਆਈਵਰਮੈਕਟਿਨ ਜਿਹੜੀ ਹੈਗੀ ਆ ਹੁਣ ਅਸੀਂ ਮਾਈਲਡ ਕੇਸਿਸ ਦੇ ਵਿੱਚ ਪਾਤੀ ਹੈ ਕਿ ਤੁਸੀਂ 12 ਮਿਲੀਗ੍ਰਾਮ ਪਰ ਡੇ ਆਪਣੀ ਗੋਲੀ ਇੱਕ ਲੈ ਸਕਦੇ ਹੋ, ਜਿਹੜੀ ਕਿ 3 ਤੋਂ 5 ਦਿਨ ਤੱਕ ਲਿੱਤੀ ਜਾ ਸਕਦੀ ਹੈ। ਇੱਕ ਨਵੀਂ ਡਰੱਗ ਸੀਗੀ ਫੈਬੀਫਲੂ ਜਿਹੜੀ ਸੀਗੀ, ਫੈਬੀਫਲੂ ਦਾ ਕਿਸੇ ਵੀ ਉਹਦੇ ਵਿੱਚ ਰਿਕਮੈਂਡੇਸ਼ਨ ਦੇ ਵਿੱਚ ਆਇਆ ਨਹੀਂ ਹੈ ਕਿ ਇਹਦਾ ਕੋਈ ਫਾਇਦਾ ਹੈ। ਗੋਲੀਆਂ ਦਾ ਬਰਡਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਕਾਸਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਜਿਹੜੇ ਬੰਦਿਆਂ ਨੂੰ ਕੋਈ ਕੋਮੋਰਬਿਡ ਇਲਨੈਸ ਹੈ ਕਿ ਜਿਨ੍ਹਾਂ ਨੂੰ ਕਿਸੇ ਨੂੰ ਕੋਈ ਸਾਹ ਦੀ ਸ਼ਿਕਾਇਤ ਰਹਿੰਦੀ ਹੈ, ਕਿਸੇ ਨੂੰ ਕਾਰਡਿਕ ਪ੍ਰੋਬਲਮ ਹੈ, ਕੋਈ ਹੋਰ ਦਿੱਕਤ ਹੈ, ਉਹਦੇ ਵਾਸਤੇ ਜਿਹੜੇ ਸਟੀਰੋਇਡ ਇਨਹੇਲਰ ਹੈਗੇ ਆ, ਜਿਹੜਾ ਕਿ ਬਿਊਡੋਸੋਨਾਈਡ ਕਹਿੰਦੇ ਹੈਗੇ ਆ, ਕਿ ਉਹ ਰੋਟਾ ਕੈਪਸ ਜਾਂ ਰੋਟਾ ਹੀਲਰ ਦੇ ਨਾਲ ਤੁਸੀਂ ਉਹ ਕੈਪਸੂਲ ਖਿੱਚ ਸਕਦੇ ਹੋ ਜਾਂ ਇਨਹੇਲਰ ਲੈ ਸਕਦੇ ਹੋ। ਆਪਣੇ ਆਪ ਨੂੰ ਨੈਬੂਲਾਈਜ਼ ਨਹੀਂ ਕਰਵਾਉਣਾ। ਇਹ ਚੀਜ਼ ਦਾ ਖਾਸ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਨੈਬੂਲਾਈਜ਼ ਕਰਵਾਉਂਦੇ ਹੋ ਘਰ 'ਚ ਆਪਣੇ ਆਪ ਨੂੰ, ਤੁਹਾਡਾ ਕੋਈ ਘਰ ਦਾ ਰਿਸ਼ਤੇਦਾਰ ਤੁਹਾਨੂੰ ਦਿੰਦਾ ਤੇ ਨੈਬੂਲਾਈਜ਼ਰ ਕਰਨ ਦੇ ਨਾਲ ਤੁਹਾਡਾ ਉਸ ਟਾਈਮ ਵਾਇਰਲ ਦੀ ਐਕਸਕ੍ਰੀਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਦੂਸਰਾ ਬੰਦਾ ਐਕਸਪੋਜ਼ ਹੁੰਦਾ ਤੇ ਕਿਉਂਕਿ ਤੁਹਾਨੂੰ ਇਹ ਪਤਾ ਹੈ ਕਿਉਂਕਿ ਇਹ ਏਅਰਬੋਰਨ ਡਿਜ਼ੀਜ਼ ਕਹੀ ਜਾਂਦੀ ਹੈ ਤੇ ਵਾਇਰਸ ਦੀ ਕੁਆਂਟੀਟੀ ਜਦੋਂ ਹੀ ਏਅਰ 'ਚ ਜ਼ਿਆਦਾ ਜਾਏਗੀ ਦੂਸਰਾ ਬੰਦਾ ਐਕਸਪੋਜ਼ ਹੋਏਗਾ। ਸੋ ਸਿੰਪਲ ਬਿਊਡਿਸੋਨਾਈਡ ਇਨਹੇਲਰ ਜਾਂ ਰੋਟਾ ਕੈਪਸ ਤੁਸੀਂ ਯੂਜ਼ ਕਰ ਸਕਦੇ ਹੋ, ਪਲੱਸ ਆਈਵਰਮੈਕਟਿਨ ਜਿਹੜੀ ਨਵੀਂ ਡਰੱਗ ਪੰਜਾਬ ਨੇ ਹੁਣ ਅਪਰੂਵ ਕੀਤੀ ਹੈ 12 ਮਿਲੀਗ੍ਰਾਮ ਪਰ ਡੇ ਤੁਸੀਂ ਯੂਜ਼ ਕਰਦੇ ਹੋ। ਸੋ ਡਾਕਟਰ ਸਾਹਿਬ ਇਹਦਾ ਮਤਲਬ ਇਹ ਹੈ ਕਿ ਜਿਹੜਾ ਫੈਵੀਪਿਰ ਦਾ ਇੱਕ ਥੱਬਾ ਜਾਂ ਗੋਲੀਆਂ ਦਾ ਸੀ ਤੇ ਇੰਨੀ ਮਹਿੰਗੀ ਵੀ ਹੈ ਤੁਹਾਡੇ ਹਿਸਾਬ ਨਾਲ, ਤੇ ਪੰਜਾਬ ਗਵਰਨਮੈਂਟ ਤੇ ਜਿਹਨੇ ICMR ਦੀਆਂ ਗਾਈਡਲਾਈਨ ਦੇ ਹਿਸਾਬ ਨਾਲ ਹਲੇ ਇਸ ਟਾਈਮ ਤੇ ਉਹਦਾ ਯੂਜ਼ ਨਹੀਂ ਹੈਗਾ। ਦੂਸਰਾ ਐਂਟੀਬਾਇਓਟਿਕਸ ਵੀ ਤੁਸੀਂ ਬੜਾ ਕਲੀਅਰ ਕਰਤਾ ਕਿ ਮਾਈਲਡ ਡਿਜ਼ੀਜ਼ ਦੇ ਵਿੱਚ ਤੁਸੀਂ ਡਿਸਕਸ ਵੀ ਨਹੀਂ ਕੀਤਾ। ਇਹਦਾ ਮਤਲਬ ਮਾਈਲਡ ਡਿਜ਼ੀਜ਼ ਦੇ ਵਿੱਚ ਐਂਟੀਬਾਇਓਟਿਕਸ ਲੋਕ ਪਹਿਲਾਂ ਕਹਿੰਦੇ ਕਿ ਜੀ ਮੈਂ ਡੌਕਸੀ ਲੈ ਲਿਆ, ਅਜਿਥਰੋਮਾਈਸਿਨ ਲੈ ਲਿਆ, ਹੁਣ ਡਾਕਟਰ ਸਾਹਿਬ ਦੱਸੋ। ਸੋ ਇਹਦਾ ਮਤਲਬ ਇਹ ਵਾਇਰਲ ਡਿਜ਼ੀਜ਼ ਹੈ ਭਰਾਵੋ, ਜੇ ਇਹਦੇ ਵਿੱਚ ਵੀ ਆਪਾਂ ਐਂਟੀਬਾਇਓਟਿਕ ਲਵਾਂਗੇ ਤਾਂ ਇਹਦੀ ਕੋਈ ਤੁਕ ਨਹੀਂ ਬਣਦੀ। ਸੋ ਮਾਈਲਡ ਦੇ ਡਿਜ਼ੀਜ਼ ਦੇ ਵਿੱਚ ਤੁਸੀਂ ਅਵੋਇਡ ਕਰਨਾ। ਤੀਸਰੀ ਜੋ ਡਾਕਟਰ ਸਾਹਿਬ ਨੇ ਮੈਨੂੰ ਨਵੀਂ ਚੀਜ਼ ਦੱਸੀ ਹੈ, ਇਹ ਮੇਰਾ ਖਿਆਲ ਇੱਕ ਲੈਂਸਟ ਦਾ ਪੇਪਰ ਹੈ ਜਿਹਦੇ ਵਿੱਚ ਹੁਣ ਲੇਟੈਸਟ ਇਹ ਆਇਆ, ਜਿਹੜਾ ਕਿ ਅੱਜ ਹੀ ਮਤਲਬ ਗਾਈਡਲਾਈਨ ਦੇ ਵਿੱਚ ਅੱਜ ਹੀ ਆਇਆ ਹੈਗਾ ਕਿ ਜਿਹੜਾ ਬਿਊਡੀਕੋਟ ਇਨਹੇਲਰ ਜਿਹੜਾ ਅਸਥਮਾ ਦੇ ਪੇਸ਼ੈਂਟ ਨੂੰ ਯੂਜ਼ ਕਰਦੇ ਸੀ, ਇਹਦਾ ਕੁਛ ਹੈ ਕਿ ਜਿਹੜਾ ਸਟੀਰੋਇਡ ਹੈ ਓਰਲ ਥੋੜ੍ਹਾ ਜਿਹਾ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਇਹ ਡਾਇਰੈਕਟ ਲੰਗਸ 'ਤੇ ਕਰਕੇ ਪ੍ਰੋਟੈਕਟ ਕਰ ਦਿੰਦਾ, ਮਤਲਬ ਜਿਹੜੀ ਬਾਕੀ ਕੰਪਲੀਕੇਸ਼ਨਾਂ ਨੇ, ਇਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਪਰ ਇਸ ਤੋਂ ਬਾਅਦ ਮੇਰੀ ਇੱਕ ਆਪਣੀ ਪਰਸਨਲ ਰਾਏ ਹੈ ਕਿ ਇੱਕ ਲੈਣ ਤੋਂ ਬਾਅਦ ਕੋਸਾ ਪਾਣੀ ਦੇ 2 ਘੁੱਟਾਂ ਜ਼ਰੂਰ ਪੀਓ ਤਾਂ ਕਿ ਇੱਥੇ ਕੋਈ ਫੰਗਲ ਇਨਫੈਕਸ਼ਨ ਨਾ ਹੋ ਜਾਏ। ਇਹ ਬੜੀ ਇਫੈਕਟਿਵ ਚੀਜ਼ ਹੈ। ਸੋ ਮਾਈਲਡ 'ਚ ਆਪਾਂ ਨੂੰ ਸਿਰਫ 4 ਚੀਜ਼ਾਂ ਹੋ ਗਈਆਂ, ਵਿਟਾਮਿਨ C, ਕਰੋਸਿਨ ਜੇ ਬੁਖਾਰ ਹੋ ਰਿਹਾ, ਐਂਟੀਬਾਇਓਟਿਕ ਅਵੋਇਡ ਕਰੋ, ਆ ਫੈਵੀਪਰੂ ਹਲੇ ਇਸ ਦਾ ਕੋਈ ਬੈਨੀਫਿਟ ਨਹੀਂ ਹੈ। ਚੌਥਾ ਬਿਊਡੀਕੋਟ ਹੈ, ਜਿਨ੍ਹਾਂ ਨੂੰ ਹਾਈ ਰਿਸਕ ਹੈ, ਜਿਨ੍ਹਾਂ ਨੂੰ ਸ਼ੂਗਰ ਹੈ, ਦਮਾ ਹੈਗਾ, ਜਿਹੜੇ ਹਾਈ ਰਿਸਕ ਹੈ ਉਹਨਾਂ ਨੂੰ ਲੈਣਾ ਚਾਹੀਦਾ ਹੈ। ਯੰਗ ਬੰਦਿਆਂ ਨੂੰ ਬਿਊਡੀਕੋਟ ਲੈਣ ਦਾ ਕੋਈ ਫਾਇਦਾ ਨਹੀਂ। ਸੋ ਇਹਦਾ ਮਤਲਬ ਇਹ ਹੈ ਕਿ ਮਾਈਲਡ ਡਿਜ਼ੀਜ਼ 'ਚ 95% ਲੋਕਾਂ ਨੂੰ ਕੋਈ ਦਵਾਈ ਲੈਣ ਦੀ ਜ਼ਰੂਰਤ ਨਹੀਂ, ਆਟੋਮੈਟਿਕਲੀ ਉਹ ਠੀਕ ਹੋ ਜਾਣਗੇ। ਤਾਂ ਫਿਰ ਡਾਕਟਰ ਸਾਹਿਬ ਜਿਹੜੇ ਵਾਰਨਿੰਗ ਸਿਗਨਲ ਨੇ ਵੀ ਉਹਨੂੰ ਕਿਦੋਂ ਲੱਗੇਗਾ ਕਿ ਮੈਂ ਭਾਈ ਇਹ ਹੁਣ ਮੈਂ ਮਾਈਲਡ ਤੋਂ ਅੱਗੇ ਟੱਪ ਗਿਆ, ਮੈਨੂੰ ਹੁਣ ਡਾਕਟਰ ਕੋਲੇ ਜਾਣਾ ਚਾਹੀਦਾ ਹੈ ਜਾਂ ਕੋਈ ਸਲਾਹ ਲੈਣੀ ਚਾਹੀਦੀ ਹੈ, ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗੇਗਾ? ਦੇਖੋ ਵਾਰਨਿੰਗ ਸਿਗਨਲਸ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਹੈਗੇ ਆ, ਕਿਉਂਕਿ ਜਿਹੜੀ ਚੀਜ਼ ਪਹਿਲੀ ਕਹੀ ਸੀਗੀ ਕਿ ਮਾਈਲਡ ਸਿੰਪਟਮਸ ਦੇ ਉੱਤੇ ਪੈਨਿਕ ਨਾ ਕਰੋ, ਆਪਣੇ ਆਪ ਨੂੰ ਘਰੇ ਆਈਸੋਲੇਟ ਕਰੋ। ਅਸੀਂ ਉਹਦੇ 'ਚ ਕਿਹਾ ਸੀ ਪਲਸ ਆਕਸੀਮੀਟਰ ਦੇ ਨਾਲ ਆਕਸੀਜਨ ਸੈਚੂਰੇਸ਼ਨ ਮੋਨੀਟਰ ਕਰਨੀ ਹੈ। ਆਕਸੀਜਨ ਸੈਚੂਰੇਸ਼ਨ ਤੁਹਾਡੀ 95 ਹੋਣੀ ਚਾਹੀਦੀ ਹੈ। ਜੇ ਤੁਹਾਡੀ ਕਿਸੇ ਵੀ ਟਾਈਮ ਤੇ ਆਕਸੀਜਨ ਸੈਚੂਰੇਸ਼ਨ ਰੈਸਟ ਦੇ ਉੱਤੇ 94 ਤੋਂ ਘਟਦੀ ਹੈ, ਇਹਦਾ ਮਤਲਬ ਕਿ ਤੁਸੀਂ ਵਰਸਨਿੰਗ ਹੋ ਰਹੀ ਹੈ। ਦੂਸਰੀ ਚੀਜ਼ ਜਿਹੜੀ ਤੁਸੀਂ ਕਰਨੀ ਹੈ, ਜਾਂ ਤਾਂ ਤੁਸੀਂ 6 ਮਿੰਟ ਚੱਲ ਕੇ ਆਪਣੀ ਆਕਸੀਜਨ ਦੇਖੋ, ਜਾਂ 1 ਮਿੰਟ ਤੁਸੀਂ ਚੇਅਰ ਦੇ ਕੋਲ ਬੈਠ ਜਾਓ, 1 ਮਿੰਟ ਖੜੇ ਹੋਵੋ, ਬੈਠ ਜਾਓ, ਜਿਵੇਂ ਕਹਿੰਦੇ ਨਾ ਉਠਕ ਬੈਠਕ ਕਰਨੀ, 1 ਮਿੰਟ ਉਹ ਕਰਕੇ ਦੇਖੋ। ਸੋ ਜੇ ਇਹ ਦੋਨੋਂ ਚੀਜ਼ਾਂ ਕਰਨ ਦੇ ਉੱਤੇ 6 ਮਿੰਟ ਵਾਕ 'ਤੇ ਜਾਂ ਉਠਕ ਬੈਠਕ ਕਰਨ 'ਤੇ ਤੁਹਾਨੂੰ ਸਾਹ ਚੜ੍ਹਦਾ ਜਾਂ ਤੁਹਾਡੀ ਆਕਸੀਜਨ 95 ਤੋਂ ਘਟਣੀ ਸ਼ੁਰੂ ਹੋ ਜਾਂਦੀ ਹੈ, ਸੋ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਡਾਕਟਰ ਨੂੰ ਇਮੀਡੀਏਟਲੀ ਅਪਰੋਚ ਕਰੋ। ਪਲੱਸ ਜੇ ਕਿਸੇ ਨੂੰ ਕੋਈ ਛਾਤੀ 'ਚ ਦਰਦ ਹੁੰਦਾ ਹੈ
ਹਾਈ ਗ੍ਰੇਡ ਫੀਵਰ ਹੁੰਦਾ ਹੈ ਜਾਂ ਮੈਂਟਲ ਕਨਫਿਊਜ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਉਸ ਟਾਈਮ ਤੇ ਘਰੇ ਨਹੀਂ ਬੈਠਣਾ, ਇਮੀਡੀਏਟਲੀ ਆਪਣੇ ਡਾਕਟਰ ਨੂੰ ਕੰਸਲਟ ਕਰੋ। ਸੰਦੀਪ ਜੀ, ਇਹ ਤੁਸੀਂ ਦੱਸੋ ਕਿ ਕਈ ਲੋਕ ਤਾਂ ਪ੍ਰਾਈਵੇਟ ਸੈਕਟਰ 'ਚ ਡਾਇਰੈਕਟ ਉਹਨਾਂ ਨੂੰ ਡਾਕਟਰ ਜਾਣਦੇ ਹੁੰਦੇ ਨੇ, ਫੈਮਿਲੀ ਪੰਜਾਬ ਸਰਕਾਰ ਐਡਮਿਨਿਸਟ੍ਰੇਸ਼ਨ ਨੇ ਇੱਕ ਸਿਸਟਮ ਬਣਾਇਆ ਹੈ ਜਿਹਦੇ ਤਹਿਤ ਜੋ ਵੀ ਹੋਮ ਆਈਸੋਲੇਟਿਡ ਪੇਸ਼ੈਂਟ ਹੈ ਉਹਦਾ ਖਿਆਲ ਰੱਖਿਆ ਜਾਂਦਾ ਹੈ। ਮੈਂ 2 ਮਿੰਟ ਲੈਂਦਾ ਹੋਇਆ ਤੁਹਾਨੂੰ ਵਿਸਤਾਰਪੂਰਵਕ ਦੱਸਣਾ ਚਾਹਾਂਗਾ ਕਿ ਕੀ ਕਰਦੇ ਹਾਂ ਅਸੀਂ। ਜਿੱਦਾਂ ਹੀ ਕੋਈ ਪੇਸ਼ੈਂਟ ਪੋਜ਼ਿਟਿਵ ਆਉਂਦਾ ਹੈ ਟੈਸਟ ਤੋਂ ਬਾਅਦ, ਤੇ 24 ਘੰਟੇ ਦੇ ਵਿੱਚ ਸਾਡਾ ਕਾਲਰ ਉਹਨੂੰ ਫੋਨ ਕਰਦਾ ਤੇ ਉਹ ਫੋਨ ਨੂੰ ਡੇਲੀ ਜਾਂਦਾ, ਉਹਨੂੰ ਪੁੱਛਿਆ ਜਾਂਦਾ ਹੈ ਕਿ ਤੇਰੀ ਕੋਈ ਪਹਿਲਾਂ ਕੋਮੋਰਬਿਡਿਟੀ ਤੇ ਨਹੀਂ ਹੈ, ਤੈਨੂੰ ਕੋਈ ਬਿਮਾਰੀ ਤੇ ਨਹੀਂ ਹੈ, ਤੇਰੀ ਹਾਲਾਤ ਕਿੱਦਾਂ ਦੇ ਨੇ, ਤੇਰੇ ਸਿੰਪਟਮ ਕਿੱਦਾਂ ਦੇ ਨੇ, ਤੇਰੇ ਆਕਸੀਜਨ ਕਿੰਨਾ ਘਟ ਰਿਹਾ ਹੈ, ਫੀਵਰ ਕਿੰਨਾ ਹੈ। ਉਸ ਬੇਸ ਤੇ ਜੇ ਤਾਂ ਕੋਈ ਕਹਿੰਦਾ ਹੈ ਕਿ ਮੈਨੂੰ ਬੁਖਾਰ ਵੱਧਦਾ ਹੈ ਜਾਂ ਮੇਰਾ ਆਕਸੀਜਨ ਘਟ ਰਿਹਾ ਹੈ, ਉਹਦਾ ਹੀ ਇਨਫੋਰਮੇਸ਼ਨ ਅਸੀਂ ਆਪਣੇ ਐਸਐਮਓਜ਼ ਨੂੰ ਦਿੰਦੇ ਹਾਂ ਤੇ ਐਸਐਮਓਜ਼ ਉਹਨੂੰ ਕੰਟੈਕਟ ਕਰਕੇ ਤੇ ਉਹਨਾਂ ਨੂੰ ਐਂਬੂਲੈਂਸ ਰਾਹੀਂ ਸ਼ਿਫਟ ਕਰਾ ਦਿੰਦੇ ਨੇ ਹਸਪਤਾਲ। ਦੂਜੀ ਗੱਲ, ਹਰ ਇੱਕ 10 ਦਿਨਾਂ 'ਚ 2 ਵਾਰੀ ਤੁਹਾਨੂੰ ਆਰਆਰਟੀ ਟੀਮਸ, 3 ਵਾਰੀ ਆਰਆਰਟੀ ਟੀਮ ਵਿਜ਼ਿਟ ਕਰਨ ਵੀ ਆਉਂਦੀਆਂ ਨੇ। ਇਹ ਤੋਂ ਇਲਾਵਾ ਅਸੀਂ ਹੈਲਪਲਾਈਨਸ ਵੀ ਬਣਾਈਆਂ ਹੋਈਆਂ ਨੇ। ਹੈਲਪਲਾਈਨਸ ਦੇ ਫੋਨ ਨੰਬਰਸ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦਊਂਗਾ, ਪਰ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਰਸ਼ਾ ਵੀ ਦਿਆਂਗੇ। ਪਲੱਸ ਜੇ ਕੋਈ, ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਲੁਧਿਆਣਾ ਐਡਮਿਨਿਸਟ੍ਰੇਸ਼ਨ ਨੇ ਟੈਲੀ ਕਾਉਂਸਲਰ ਰੱਖੇ ਨੇ। ਕਾਉਂਸਲਰ ਉਹ ਕਿ ਜੇ ਕਿਸੇ ਨੂੰ ਘਬਰਾਹਟ ਹੁੰਦੀ, ਕੋਈ ਚਿੰਤਾ ਹੁੰਦੀ ਜਾਂ ਕਿਸੇ ਚੀਜ਼ ਦੀ ਡਿਸਕਸ਼ਨ ਕਰਨ ਦੀ ਲੋੜ ਹੁੰਦੀ, 24 ਘੰਟੇ ਟੈਲੀ ਕਾਉਂਸਲਰ ਅਵੇਲੇਬਲ ਨੇ। ਉਹ ਟੈਲੀ ਕਾਉਂਸਲਰ ਟ੍ਰੇਨਡ ਨੇ ਇਸ ਗੱਲ ਦੀ ਕਿ ਤੁਹਾਡੀ ਘਬਰਾਹਟ, ਤੁਹਾਡੀ ਪੈਨਿਕ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ। ਮੈਂ ਓਪਰਚੁਨਿਟੀ ਬੇਨਤੀ ਇੱਕ ਹੋਰ ਕਰੂੰਗਾ ਕਿ ਜਿਹੜੇ ਵੀ ਹੋਮ ਆਈਸੋਲੇਟਿਡ ਪੋਜ਼ਿਟਿਵ ਪੇਸ਼ੈਂਟਸ ਨੇ ਉਹ ਆਪਣਾ ਫੋਨ ਕਿਰਪਾ ਕਰਕੇ ਬੰਦ ਨਾ ਕਰਨ। ਫੋਨ ਦੇ ਰਾਹੀਂ ਅਸੀਂ ਉਹਨਾਂ ਦਾ ਹਾਲ ਚਾਲ ਲਗਾਤਾਰ ਡੇਲੀ ਪੁੱਛਦੇ ਹਾਂ, ਸਹੀ ਫੋਨ ਕਰਦੇ ਹਾਂ। ਪਲੱਸ ਇੱਕ ਕੋਵਾ ਐਪ ਉੱਤੇ ਡਾਊਨਲੋਡ ਜ਼ਰੂਰ ਕਰਨ ਤੇ ਲੋਕੇਸ਼ਨ ਉਹਦੀ ਔਨ ਕਰਕੇ ਰੱਖਣ। ਇਹਦੇ ਨਾਲ ਸਾਨੂੰ ਸਹਾਇਤਾ ਮਿਲਦੀ ਹੈ ਕਿ ਤੁਹਾਡੇ ਤੱਕ ਪਹੁੰਚ ਸਕੇ ਦਿੱਕਤ ਆਉਣ 'ਤੇ। ਅਸੀਂ ਲਗਾਤਾਰ ਫੋਨ ਕਰਕੇ ਡੇਲੀ ਤੁਹਾਡਾ ਹਾਲ ਪੁੱਛ ਰਹੇ ਹਾਂ, ਤੁਹਾਡੇ ਹਾਲ ਪੁੱਛਾਂਗੇ ਵੀ। ਬਟ ਜੇ ਫੇਰ ਵੀ ਤੁਹਾਨੂੰ ਲੱਗੇ ਕਿ ਸਾਨੂੰ ਕਿਸੇ ਹੈਲਪਲਾਈਨ ਦੀ ਲੋੜ ਹੈ, ਸਾਡੇ ਲਈ ਐਂਬੂਲੈਂਸ ਲਈ ਇੱਕ ਵੱਖਰੀ ਹੈਲਪਲਾਈਨ ਹੈ, ਹਸਪੀਟਲ ਲਈ ਵੱਖਰੀ ਹੈਲਪਲਾਈਨ ਹੈ। ਪਲੱਸ ਅਸੀਂ ਤੁਹਾਨੂੰ ਨੇੜੇ ਦੇ ਡਾਕਟਰਾਂ ਦਾ ਫੋਨ ਨੰਬਰ ਵੀ ਸ਼ੇਅਰ ਕਰਾਂਗੇ ਕਿ ਤੁਸੀਂ ਆਪਣੇ ਐਸਐਮਓ ਸਰਕਾਰੀ ਹਸਪਤਾਲ ਦੇ ਡਾਕਟਰ ਨਾਲ ਗੱਲ ਵੀ ਕਰ ਸਕੋ। ਟੈਲੀ ਕਾਉਂਸਲਰ ਦਾ ਨੰਬਰ ਵੀ ਅਵੇਲੇਬਲ ਹੈਗੇ ਨੇ। ਥੈਂਕ ਯੂ ਸੰਦੀਪ ਜੀ। ਪਰ ਮੇਰੀ ਇੱਕ ਸੁਜੈਸ਼ਨ ਹੈ ਐਜ ਏ ਡਾਕਟਰ ਕਾਮਨ ਮੈਨ, ਜੋ ਤੁਸੀਂ ਕਰ ਰਹੇ ਹੋ ਇਹ ਬਹੁਤ ਸ਼ਲਾਘਾਯੋਗ ਹੈ ਔਰ ਕਈ ਲੋਕਾਂ ਨੂੰ ਇਹਨਾਂ ਨੂੰ ਫੀਡਬੈਕ ਮਿਲਿਆ, ਫਾਇਦਾ ਵੀ ਹੋਇਆ। ਪਰ ਫਿਰ ਵੀ ਮੈਨੂੰ ਇਹ ਲੱਗ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਹੈ, ਇਸ ਨੰਬਰਾਂ ਬਾਰੇ, ਕਿਉਂਕਿ ਇਹ ਤਾਂ ਅੱਜ ਕੱਲ੍ਹ ਫਾਇਰ ਬ੍ਰਿਗੇਡ ਦੀ ਤਰ੍ਹਾਂ ਇੰਪੋਰਟੈਂਟ ਨੰਬਰ ਹੋ ਗਿਆ, ਜਿਹੜਾ ਕਿ ਹਰ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ, ਐਟਲੀਸਟ ਲੁਧਿਆਣਾ ਦੇ ਵਿੱਚ। ਤੇ ਮੇਰੀ ਸੁਜੈਸ਼ਨ, ਬਾਕੀ ਤਾਂ ਤੁਸੀਂ ਅੱਜ ਇਸ ਮੀਡੀਆ ਦੇ ਥਰੂ ਲੋਕਾਂ ਨੂੰ ਦੱਸ ਹੀ ਰਹੇ ਹੋ, ਆਈ ਥਿੰਕ ਇਹਨੂੰ ਹੋਰ ਵੀ ਤੁਸੀਂ ਪ੍ਰਚਲਿਤ ਕਰੋ ਤਾਂ ਜ਼ਿਆਦਾ ਬੈਟਰ ਹੈਗਾ। ਤੁਹਾਡਾ ਸੁਝਾਅ ਮੈਂ ਮੰਨ ਲੈਣਾ ਹੈ। ਅਸੀਂ ਅੱਜ ਤੋਂ ਹੀ ਇਹਨੂੰ ਪ੍ਰਚਲਿਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੰਦੇ ਹਾਂ। ਸਾਡੇ ਡੀਪੀਆਰਓ ਮਹਿਕਮਾ ਹੈ, ਉਹਨਾਂ ਨੂੰ ਅਸੀਂ ਕਹਾਂਗੇ ਤੇ ਜ਼ਰੂਰ ਇਹ ਪ੍ਰਚਲਿਤ ਹੋ ਜਾਏਗਾ। ਪ੍ਰੈਸ ਨੋਟ ਜ਼ਰੂਰ ਇਸ਼ੂ ਕਰਾਂਗੇ, ਹਰ ਇੱਕ ਬੰਦੇ ਨੂੰ ਇਹਦੀ ਅਸੀਂ ਸੂਚਨਾ ਦੇਵਾਂਗੇ। ਤੇ ਮੈਂ ਇੱਕ ਹੋਰ ਸੁਝਾਅ ਦਿੰਦਾ, ਅੱਜ ਤੋਂ ਹੀ ਮੈਂ ਆਪਣੀ ਡਿਸਪਲੇ ਪਿਕਚਰ ਵੀ ਚੇਂਜ ਕਰਦਾ। ਤੁਹਾਨੂੰ ਵੀ ਆਗ੍ਰਹ ਕਰਦਾ ਕਿ ਜਿਹੜੇ ਫੋਨ ਨੰਬਰ ਇਹਨੂੰ ਆਪਣੀ ਡਿਸਪਲੇ ਪਿਕਚਰ ਬਣਾ ਲਈ। ਓਕੇ ਸੰਦੀਪ ਜੀ, ਇੱਕ ਚੀਜ਼ ਹੋਰ ਦੱਸੋ, ਕਈ ਵਾਰ ਪੇਸ਼ੈਂਟ ਹੁੰਦਾ ਕਿ ਸੀਰੀਅਸ ਹੁੰਦਾ, ਲੈਵਲ 3 ਦਾ ਪੇਸ਼ੈਂਟ ਹੈ। ਹੁਣ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਜਿਨ੍ਹਾਂ ਦੀ ਸੈਚੂਰੇਸ਼ਨ ਬਹੁਤ ਘੱਟ ਹੁੰਦੀ ਹੈ, 88 ਤੋਂ ਘੱਟ ਹੁੰਦੀ ਹੈ, ਉਹਨਾਂ ਨੂੰ ਆਕਸੀਜਨ ਦੀ ਲੋੜ ਹੈ, ਸਾਹ ਦੀ ਜ਼ਿਆਦਾ ਤਕਲੀਫ ਹੈ, ਉਹਨਾਂ ਨੂੰ ਲੈਵਲ 3 'ਚ ਆਈਸੀਯੂ ਦੇ ਬੈੱਡ ਚਾਹੀਦੇ ਹੁੰਦੇ ਨੇ। ਤੇ ਕਈ ਵਾਰ ਇਹ ਬੈੱਡ ਅਵੇਲੇਬਲ ਨਹੀਂ ਹੁੰਦੇ, ਹੈ ਨਾ, ਕਿਉਂਕਿ ਲਿਮਟਿਡ ਬੈੱਡ ਹੋ ਗਏ ਨੇ, ਸਰਕਾਰੀ 'ਚ ਵੀ ਭਰੇ ਨੇ। ਤੇ ਆਪਣੇ ਕੋਲੇ ਕੀ ਤਰੀਕਾ ਹੈਗਾ ਕਿ ਉਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਅਫੋਰਡ ਵੀ ਨਹੀਂ ਕਰ ਸਕਦੇ, ਬੈੱਡ ਵੀ ਨਹੀਂ ਅਵੇਲੇਬਲ, ਕਿ ਆਪਣੇ ਕੋਲ ਇੱਦਾਂ ਦਾ ਟਰਸ਼ਰੀ ਹਸਪੀਟਲ ਹੈ ਪਟਿਆਲੇ ਵਰਗਾ, ਤੇ ਉਹਨਾਂ ਨੂੰ ਆਪਾਂ ਕਿੱਦਾਂ ਕੋਆਰਡੀਨੇਸ਼ਨ ਕਰਦੇ ਹਾਂ ਕਿ ਉਹ ਪੇਸ਼ੈਂਟ ਉੱਥੇ ਪਹੁੰਚ ਸਕੇ? ਅਸੀਂ ਸਿਸਟਮ ਕੀ ਬਣਾਇਆ ਹੋਇਆ ਹੈ, ਜਦੋਂ ਕੋਈ ਪੇਸ਼ੈਂਟ ਹੋਮ ਆਈਸੋਲੇਟਿਡ ਹੈ ਜਾਂ ਕਿਸੇ ਇਹੋ ਜਿਹੇ ਹਸਪਤਾਲ 'ਚ ਹੈ ਜਿੱਥੇ ਉਹਨੂੰ ਲੈਵਲ 3 ਦੀ ਫੈਸਿਲਿਟੀ ਨਹੀਂ ਮਿਲ ਰਹੀ, ਉਹ ਹੈਲਪਲਾਈਨ ਤੇ ਫੋਨ ਕਰੇ ਜਾਂ ਆਪਣੇ ਐਸਐਮਓ ਨੂੰ ਫੋਨ ਕਰੇ ਜਾਂ ਜਿਹੜੀ ਵੀ ਟੈਲੀ ਕਾਉਂਸਲਰ ਕਿਸੇ ਨੂੰ ਵੀ ਫੋਨ ਕਰੇ, ਉੱਥੋਂ ਉਹਨਾਂ ਦੀ ਜਾਣਕਾਰੀ ਲੈ ਕੇ ਆਟੋਮੈਟਿਕਲੀ ਐਸਐਮਓ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਕਿ ਉਹ ਪੇਸ਼ੈਂਟ ਨੂੰ ਸ਼ਿਫਟ ਕਰੇਗਾ, ਉਹ ਐਸਕੇਲੇਟ ਕਰੇਗਾ। ਸਾਡੇ ਸਿਸਟਮ 'ਚੋਂ ਪੇਸ਼ੈਂਟ ਆ ਜਾਂਦਾ ਹੈ, ਉਹਦਾ ਚੈੱਕਅਪ ਕਰਕੇ ਉਹਨੂੰ ਕੇਸ ਲੈਵਲ ਦੀ ਸਹਾਇਤਾ ਦੀ ਲੋੜ ਹੈ ਉਹ ਮੁਹੱਈਆ ਕਰਾਈ ਜਾਂਦੀ ਹੈ। ਜੇ ਉਹਨੂੰ ਪਟਿਆਲੇ ਭੇਜਣ ਦੀ ਲੋੜ ਹੈ ਤੇ ਐਂਬੂਲੈਂਸ ਰਾਹੀਂ ਉਹਨੂੰ ਪਟਿਆਲੇ ਵੀ ਭੇਜਿਆ ਜਾਂਦਾ ਹੈ। ਇਹਦਾ ਕੋਈ ਖਰਚਾ ਕਿੰਨਾ ਕੁ ਪੈਂਦਾ ਸਰ ਇਹਦਾ? ਸਰਕਾਰੀ ਹਸਪਤਾਲ 'ਚ ਕੋਈ ਖਰਚਾ ਨਹੀਂ ਪੈਂਦਾ। ਅੱਛਾ, ਐਂਬੂਲੈਂਸ ਦਾ ਵੀ ਕੋਈ ਖਰਚਾ ਨਹੀਂ। ਓਕੇ, ਥੈਂਕ ਯੂ। ਤੇ ਉੱਥੇ ਵੀ ਪਟਿਆਲੇ ਕੋਈ ਇਸ ਤਰ੍ਹਾਂ? ਪਟਿਆਲੇ ਵੀ ਕੋਈ ਖਰਚਾ ਨਹੀਂ, ਜਿਹੜਾ ਸਰਕਾਰ ਕਿਸੇ ਨੂੰ ਲੈ ਕੇ ਜਾਏਗੀ ਉਹਦਾ ਕੋਈ ਖਰਚਾ ਨਹੀਂ। ਮੇਰੇ ਦਰਸ਼ਕਾਂ ਨੂੰ ਮੇਰੀ ਇੱਕ ਰਿਕੁਐਸਟ ਹੈ ਕਿ ਜਿਹੜੇ ਵੀ ਨੰਬਰ ਹੈ, ਬੇਸਿਕਲੀ ਆਪਣੀ ਲਾਈਫਲਾਈਨ ਹੈ, ਟੈਲੀਫੋਨ ਨੰਬਰ ਹੈ, ਕੰਟੈਕਟ ਨੰਬਰ ਹੈ, ਇਹਨਾਂ ਨੂੰ ਕੈਚ ਕਰਨ। ਆਪਣੇ ਜਿੰਨੇ ਵੀ ਜਾਣ ਪਛਾਣ ਦੇ ਲੋਕ ਹੈ, ਰਿਸ਼ਤੇਦਾਰ ਹੈ ਲੁਧਿਆਣਾ 'ਚ ਜਿਹੜੇ ਹੈ, ਆਸ-ਪਾਸ ਦੇ ਬੰਦੇ ਹੈ, ਉਹਨਾਂ ਨੂੰ ਇਹ ਫੋਨ ਨੰਬਰ ਦੇਣ। ਬਲਕਿ ਸਾਰੇ ਬੰਦੇ ਅੱਜ ਇਹਨੂੰ ਕੋਆਰਡੀਨੇਟ ਕਰਕੇ ਜਿੰਨਾ ਵੀ ਆਪਾਂ ਇਹਨੂੰ ਪ੍ਰੋਪੇਗੇਟ ਕਰਾਂਗੇ, ਆਪਾਂ ਕਾਫੀ ਲਾਈਫਸ ਬਚਾ ਸਕਦੇ ਹਾਂ, ਕਿਉਂਕਿ ਇਹਨਾਂ ਨੇ ਆਪਾਂ ਨੂੰ ਇਹ ਕਿਹਾ ਹੈਗਾ ਕਿ ਉਹਦੇ ਵਿੱਚ ਕੋਈ ਕਾਸਟ ਵੀ ਨਹੀਂ ਹੈਗੀ, ਉੱਥੇ ਟ੍ਰੀਟਮੈਂਟ ਦੀ ਵੀ ਕਾਸਟ ਨਹੀਂ ਹੈਗੀ। ਸੋ ਇਸ ਲਈ ਇਹ ਜਿੰਨਾ ਪੁੰਨ ਦਾ ਕੰਮ ਹੈ, ਸਾਰੇ ਬੰਦੇ ਅੱਗੇ ਵਧਣ ਤੇ ਜਿਹੜੇ ਵੀ ਨੰਬਰ ਹੁਣ ਆਪਾਂ ਨੂੰ ਦੇਣਗੇ ਉਹ ਅੱਗੇ ਦੀ ਅੱਗੇ ਪ੍ਰੋਪੇਗੇਟ ਕਰਨ। ਇੱਕ ਸਵਾਲ ਮੇਰਾ ਡਾਕਟਰ ਮਹਾਜਨ ਨੂੰ ਹੈ।
राकेश जैन साहब पूछ रहे हैं कि डबल ते ट्रिपल वेरीएंट अपने आ गए ने, है ना, कुछ दिल्ली दे विच आ गए ने, ये कह रहे हैं कि ये पीसीआर ਨੂੰ ਬਾਈਪਾਸ ਕਰ ਰਹੇ ਨੇ ਹਾਲੇ ਤਾਈਂ ਕਿ ਇਹ ਪੀਸੀਆਰ ਚ ਨਾ ਆਉਣ ਤੇ ਟੈਸਟ ਪੇਸ਼ੈਂਟ ਨੂੰ ਕੋਵਿਡ ਹੋਵੇ, ਪਰ ਇਹ ਵੇਰੀਐਂਟ ਦੂਸਰਾ ਹੈਗਾ। ਇਹਦੇ ਵਿੱਚ ਨਾ ਜਿਹੜਾ ਇੱਕ ਹੈਗਾ ਕਿ ਹਜੇ ਤੱਕ ਜੋ ਵੀ ਆਰਟੀਪੀਸੀਆਰ ਨੇ ਤੁਹਾਡਾ ਕੋਈ ਵੀ ਵੇਰੀਏਸ਼ਨ ਹੈਗੀ ਆ ਉਹਨੂੰ ਪਿਕ ਕਰ ਲੈਣਾ। ਲੋਕਾਂ ਦੀ ਬੜੀ ਭਾਂਤਾ ਹੁੰਦੀ ਕਿ ਸਾਡਾ ਟੈਸਟ ਨੈਗੇਟਿਵ ਆ ਗਿਆ ਪਰ ਕੋਵਿਡ ਸੀਗਾ, ਸੀਟੀ ਸਕੈਨ ਨੇ ਪਿਕ ਕਰ ਲਿਆ। ਦੇਖੋ ਟੈਸਟ ਨੈਗੇਟਿਵ ਹੋਣ ਦਾ ਜਿਹੜਾ ਬੇਸਿਕ ਜਿਹੜੇ ਕਾਰਨ ਹੈਗੇ ਆ, ਪਹਿਲੀ ਗੱਲ ਤੇ ਜਿਹੜਾ ਆਰਟੀਪੀਸੀਆਰ ਉਹ 70% ਪੋਜ਼ਿਟਿਵਿਟੀ ਰੇਟ ਹੈਗਾ ਕਿ ਉਹਨੇ 70% ਪੋਜ਼ਿਟਿਵ ਆ ਸਕਦੇ। ਦੂਸਰਾ ਜਿਹੜਾ ਨੈਗੇਟਿਵ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਜੇ ਟੈਸਟ ਪ੍ਰੋਪਰਲੀ ਨਹੀਂ ਲਿੱਤਾ ਗਿਆ, ਕਿਉਂਕਿ ਇਹਦੇ 'ਚ ਨੇਜ਼ਲ ਸਵੈਬ ਲੈਣਾ ਹੁੰਦਾ ਹੈ ਜਾਂ ਥਰੋਟ ਸਵੈਬ ਲੈਣਾ ਹੁੰਦਾ ਜਿਹੜਾ ਡੀਪ ਲੈਣਾ ਹੁੰਦਾ। ਸੋ ਜੇ ਬਾਈ ਚਾਂਸ ਕਿਸੇ ਟਾਈਮ ਤੇ ਸੈਂਪਲ ਪ੍ਰੋਪਰਲੀ ਨਹੀਂ ਹੁੰਦਾ, ਕਿਉਂਕਿ ਅਸੀਂ ਵੀ ਬੜੀ ਵਾਰੀ ਦੇਖਦੇ ਸਾਡੇ ਕੋਲ ਸੈਂਪਲ ਬਾਹਰੋਂ ਪੇਸ਼ੈਂਟ ਲੈ ਕੇ ਆਉਂਦਾ ਕਿ ਸੈਂਪਲ ਦੀ ਰਿਪੋਰਟ ਨੈਗੇਟਿਵ ਹੈ, ਪਰ ਉਹ ਸੈਂਪਲ ਜਦੋਂ ਅਸੀਂ ਦੁਬਾਰਾ ਕਰਦੇ ਹਾਂ ਪ੍ਰੋਪਰ ਸੈਂਪਲ ਲਿੱਤਾ ਜਾਂਦਾ ਸੈਂਪਲ ਪੋਜ਼ਿਟਿਵ ਆ ਜਾਂਦਾ। ਸੋ ਹਜੇ ਤੱਕ ਇਸ ਤਰ੍ਹਾਂ ਚੀਜ਼ ਦਾ ਕੋਈ ਲਿਟਰੇਚਰ ਨਹੀਂ ਹੈ ਕਿ ਹਾਂ ਵੀ ਆਰਟੀਪੀਸੀ ਤੇ ਤੁਹਾਡਾ ਟੈਸਟ ਪੋਜ਼ਿਟਿਵ ਹੈ, ਮਿਊਟੇਸ਼ਨ ਵੀ ਹੋਈ ਦੀ ਹੈ ਤੇ ਆਰਟੀਪੀਸੀਆਰ ਨੈਗੇਟਿਵ ਆਏਗਾ। राकेश जी कुछ चीज़ें मैं ऐड करना चाहना कि जो डॉक्टर साहब ने कहा कि कई बार टेस्टिंग प्रॉपर नहीं होती, कई बार 2 टेस्टां आ जाता है। दूसरा, जे पेशेंट सिम्पटोमैटिक है, सिम्पटोमैटिक मीनस कि जे पेशेंट नूं बुखार है, खांसी है, साह फुल रहा ਜਾਂ फेफड़े एक्सरे कुछ खराबी है, 95% तो ज़्यादा यदि सक्सैस रेट होंगी है पीसीआर की सिम्पटोमैटिक पेशेंट च। आम जिदा कॉमन आप पॉपूलेशन देखिए जिदा डॉक्टर महाजन ने दसिया कि वो 70% है। सो वो नैगेटिव आना फॉल्टी टेक्नीक इज़ वन ऑफ द वेरी इंपॉर्टेंट रीजन। दूसरा, जो तुम रिपीट करोगे तो यदि सक्सैस रेट जी हैगी 99% हो सकती है। सो जे किसी को क्लीनिकल ये लगता है ये बंदे नूं तां उन्होंने दोबारा टेस्ट करा लेना चाहिए जो अपने डॉक्टर नाल गल करनी चाहिए है। दूसरा, कई बार की होंदा कि पेशेंट नूं कोविड जिहड़ा हैगा 2-3 हफ्ते पहला होया होया तो उस तो बाद उन्होंने कोविड दी कॉम्प्लीकेशन लैके साडे कोल खांसी बुखार या एक्सरे खराब करके आंदा है, तो उहदे विच क्योंकि वो पोस्ट कोविड हो गया तो उहदे विच हो सकता है कि उन्होंने कोविड के जिहड़े सीक्वल ने वो तो मिलणगे पर वो टेस्ट नैगेटिव आ गया, तो इन्हां नूं असीं नॉन कोविड दे विच दाखल करते हैं तो उन्हों का ट्रीटमेंट जी पोस्ट कोविड दी कॉम्प्लीकेशनस ने उन्होंने वो जिद्दां डॉक्टर्स अपने साहबान ने उसनूं अपने बीमारी के हिसाब नाल उहदा इलाज करते हैं। सो आई एम श्योर कि तुहानूं बड़ा क्लीयर हो गया होएगा सवाल। एक सवाल मेरा होर हैगा ਤੁਹਾਡੇ ਦੋਨਾਂ ਚੋਂ ਕੋਈ ਵੀ ਦੇ ਸਕਦੇ ਨੇ ਕਿ ਜਦੋਂ ਕੋਵਿਡ ਪੇਸ਼ੈਂਟਸ ਨੂੰ ਆਪਾਂ ਹੋਮ ਆਈਸੋਲੇਸ਼ਨ ਕਰਦਾ ਹੈ ਨਾ ਤੇ ਉਹਨੂੰ ਆਪਾਂ ਉਸ ਤੋਂ ਬਾਅਦ ਕੀ ਪ੍ਰੋਸੈਸ ਹੈ ਕਿ ਉਹ ਕਿਦੋਂ ਘਰ ਤੋਂ ਬਾਹਰ ਜਾਵੇ, ਕਿਆ ਉਹਦੇ ਦੂਸਰੇ ਟੈਸਟ ਕਰਨ ਦੀ ਲੋੜ ਹੈ ਕਿ ਨਹੀਂ ਹੈ, ਮਤਲਬ ਉਹਦਾ ਤਾਂ ਕਿ ਕਲੈਰਿਟੀ ਹੋਵੇ ਲੋਕਾਂ ਨੂੰ, ਕਿਉਂਕਿ ਅਲੱਗ-ਅਲੱਗ ਧਾਰਨਾ ਨੇ। ਕੋਈ 10ਵੇਂ ਦਿਨ ਵੀ ਟੈਸਟ ਕਰਾ ਰਿਹਾ ਜੀ, ਕੋਈ 5ਵੇਂ ਦਿਨ ਲੱਗ ਜਾਂਦਾ ਟੈਸਟ ਕਰਾਉਣ, ਕੋਈ 14ਵੇਂ ਦਿਨ ਫੈਮਿਲੀ ਦਾ ਡਰ ਤੋਂ ਕਿ ਜੀ ਕਿਸੇ ਨੂੰ ਕੋਈ ਦਿੱਕਤ ਨਹੀਂ ਵੀ ਮੈਂ ਪੇਸ਼ੈਂਟ ਬਾਕੀ ਫੈਮਿਲੀ ਨੂੰ ਮਿਲਾਂ ਕਿ ਨਾ ਮਿਲਾਂ ਉਹ ਟੈਸਟ ਕਰਾਉਂਦਾ। ਸੋ ਗੌਰਮੈਂਟ ਦੀਆਂ ਗਾਈਡਲਾਈਨਸ ਕੀ ਹੈ ਔਰ ਉਸ ਤੋਂ ਬਾਅਦ ਮਹਾਜਨ ਸਾਹਿਬ ਦੱਸਣਗੇ ਪ੍ਰੈਕਟੀਕਲ ਕੀ ਕਰਨਾ ਚਾਹੀਦਾ। ਪੰਜਾਬ ਸਰਕਾਰ ਦੀ ਜਿਹੜੀ ਡਾਕਟਰੀ ਮਾਹਿਰਾਂ ਨਾਲ ਗੱਲ ਤੋਂ ਬਾਅਦ ਜਿਹੜੀ ਗਾਈਡਲਾਈਨਸ ਬਣਾਈ ਗਈ ਉਹ ਇਸ ਤਰ੍ਹਾਂ ਨੇ ਕਿ ਜੇ ਕੋਈ ਵੀ ਪੇਸ਼ੈਂਟ ਜਿੱਦਣ ਤੋਂ ਪੋਜ਼ਿਟਿਵ ਹੁੰਦਾ ਉਹ ਤੋਂ 17ਵੇਂ ਦਿਨ ਉਹ ਹੋਮ ਆਈਸੋਲੇਸ਼ਨ ਤੋਂ ਬਾਹਰ ਆ ਸਕਦਾ ਬਸ਼ਰਤੇ ਕਿ ਪਿਛਲੇ 10 ਦਿਨ ਉਹਨੂੰ ਬੁਖਾਰ ਜਾਂ ਕੋਈ ਸਿੰਪਟਮ ਨਾ ਆਇਆ ਹੋ। ਇਹਦਾ ਮਤਲਬ ਇਹ ਕਿ 17 ਦਿਨ ਉਹਨੂੰ ਹੋ ਜਾਣ ਪਰ ਪਿਛਲੇ 10 ਦਿਨਾਂ 'ਚ ਉਹਨੂੰ ਬੁਖਾਰ ਦੇ ਸਿੰਪਟਮ ਨਾ ਹੋ। ਓਕੇ, ਸੋ ਇਹਦਾ ਮਤਲਬ ਹੋਮ ਆਈਸੋਲੇਟਡ ਤੋਂ ਫ੍ਰੀ ਮੰਗਦੇ। तो अरुण जी ਤੁਹਾਨੂੰ ਗੱਲ ਕਲੀਅਰ ਹੋ ਗਈ ਹੋਗੀ ਸ਼ਰਮਾ ਜੀ ਕਿ ਇਹ ਜਿਹੜੇ ਪੇਸ਼ੈਂਟ ਏਸਿਮਟੋਮੈਟਿਕ ਹੋ ਜਾਂਦੇ ਆ ਉਹਨਾਂ ਨੂੰ ਇਹ 10 ਦਿਨ ਦਾ ਜਿਹੜਾ ਵਕਫਾ ਉਹਨੂੰ ਕਰਨ ਤੇ ਉਸ ਤੋਂ ਬਾਅਦ ਟੋਟਲ 17 ਡੇਜ਼। ਸੋ ਇਟ ਮੀਨਸ ਕਿ ਵੀ ਡੋਂਟ ਨੀਡ ਅ ਰਿਪੀਟ ਟੈਸਟ, ਹੈ ਨਾ। ਇਟ ਇਜ਼ ਟੋਟਲ ਵੇਸਟੇਜ ਆਫ ਰਿਸੋਰਸਿਸ ਔਰ ਕਿਸੇ ਵੀ ਗਾਈਡਲਾਈਨ। ਸੋ ਇਸ ਕਰਕੇ ਜਦੋਂ ਉਹਨਾਂ ਨੂੰ ਖਤਰਾ ਹੀ ਨਹੀਂ ਤਾਂ ਫਿਰ ਟੈਸਟ ਕਰਾਉਣ ਦਾ ਫਾਇਦਾ ਕਿਆ, ਇਟਸ ਅ ਵੇਸਟੇਜ, ਹੈ ਨਾ ਜੀ। ਸੋ ਅਰੁਣ ਸਰ ਤੁਹਾਨੂੰ ਇਹ ਗੱਲ ਤੁਹਾਡੀ ਕਲੀਅਰ ਹੋ ਗਈ ਹੋਏਗੀ। ਦੂਸਰਾ ਡਾਕਟਰ ਮਹਾਜਨ ਅੱਜ ਕੱਲ੍ਹ ਨਾ 2 ਬੜੀਆਂ ਪ੍ਰੋਬਲਮਾਂ ਹੋ ਰੱਖੀਆਂ ਨੇ। ਇੱਕ ਤਾਂ ਪ੍ਰੋਬਲਮ ਇਹ ਹੋਈ ਹੈ ਕਿ ਆਪਾਂ ਨੂੰ ਜਿਹੜੇ ਕੁਝ ਮੈਡੀਸਨਸ ਨੇ ਜਿੱਦਾਂ ਤੁਸੀਂ ਸੁਣਿਆ ਖੈਰ ਤੁਸੀਂ ਤਾਂ ਯੂਜ਼ ਹੀ ਕਰਦੇ ਹੋ ਕਿ ਜਿੱਦਾਂ ਰੈਮਡੇਸਿਵਿਰ, ਜਿਹੜਾ ਬੰਦਾ ਕਹਿੰਦਾ ਡਾਕਟਰ ਸਾਹਿਬ ਰੈਮਡੇਸਿਵਿਰ ਹੈਗਾ ਮੈਨੂੰ ਉਹ ਡਾਕਟਰ ਨੇ ਪਰਚੀ ਦੇ ਕੇ ਭੇਜਤਾ, ਮੈਨੂੰ ਇੱਕ ਹੋਰ ਡਰੱਗ ਹੈ ਟੋਸੀਜ਼ਾਮੈਬ ਕੁਛ ਹੈਗਾ ਮਹਿੰਗਾ ਇੰਜੈਕਸ਼ਨ ਹੈਗਾ ਮੈਨੂੰ ਉਹ ਲੈ ਕੇ ਭੇਜਤਾ ਕਿ ਇਹ ਲਾਈਫ ਬਚ ਜਾਏਗੀ। ਮੇਰੇ 2 ਸਵਾਲ ਨੇ ਕਿ ਇਹ ਕਿਆ ਲਾਈਫ ਸੇਵਿੰਗ ਡਰੱਗਸ ਨੇ, ਨੰਬਰ 1 ਇਹਦਾ ਕਿੰਨਾ ਫਾਇਦਾ ਹੈਗਾ, ਕਿੰਨੇ % ਪੇਸ਼ੈਂਟਾਂ ਨੂੰ ਇਹਦੀ ਲੋੜ ਹੈ। ਤੀਸਰਾ ਕਿਆ ਇਹਦੇ ਕੋਈ ਆਲਟਰਨੇਟਿਵ ਹੈ ਜੋ ਪੰਜਾਬ ਗੌਰਮੈਂਟ ਨੇ ਇਹਦਾ ਕੋਈ ਆਲਟਰਨੇਟਿਵ ਦੱਸਿਆ ਹੋਵੇ ਤਾਂ ਕਿ ਜਿਹੜੀ ਕਨਫਿਊਜ਼ਨ ਹੈ ਅਸੀਂ ਦਰਸ਼ਕਾਂ ਨੂੰ ਤਾਂ ਦੱਸ ਰਹੇ ਹਾਂ ਕਈ ਵਾਰ ਪੇਸ਼ੈਂਟ ਦਾ ਰਿਸ਼ਤੇਦਾਰ ਇੰਨਾ ਜ਼ਿਆਦਾ ਸਾਡੇ ਡਾਕਟਰਸ ਕਲੀਗਸ ਦੀ ਵੀ ਕੁਛ ਲੋਕਾਂ ਦੀ ਹੋ ਸਕਦਾ ਗਲਤੀ ਹੋਵੇ ਜਾਂ ਇਮੋਸ਼ਨਲੀ ਇਨਵੋਲਵ ਹੁੰਦੇ ਉਹ ਪੇਸ਼ੈਂਟ 'ਚੋਂ ਕਹਿੰਦੇ ਕਿ ਜੀ ਇਹ ਇੰਜੈਕਸ਼ਨ ਲੈ ਕੇ ਆਓ ਤੇ ਉਹ ਉਨਾ ਹੀ ਇਮੋਸ਼ਨਲੀ ਇਨਵੋਲਵ ਪੇਸ਼ੈਂਟ ਦਾ ਰਿਲੇਟਿਵ ਹੋ ਜਾਂਦਾ ਉਹ ਜਗ੍ਹਾ ਤੋਂ ਫੋਨ ਕੱਢਣ ਲੱਗ ਜਾਂਦੇ ਨੇ ਤੇ ਇਹਦੇ ਨਾਲ ਕਾਲਾਬਾਜ਼ਾਰੀ ਵੀ ਹੁੰਦੀ ਹੈ। ਪਰ ਜਿੰਨਾ ਕਿ ਮੈਨੂੰ ਆਈਡੀਆ ਪੰਜਾਬ ਐਕਸਪਰਟ ਗਰੁੱਪ ਨੇ ਇਹਦੇ ਆਲਟਰਨੇਟਿਵ ਦਿੱਤੇ ਨੇ ਜਿਹੜੇ ਕਿ ਬਹੁਤ ਕਾਸਟ ਇਫੈਕਟਿਵ ਨੇ। ਉਹ ਕੀ ਚੀਜ਼ਾਂ ਨੇ ਇਹਦੇ ਬਾਰੇ ਡਾਕਟਰ ਮਹਾਜਨ ਤੁਸੀਂ ਪਲੀਜ਼ ਵਿਸਤਾਰਪੂਰਵਕ ਦੱਸੋ।
ਜਿਹੜਾ ਪਹਿਲੀ ਮੈਂ ਡਰੱਗ ਤੇ ਆਵਾਂਗਾ ਕਿ ਜਿਹੜੇ ਟ੍ਰੀਟਮੈਂਟ ਪਲਾਨ ਮੋਡਰੇਟ ਕੇਸਿਸ ਦੇ ਵਿੱਚ ਹੈਗਾ, ਅਸੀਂ ਉਹਦੇ 'ਚ ਕਹਿੰਦੇ ਹਾਂ ਕਿ ਜਿਹੜੀਆਂ ਦਵਾਈਆਂ ਬਹੁਤ ਜ਼ਰੂਰੀ ਚਾਹੀਦੀਆਂ ਉਹ ਹੈਗਾ ਕਿ ਲੋ ਮੋਲੀਕੂਲਰ ਵੇਟ ਹੈਪਰਿਨ, ਜਿਹੜੀ ਖੂਨ ਪਤਲਾ ਕਰਨ ਵਾਲੀ ਦਵਾਈ ਹੈ, ਕਿਉਂਕਿ ਇਹਦੇ 'ਚ ਖੂਨ ਦੇ ਕੱਤੇ ਜੰਮ ਜਾਂਦੇ। ਤੇ ਦੂਸਰੀ ਚੀਜ਼ ਹੈਗੀ ਸਟੀਰੋਇਡਸ, ਕਿ ਜਦੋਂ ਵੀ ਕਿਸੇ ਦੀ ਆਕਸੀਜਨ ਦੀ ਘਾਟ ਹੁੰਦੀ ਹੈ ਉਹਦੇ 'ਚ ਪੇਸ਼ੈਂਟਸ ਨੂੰ ਹਸਪੀਟਲਾਈਜ਼ ਵਿੱਚ ਅੰਡਰ ਮੈਡੀਕਲ ਸੁਪਰਵੀਜ਼ਨ ਸਟੀਰੋਇਡ ਇੰਜੈਕਸ਼ਨਸ ਲਗਾਉਂਦੇ ਆ। ਜਿਹੜੀ ਰਮਡੈਸਾਵੀਰ ਦੀ ਗੱਲ ਕਰੀਏ, ਰਮਡੈਸਾਵੀਰ ਇੱਕ ਐਂਟੀਵਾਇਰਲ ਡਰੱਗ ਸੀ ਜਿਹੜੀ ਏਬੋਲਾ ਵਾਸਤੇ ਯੂਜ਼ ਕਰਨੀ ਸ਼ੁਰੂ ਹੋਈ ਸੀ ਪਹਿਲੇ। ਰਮਡੈਸਾਵੀਰ ਦਾ ਜਿੰਨਾ ਵੀ ਲਿਟਰੇਚਰ ਆਇਆ ਕਿ ਰਮਡੈਸਾਵੀਰ ਨੂੰ ਜਿਹੜੇ ਮਰੀਜ਼ਾਂ ਨੂੰ ਨਾਲ ਅੰਡਰਲਾਈਨ ਕੋਮੋਰਬਿਡ ਇਲਨੈਸ ਹੈਗੀ ਹੈ, ਜੇ ਤੁਸੀਂ ਉਹਨਾਂ 'ਚ ਯੂਜ਼ ਕਰਦੇ ਹੋ ਤੇ ਅਰਲੀ ਸਟੇਜ 'ਚ ਪਹਿਲੇ ਹਫਤੇ ਦੇ ਵਿੱਚ ਯੂਜ਼ ਕਰੋ ਤੇ ਤਾਂ ਉਹਦਾ ਕੋਈ ਫਾਇਦਾ ਦਿਖਿਆ ਗਿਆ ਕੁਝ ਪਰਸੈਂਟੇਜ ਪੇਸ਼ੈਂਟ ਦੇ ਵਿੱਚ। ਤੇ ਜੇ ਤੁਸੀਂ ਲੇਟ ਯੂਜ਼ ਕਰਦੇ ਹੋ, ਜੇ ਮਰੀਜ਼ ਨੂੰ 7 ਦਿਨ ਤੋਂ ਉੱਪਰ ਸਿੰਪਟਮਸ ਹੋਣਗੇ ਤੇ ਉਹਦੇ ਵਿੱਚ ਕੋਈ ਫਾਇਦਾ ਨਹੀਂ ਹੈ। ਤੀਸਰੀ ਚੀਜ਼ ਤੁਸੀਂ ਕਹੀ ਸੀ ਟੋਸਿਲੀਜ਼ੀਮੈਬ। ਟੋਸਿਲੀਜ਼ੀਮੈਬ ਇੱਕ ਸਭ ਨੇ ਪੜ੍ਹਿਆ ਹੋਏਗਾ ਕਿ ਅੱਜ ਕੱਲ੍ਹ ਸਾਈਟੋਕਾਈਨ ਸਟਰੋਮ ਸਿੰਡਰੋਮ ਗਿਣਿਆ ਜਾਂਦਾ ਸੀ। ਅਸੀਂ ਇਹ ਡਰੱਗ ਪਹਿਲੇ ਫਸਟ ਵੇਵ ਵਾਲੇ ਵੀ ਬਹੁਤ ਯੂਜ਼ ਕੀਤੀ ਸੀ, ਫਿਰ ਇਹਦੇ ਨੈਗੇਟਿਵ ਰਿਜ਼ਲਟਸ ਆ ਗਏ ਸੀ ਕਿਉਂਕਿ ਇਹ ਤੁਹਾਡੀ ਆਪਣੀ ਬਾਡੀ ਦੀ ਇਮਿਊਨਿਟੀ ਨੂੰ ਖਤਮ ਕਰ ਦਿੰਦੀ ਹੈ, ਜਿਹਦੇ ਕਰਕੇ ਕਿ ਇਨਫੈਕਸ਼ਨਸ ਤੇ ਸਾਰਾ ਕੁਝ ਬਹੁਤ ਵੱਧ ਜਾਂਦਾ ਸੀਗਾ। ਸੋ ਉਸ ਤੋਂ ਬਾਅਦ ਅਸੀਂ ਇਹਨੂੰ ਯੂਜ਼ ਕਰਨਾ ਬੰਦ ਕਰਤਾ ਸੀਗਾ। ਸੋ ਉਸ ਤੋਂ ਬਾਅਦ ਜਿਹੜੀ ਹੁਣ ਅਸੀਂ ਯੂਜ਼ ਕਰਨੀ ਸ਼ੁਰੂ ਕੀਤੀ ਸੀ ਕਿ ਜੇ ਅਰਲੀ ਸਟੇਜ ਤੇ ਟੋਸਿਲੀਜ਼ੀਮੈਬ ਮਿਲ ਜੇ ਤੇ ਉਹਦਾ ਥੋੜ੍ਹਾ ਬਹੁਤਾ ਸਾਈਟੋਕਾਈਨ ਸਟਰੋਮ ਸਿੰਡਰੋਮ ਨੂੰ ਕੰਟਰੋਲ ਕਰਨ ਵਾਸਤੇ ਫਾਇਦਾ ਹੁੰਦਾ। ਬਟ ਕਿਉਂਕਿ ਇਹ ਡਰੱਗ ਹੁਣ ਅਵੇਲੇਬਲ ਨਹੀਂ ਹੈ, ਉਸ ਕਰਕੇ ਪੰਜਾਬ ਗੌਰਮੈਂਟ ਨੇ ਤੇ ICMR ਨੇ ਨਵੀਆਂ ਗਾਈਡਲਾਈਨਸ ਡੈਕਸਾਮੀਥਾਸੋਨ 20 ਮਿਲੀਗ੍ਰਾਮ ਅਸੀਂ ਰੋਜ਼ ਦੀ 3 ਦਿਨ ਵਾਸਤੇ ਦੇ ਸਕਦੇ ਹਾਂ, ਜਿਹੜੀ ਕਿ ਆਲਮੋਸਟ 15 ਤੋਂ 20 ਰੁਪਏ ਦੀ ਦਵਾਈ ਹੈ ਸਿਰਫ, ਕਿ ਉਹਦਾ ਵੀ ਉਨਾ ਹੀ ਇਫੈਕਟ ਆ ਜਾਂਦਾ ਹੈ ਕਿ ਜਿਹੜੇ ਅਸੀਂ ਪੇਸ਼ੈਂਟ 'ਚ ਯੂਜ਼ ਕਰਨਾ ਚਾਹੁੰਦੇ ਹਾਂ। ਬਹੁਤ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਕਿ ਅੱਜ ਕੱਲ੍ਹ ਦੇ ਦੌਰ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੁਹਾਨੂੰ ਵੀ ਸਰ ਫੋਨ ਲਾਉਂਦੇ ਹੋਣੇ, ਤੁਹਾਨੂੰ ਸਾਰਿਆਂ ਨੂੰ ਲੋਕਾਂ ਨੂੰ ਫੋਨ ਆਉਂਦੇ ਨੇ, ਇਹ ਨਹੀਂ ਮਿਲੀ। ਸੋ ਦੋਸਤੋ, ਪਹਿਲੀ ਗੱਲ ਹੈ ਕਿ ਜਿਹੜੇ ਕੋਵਿਡ ਦੇ ਮੋਡਰੇਟ ਡਿਜ਼ੀਜ਼ ਹੈ ਉਹਨਾਂ ਵਿੱਚ ਬਹੁਤ ਘੱਟ ਪਰਸੈਂਟੇਜ ਨੂੰ ਇਹ ਡਰੱਗ ਇੰਡੀਕੇਟਰ ਹੈ, ਔਰ ਜ਼ਿਆਦਾਤਰ ਹੁਣ ਪੰਜਾਬ ਗੌਰਮੈਂਟ ਨੇ ਤੇ ਪ੍ਰਸ਼ਾਸਨ ਨੇ ਬਾਕੀ ਜਗ੍ਹਾ ਦੇ ਹਸਪੀਟਲ 'ਚ ਇਹ ਅਵੇਲੇਬਲ ਕਰਾਤੀ ਹੈ ਪਿਛਲੇ 1-2 ਦਿਨ 'ਚ। ਪਰੰਤੂ ਅਗਰ ਆਪਾਂ ਅਨਨੈਸੈਸਰੀਲੀ ਇਹਨੂੰ ਕੋਈ ਵੀ ਚੀਜ਼ ਹੈ ਜਿਹਦੀ ਉਨੀ ਲੋੜ ਹੀ ਨਹੀਂ ਤੇ ਉਹਨੂੰ ਓਵਰ ਯੂਜ਼ ਹੋਏਗੀ ਤਾਂ ਨੈਚੁਰਲੀ ਉਹਦੀ ਘਾਟ ਹੋ ਜਾਏਗੀ ਤੇ ਕਾਲਾ ਬਾਜ਼ਾਰੀ ਵਾਲੇ, ਚੋਰ ਬਾਜ਼ਾਰੀ ਵਾਲੇ ਇਹਦਾ ਫਾਇਦਾ ਉਠਾਉਂਦੇ ਨੇ। ਪਰ ਅਸੀਂ ਤੁਹਾਨੂੰ ਅੱਜ ਡਾਕਟਰ ਸਾਹਿਬ ਦੇ ਥਰੂ ਤੁਹਾਨੂੰ ਇੰਪਾਵਰਡ ਕਰ ਰਹੇ ਹਾਂ ਕਿ ਤੁਹਾਨੂੰ ਵੀ ਇਹ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ। ਅਸੀਂ ਸੋਚਿਆ ਤੁਹਾਨੂੰ ਨੌਲੇਜ ਹੋਏਗੀ ਤਾਂ ਈਵਨ ਯੂ ਕੈਨ ਕੁਐਸਚਨ, ਯੂ ਹੈਵ ਦ ਰਾਈਟ ਟੂ ਕੁਐਸਚਨ ਆਲ ਆਫ ਅਸ ਕਿ ਇਹ ਡਰੱਗ ਦੀ ਕਿਉਂ ਜ਼ਰੂਰਤ ਹੈ। ਜਿਹੜੀ ਇੱਕ ਹੋਰ ਮਹਿੰਗਾ ਇੰਜੈਕਸ਼ਨ ਡਾਕਟਰ ਸਾਹਿਬ ਨੇ ਦੱਸਿਆ, ਉਹਦੇ ਆਲਟਰਨੇਟਿਵਸ ਪੰਜਾਬ ਗੌਰਮੈਂਟ ਨੇ ਬੜੇ ਕਲੀਅਰ ਕੱਟ ਸ਼ਬਦਾਂ ਵਿੱਚ ਸਾਰੇ ਡਾਕਟਰਸ ਵਾਸਤੇ ਰਿਲੇ ਕੀਤੇ ਨੇ ਕਿ ਅਗਰ ਇਹ ਦਵਾਈ ਨਹੀਂ ਮਿਲ ਰਹੀ ਤਾਂ 1 ਨੰਬਰ ਇੱਕ ਦਵਾਈ ਹੈ, ਉਸ ਤੋਂ ਬਾਅਦ ਦੂਜੇ ਨੰਬਰ ਦੀ ਲਿਖੀ ਹੈ, ਫਿਰ ਤੀਜੇ ਨੰਬਰ ਦੀ ਹੈ, ਔਰ ਤੀਸਰੇ ਨੰਬਰ ਦੀ ਜਿਹੜੀ ਦਵਾਈ ਹੈ, ਮੰਨ ਲਓ ਪਹਿਲੀਆਂ 2 ਨਹੀਂ ਮਿਲ ਰਹੀਆਂ, ਉਹ ਈਜ਼ੀਲੀ ਅਵੇਲੇਬਲ ਹੈ, ਬਲਕਿ ਸਰਕਾਰੀ ਹਸਪਤਾਲਾਂ ਵਿੱਚ ਤੇ ਬਾਕੀ ਜਗ੍ਹਾ 'ਤੇ ਉਹ ਫ੍ਰੀ ਮਿਲ ਰਹੀ ਹੈ। ਸੋ ਇਹ ਬਾਰੇ, ਇਸ ਚੀਜ਼ ਬਾਰੇ ਤੁਹਾਨੂੰ ਬੜਾ ਕਲੀਅਰ ਹੋ ਜਾਣਾ ਚਾਹੀਦਾ। ਇੱਕ ਕੁਐਸਚਨ ਦਾ ਜਵਾਬ ਮੈਂ ਵੀ ਦੇ ਸਕਦਾ ਜੇ ਤੁਸੀਂ ਮੈਨੂੰ ਅਲਾਓ ਕਰੋ। ਰੀਚਾ ਜੀ ਪੁੱਛ ਰਹੇ ਨੇ ਕਿ ਰੀਚਾ ਗੁਲਾਟੀ ਆਪਣੇ ਕਿ ਬਲੱਡ ਥਿਨਰਸ ਕੋਵਿਡ-19 'ਚ ਕਿਦੋਂ ਲੋੜ ਪੈਂਦੀ ਹੈ। ਰੀਚਾ ਜੀ ਦੇਖੋ, ਜਿਹੜੇ ਮਾਈਲਡ ਡਿਜ਼ੀਜ਼ ਅਸੀਂ ਤੁਹਾਡੇ ਨਾਲ ਡਿਸਕਸ ਕੀਤਾ ਹੈ, ਜਿਹਦੇ ਏਸਿਮਟੋਮੈਟਿਕ ਹੈ ਜਾਂ ਥੋੜ੍ਹਾ ਜਿਹਾ ਹੈ, ਸੈਚੂਰੇਸ਼ਨ ਨਾਰਮਲ ਹੈ, ਉਹਦੇ ਵਿੱਚ ਜੇ ਪੇਸ਼ੈਂਟ ਹਾਰਟ ਦੀ ਬਿਮਾਰੀ ਕਰਕੇ ਮਾਈਲਡ ਬਲੱਡ ਥਿਨਰ ਲੈ ਰਿਹਾ, ਉਹਨੂੰ ਕੰਟੀਨਿਊ ਕਰਨੇ ਚਾਹੀਦੇ, ਉਹਨੂੰ ਬੰਦ ਨਹੀਂ ਕਰਨੇ ਚਾਹੀਦੇ। ਬਟ ਬਾਕੀ ਲੋਕਾਂ ਨੂੰ ਉਹ ਦਵਾਈ ਦੀ ਕੋਈ ਜ਼ਰੂਰਤ ਨਹੀਂ, ਨਾ ਉਹ ਸ਼ੁਰੂ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਆ ਜਾਂਦੇ ਜਿਹੜੇ ਪੇਸ਼ੈਂਟ ਹਸਪੀਟਲਾਈਜ਼ਡ ਹੁੰਦੇ ਨੇ, ਉਹ 2 ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਮੋਡਰੇਟ ਡਿਜ਼ੀਜ਼ ਵਾਲੇ, ਇੱਕ ਸਵੀਅਰ ਕੈਟੇਗਰੀ ਵਾਲੇ। ਦੋਨਾਂ ਕੇਸਾਂ ਦੇ ਵਿੱਚ ਅੱਜ ਕੱਲ੍ਹ ਅਸੀਂ ਬਲੱਡ ਥਿਨਰ ਐਡਵਾਈਸ ਕਰਦੇ ਹਾਂ, ਪਰ ਲਿਮਟਿਡ ਡੋਜ਼ ਦੇ ਵਿੱਚ। ਜ਼ਿਆਦਾਤਰ ਅਸੀਂ ਜਿਹੜਾ ਖੂਨ ਪਤਲੇ ਦਾ ਇੰਜੈਕਸ਼ਨ ਹੈ ਪੇਟ 'ਚ ਲਗਵਾਉਂਦੇ ਹਾਂ, ਜੇ ਕੋਈ ਕਾਉਂਟਰ ਇੰਡੀਕੇਸ਼ਨ ਨਹੀਂ ਹੁੰਦੀ, ਉਹ ਤੁਹਾਡੇ ਡਾਕਟਰ ਦਾ ਡਿਸੀਜਨ ਹੁੰਦਾ, ਉਹਦੇ ਵਿੱਚ ਇਹ ਯੂਜ਼ਫੁਲ ਹੈ। ਕੁਝ ਕੇਸਿਸ ਨੇ ਜਿਹਦੇ ਵਿੱਚ ਇਹ ਜ਼ਿਆਦਾ ਸਟਰੋਂਗ ਦੇਣੇ ਪੈਂਦੇ ਆ, ਉਹ ਹੁੰਦਾ ਜਿੱਦਾਂ ਪੈਰ ਦੇ ਵਿੱਚ ਕੋਈ ਕਲੌਟ ਜੰਮ ਗਿਆ, ਕਰੋਨਾ ਕਰਕੇ ਕਈ ਵਾਰ ਲੰਗਸ ਦੇ ਵਿੱਚ ਕਲੌਟ ਆ ਜਾਂਦਾ, ਜਿਹਨੂੰ ਪਲਮੋਨਰੀ ਐਂਬੋਲਿਜ਼ਮ ਕਹਿੰਦੇ ਆ, ਐਸੋਸੀਏਟਡ ਹਾਰਟ ਦੇ ਵਿੱਚ ਕਲੌਟ ਆ ਗਿਆ। ਉਹਨਾਂ ਕੰਡੀਸ਼ਨ ਦੇ ਵਿੱਚ ਅਸੀਂ ਕਹਿੰਦੇ ਕਿ ਬਲੱਡ ਥਿਨਰ ਦੀ ਡੋਜ਼ ਜ਼ਿਆਦਾ ਦਿਓ। ਤੇ ਇਹਨਾਂ ਵਾਲੇ ਪੇਸ਼ੈਂਟਸ ਨੂੰ ਅਸੀਂ ਕਹਿੰਦੇ ਕਿ ਜਦੋਂ ਪੇਸ਼ੈਂਟ ਡਿਸਚਾਰਜ ਹੋ ਜਾਂਦਾ ਉਦੋਂ ਫੋਲੋਅਪ ਤੇ ਉਹ ਬਿਮਾਰੀ ਦੇ ਹਿਸਾਬ ਨਾਲ ਡਾਕਟਰ ਡਿਸਾਈਡ ਕਰਦਾ ਕਿ ਉਹ 4 ਹਫ਼ਤੇ ਦਵਾਈ ਦੇਗਾ ਕਿ 3 ਹਫ਼ਤੇ ਦੇਗਾ। ਸੋ ਬਲੱਡ ਥਿਨਰ ਦਾ ਆਪਣਾ ਰੋਲ ਹੈ, ਪਰ ਇਹ ਮੋਡਰੇਟ ਤੇ ਸਵੀਅਰ ਡਿਜ਼ੀਜ਼ 'ਚ ਹੈ। ਹੋ ਸਕਦਾ ਮੈਨੂੰ ਸ਼ੋਰ ਹੈ ਕਿ ਤੁਹਾਨੂੰ ਇਹ ਚੀਜ਼ ਕਲੀਅਰ ਹੋਗੀ, ਜੇ ਨਹੀਂ ਹੋਈ ਤਾਂ ਤੁਸੀਂ ਦੁਬਾਰਾ ਸਾਨੂੰ ਕੁਐਸਚਨ ਪੁੱਛ ਸਕਦੇ ਹੋ। ਇੱਕ ਕੁਐਸਚਨ ਓਕੇ, ਇਹ ਤਾਂ ਤੁਹਾਡੇ ਵਾਸਤੇ ਆਇਆ ਸੀਗਾ ਸਰ। ਉੱਥੇ ਆਈ ਥਿੰਕ ਆਲਰੇਡੀ ਹੈਲਪਲਾਈਨ ਵਾਸਤੇ ਲੋਕ ਬਾਰ-ਬਾਰ ਕਹਿ ਰਹੇ ਨੇ ਕਿ ਹਰ ਇੱਕ ਜਗ੍ਹਾ 'ਤੇ ਤੁਸੀਂ ਜਿਹੜੀ ਸਤਨਾਮ ਸਿੰਘ ਸਰ ਕਹਿ ਰਹੇ ਨੇ ਕਿ ਹੈਲਪਲਾਈਨ ਨੂੰ ਜਿੰਨਾ ਤੁਸੀਂ ਪ੍ਰੋਪੇਗੇਟ ਕਰੋਗੇ ਉਹਨਾਂ ਸਾਰਿਆਂ ਲਈ ਬੈਟਰ ਹੈ। ਸੋ ਪਲੀਜ਼ ਇਹ ਮੇਰੀ ਰਿਕੁਐਸਟ ਮੇਰੇ ਵੱਲੋਂ ਵੀ ਹੈ ਕਿ ਤੁਸੀਂ ਉਹਨੂੰ ਜ਼ਰੂਰ ਕਰੋ। ਇੱਕ ਕੁਐਸਚਨ ਮੈਂ ਤੁਹਾਨੂੰ ਭੇਜਿਆ ਸੀਗਾ ਮਿਸਟਰ ਹਾਂਜੀ, ਇਹ ਕੁਐਸਚਨ ਆਈ ਥਿੰਕ ਆਪਾਂ ਪਹਿਲਾਂ ਇਨਫੋਰਮਲ ਡਿਸਕਸ ਕਰ ਹੀ ਰਹੇ ਸੀਗੇ ਸਰ ਕਿ ਜਿਹੜੀ ਉਹ 'ਚ ਬੈੱਡ ਦੀ ਜਿਹੜੀ ਤੁਹਾਡੀ ਆਪਣੀ ਐਪ ਹੈ ਉਹਦੇ ਵਿੱਚ ਕੁਛ ਆਲਮੋਸਟ ਕੁਛ ਉਹਦੇ ਵਿੱਚ ਰਹਿੰਦਾ, ਕੁਛ ਗੈਪ ਰਹਿੰਦਾ ਨੰਬਰਸ ਦਾ ਅਤੇ ਅਵੇਲੇਬਿਲਿਟੀ ਦਾ। ਉਹਨੂੰ ਆਪਾਂ ਕਿੱਦਾਂ ਰੈਕਟੀਫਾਈ ਕਰੀਏ? ਇਹਦੇ ਵਾਸਤੇ ਵੀ ਕੋਈ ਹੈਲਪਲਾਈਨ ਨੰਬਰ ਹੈਗਾ?
ਜੇ ਹੈਗਾ ਤਾਂ ਉਹ ਕਿੱਥੇ ਅਪਰੋਚ ਕਰੇ? ਮੈਂ ਇਹਦਾ ਹੈਲਪਲਾਈਨ ਨੰਬਰ ਵੀ ਤੁਹਾਨੂੰ ਦੱਸ ਦਿੰਦਾ ਕਿ ਬੈਡਸ ਲਈ ਵੀ ਸਾਡੇ ਕੋਲ ਇੱਕ ਜਨਰਲ ਹੈਲਪਲਾਈਨ ਨੰਬਰ ਹੈਗਾ। ਆਈ ਹੈਵ ਅ ਡਿਟੇਲ। ਬੈਡਸ ਦਾ ਇਦਾਂ ਹੈ ਕਿ ਜਿਹੜੀ ਇਹ ਐਪ ਹੈ, ਇੱਕ ਮਿੰਟ ਮੈਂ ਇੱਕ ਨੰਬਰ ਦੇ ਦਾਂ ਪਹਿਲਾਂ। ਇਹਦੇ ਲਈ ਇੱਕ ਨੰਬਰ ਹੈ 6284 912553 6284 912553। ਹੁਣ ਜਿਹੜਾ ਇਹ ਗੈਪ ਹੈ ਡਾਕਟਰ ਸਾਹਿਬ, ਮੈਂ ਦੇਖ ਲੈਣਾ, ਮੇਰੇ ਹਿਸਾਬ ਨਾਲ ਹੋਣਾ ਨਹੀਂ ਚਾਹੀਦਾ, ਬਟ ਜੇ ਹੋਏਗਾ ਤਾਂ ਆਪਾਂ ਸ਼ਾਮ ਤੱਕ ਇਹਨੂੰ ਠੀਕ ਕਰਵਾ ਓਕੇ ਸਰ, ਵੈਸੇ ਜਿੰਨਾ ਕੁ ਮੈਨੂੰ ਫੀਡਬੈਕ ਹੈ ਮੈਂ ਵੀ ਆਪਣਾ ਥੋੜਾ ਜਿਹਾ ਦੱਸ ਸਕਦਾ, ਕਿਉਂਕਿ 1 ਸਾਲ ਮੈਂ ਵੀ ਤੁਹਾਡੇ ਨਾਲ ਹੀ ਕੰਮ ਕਰ ਰਿਹਾ ਸੀ। ਦਰਸ਼ਕਾਂ ਨੂੰ ਮੈਂ ਇੱਕ ਚੀਜ਼ ਦੱਸਾਂਗਾ ਕਿ ਇਸ ਐਪ ਦੇ ਵਿੱਚ 2 ਚੀਜ਼ਾਂ ਨੇ। ਇੱਕ ਹੈ ICU ਬੈਡਸ ਵਿਦ ਵੈਂਟੀਲੇਟਰ, ਇੱਕ ਹੈ ICU ਬੈਡਸ ਵਿਦਆਊਟ ਵੈਂਟੀਲੇਟਰ। ਕਹਿਣ ਦਾ ਭਾਵ ਹੈ ਕਿ ਓਵਰਆਲ ਅਸੀਂ ਇਹ ਦੱਸਦੇ ਹਾਂ ਕਿ ICU ਬੈੱਡ ਕਿੰਨੇ ਹੈਗੇ ਨੇ, ਔਰ ICU ਤਾਂ ਫਿਕਸ ਬੈਡਸ ਹੁੰਦੇ ਨੇ। ਮੰਨ ਲਓ ਕਿਸੇ ਕੋਲੇ 100 ਬੈੱਡ ICU ਦਾ ਹੈ, ਉਹਦੇ ਵਿੱਚੋਂ 30 ਬੈੱਡ ਹੈਗੇ ਨੇ ICU ਬੈਡਸ ਵਿਦ ਵੈਂਟੀਲੇਟਰ, ਠੀਕ ਹੈ ਨਾ ਸਰ। ਕਈ ਵਾਰ ਕੀ ਹੁੰਦਾ ਕਿ ਵੈਂਟੀਲੇਟਰ ਦੀ ਲੋੜ ਅਸੀਂ ਦੇਖੀਏ ਸੈਕਿੰਡ ਵੇਵ 'ਚ ਓਵਰਆਲ ਘੱਟ ਹੈ, ਪਰ ਉਸ ਨੂੰ ICU ਦੀ ਰਿਕੁਆਇਰਮੈਂਟ ਜ਼ਿਆਦਾ ਹੈ, ਤਾਂ ਓਵਰਆਲ ਤਾਂ 100 ਪੇਸ਼ੈਂਟ ਹੀ ਹੋਇਆ। ਪਰ ਜਦੋਂ ਤੁਸੀਂ ਐਪ 'ਚ ਦੇਖੋਗੇ ICU ਬੈੱਡ ਵਿਦ ਵੈਂਟੀਲੇਟਰ 10 ਆਏਗਾ, 20 ਖਾਲੀ ਦਿਖਾਏਗਾ। ਤਾਂ ਫਿਰ ਲੋਕਾਂ ਨੂੰ ਕਈ ਵਾਰ ਇਹ ਲੱਗਦਾ ਕਿ ਇਹ ਬਈ ਇਹ ਤਾਂ 20 ਬੈੱਡ ਖਾਲੀ ਪਏ ਨੇ, ਪਤਾ ਨਹੀਂ ਕਿਉਂ ਨਹੀਂ ਮਿਲ ਰਹੇ। ਪਰ ਜੇ ਤੁਸੀਂ ਉਹਨੂੰ ਦੁਬਾਰਾ ਦੇਖੋ ਕਿ ਟੋਟਲ ICU ਪੇਸ਼ੈਂਟਸ ਕਿੰਨੇ ਆ, ਤਾਂ ਉਹ 100 ਹੀ ਦਿਖਾਣਗੇ। ਸੋ ਕਈ ਵਾਰ ਸਾਨੂੰ ਇਹ ਭੁਲੇਖਾ ਲੱਗ ਕੇ ਸਾਡੇ ਮਨ 'ਚ ਨੈਗੇਟਿਵ, ਔਰ ਵਾਜਿਬ ਹੈ ਕਿਉਂਕਿ ਬੰਦਾ ਉਦੋਂ ਇਮੋਸ਼ਨਲੀ ਇੰਨਾ ਜ਼ਿਆਦਾ ਚਾਰਜ ਹੁੰਦਾ ਹੈ, ਔਰ ਲਾਈਫ ਦਾ ਸਵਾਲ ਹੈ। ਉਹ ਕਹਿੰਦਾ ਵੀ ਯਾਰ ਇਹ ਤਾਂ ਖਾਲੀ ਦਿਖਾ ਰਿਹਾ, ਕੁਝ ਗੜਬੜ ਹੈ। ਪਰ ਕੁਝ ਹੋਰ ਵੀ ਗੈਪਸ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ, ਸਾਨੂੰ ਬਾਅਦ 'ਚ ਇਹਨੂੰ ਰੈਕਟੀਫਾਈ ਕਰ ਸਕਦੇ ਹੋ। ਇੱਕ ਚੀਜ਼ ਇਹਦੇ ਵਿੱਚ ਮੈਂ ਹੋਰ ਐਡ ਕਰਾਂਗਾ, ਇਹਦੇ ਵਿੱਚ ਐਪ ਦੇ ਵਿੱਚ ਜਿਹੜੇ ਮਰੀਜ਼ ਉਸ ਟਾਈਮ ਦਾਖਲ ਹੁੰਦੇ ਜਿਨ੍ਹਾਂ ਦੇ ਕੋਵਿਡ ਟੈਸਟ ਦੀ ਰਿਪੋਰਟ ਅਵੇਟਡ ਹੁੰਦੀ ਹੈ, ਉਹਨਾਂ ਦਾ ਨੰਬਰ ਵੀ ਐਡ ਨਹੀਂ ਹੋਇਆ ਹੁੰਦਾ। ਸੋ ਉਸ ਕਰਕੇ ਵੀ ਜਿਹੜਾ ਹੈਗਾ ਕਿ ਨੰਬਰ ਦੇ ਵਿੱਚ ਡਿਸਪੈਰਿਟੀ ਰਹਿੰਦੀ ਹੈ। ਓਕੇ, ਇੱਕ ਕੁਐਸਚਨ ਡਾਕਟਰ ਮਹਾਜਨ ਇਹੀ ਵਾਲਾ ਸੀਗਾ ਕਿ ਡਾਕਟਰ ਮਿਸਟਰ ਕੌਸ਼ਲ ਤਿਆਗੀ ਪੁੱਛ ਰਹੇ ਨੇ ਕਿ ਹਾਊ ਲੌਂਗ ਵਨ ਹੈਜ਼ ਟੂ ਆਈਸੋਲੇਟ ਐਂਡ ਗੈਟ ਟੈਸਟਡ। ਜੇ ਮੰਨ ਲਓ ਕਿਸੇ ਨੂੰ ਕੋਵਿਡ ਪੋਜ਼ਿਟਿਵ ਆ ਗਿਆ, ਉਹਦਾ ਐਕਸਪੋਜ਼ਰ ਹੋ ਗਿਆ ਹੈ ਨਾ, ਉਹਨੂੰ ਕਿੱਦਾਂ ਆਪਾਂ ਸਟ੍ਰੈਟੀਫਾਈ ਕਰਦੇ ਹਾਂ ਤੇ ਕਿੰਨੇ ਦਿਨ ਬਾਅਦ ਉਹਨੂੰ ਟੈਸਟ ਕਰਾਉਣਾ ਚਾਹੀਦਾ ਹੈ? ਦੇਖੋ, ਜਿਹੜਾ ਇੱਕ ਹਾਈ ਰਿਸਕ ਕੰਟੈਕਟ ਮੈਂਬਰ ਹੈਗਾ, ਜਿਹੜਾ ਹਾਈ ਰਿਸਕ ਕੰਟੈਕਟ ਉਹਨੂੰ ਕਹਿੰਦੇ ਆ ਕਿ ਜਿਵੇਂ ਤੁਹਾਡਾ ਕੋਈ ਫੈਮਿਲੀ ਮੈਂਬਰ ਹੈ, ਜਿਵੇਂ ਹਸਬੈਂਡ ਵਾਈਫ ਹੈ ਜਾਂ ਸਪਾਊਸ ਹੈ, ਜਾਂ ਘਰ 'ਚ ਬੱਚਾ ਕੋਈ ਪੋਜ਼ਿਟਿਵ ਸੀ, ਬਾਕੀ ਫੈਮਿਲੀ ਮੈਂਬਰਸ ਹੈ, ਉਹ ਹਾਈ ਰਿਸਕ ਦੀ ਕੈਟੇਗਰੀ 'ਚ ਆਉਂਦੇ ਆ। ਇੱਕ ਚੀਜ਼, ਜਦੋਂ ਵੀ ਤੁਸੀਂ ਕਿਸੇ ਬੰਦੇ ਨੂੰ ਸਿੰਪਟਮਸ ਆਉਂਦੇ ਆ, ਉਹ ਉਸ ਤੋਂ 2-3 ਦਿਨ ਪਹਿਲਾਂ ਤੋਂ ਉਹਦਾ ਵਾਇਰਸ ਲੋਡ ਕਾਫੀ ਹੁੰਦਾ ਅਤੇ ਉਹ ਦੂਸਰੇ ਬੰਦਿਆਂ ਨੂੰ ਇਨਫੈਕਸ਼ਨ ਸ਼ੁਰੂ ਕਰ ਦਿੰਦਾ। ਨੋਰਮਲੀ ਅਸੀਂ ਕਹਿੰਦੇ ਆ ਕਿ ਜੇ ਤੇ ਤੁਹਾਡੇ ਨਾਲ ਫੈਮਿਲੀ ਮੈਂਬਰਸ ਕੋਈ ਜਿਹੜਾ ਹੈਗਾ ਜਿਹਨੂੰ ਹਲਕਾ ਫੁਲਕਾ ਸਿੰਪਟਮ ਹੈ, ਉਹ ਉਸੇ ਟਾਈਮ ਟੈਸਟ ਕਰਾਵੇ, ਨਹੀਂ ਤੇ ਆਪਣੇ ਆਪ ਨੂੰ 4 ਤੋਂ 5 ਦਿਨ ਆਈਸੋਲੇਟ ਕਰਕੇ 5th ਦੇ ਟੈਸਟ ਜ਼ਰੂਰ ਕਰਾਉਣਾ ਚਾਹੀਦਾ। ਤੇ ਆਪਣਾ ਜੇ ਤੁਹਾਡਾ ਨੈਗੇਟਿਵ ਹੈ ਤਾਂ ਤੁਸੀਂ ਆਪਣੀ ਆਈਸੋਲੇਸ਼ਨ ਖਤਮ ਕਰੋ, ਨਹੀਂ ਤੇ ਆਪਣੇ ਆਪ ਨੂੰ ਕੋਵਿਡ ਸਸਪੈਕਟ ਦੀ ਕੈਟੇਗਰੀ 'ਚ ਰੱਖਣਾ ਚਾਹੀਦਾ। ਓਕੇ, ਬਹੁਤ ਇੰਪੋਰਟੈਂਟ ਇਹ ਆਨਸਰ ਹੈ ਕਿਉਂਕਿ ਇਹ ਸੋਸਾਇਟੀ ਵਾਸਤੇ ਬਹੁਤ ਇੰਪੋਰਟੈਂਟ ਹੈ। ਅਨਫੋਰਚੂਨੇਟਲੀ ਕੁਝ ਲੋਕ ਇਸ ਨੂੰ ਥੋੜਾ ਕੈਜੂਅਲ ਲੈ ਜਾਂਦੇ ਆ, ਉਹ ਛੁਪਾ ਵੀ ਦਿੰਦੇ ਆ। ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਕੱਲ੍ਹ ਉਹ ਮੇਰੇ ਯਾਰ ਦੋਸਤ ਨਾਲ ਪਾਰਟੀ ਕੀਤੀ ਸੀ, ਉਹ ਸਾਰਾ ਪੋਜ਼ੀਟਿਵ ਆ ਗਿਆ, ਪਰ ਉਹ ਬਜਾਏ ਕਿ ਫॉरवर्ड ਆਉਂਦੇ, ਆਪਾਂ देखा कि कई सेलिब्रिटीज़ लिखते हैं कि भाई जो मेरे साथ कंटेक्ट में आए थे वो अपने आप को आइसोलेट कर लें, जो क्लोज कंटेक्ट में आए थे, जैसे डॉक्टर साहब ने बताया। पर कुछ लोग इन्हों नहीं करते, वो बेसिकली ना कि अपने आप ਨੂੰ ਧੋਖਾ ਦੇ ਰਹੇ, ਆਪਣੇ ਫੈਮਿਲੀ ਮੈਂਬਰਸ ਨੂੰ ਵੀ ਤੰਗ ਕਰ ਰਹੇ ਨੇ, ਬਲਕਿ ਬਜ਼ੁਰਗਾਂ ਵਾਸਤੇ ਤਾਂ ਖਤਰਨਾਕ ਨੇ। ਸੋ ਉਹਨਾਂ ਨੂੰ ਸੁਪਰ ਸਪਰੈਡਰ ਵੀ ਕਈ ਵਾਰ ਬਣ ਜਾਂਦੇ ਆ। ਸੋ ਮੇਰੀ ਹੱਥ ਬੰਨ੍ਹ ਕੇ ਉਹਨਾਂ ਨੂੰ ਬੇਨਤੀ ਹੈ, ਜਿੱਦਾਂ ਡਾਕਟਰ ਸਾਹਿਬ ਨੇ ਕਿਹਾ, ਬਾਕੀ ਸਾਰਿਆਂ ਨੂੰ ਆਪਣੇ ਆਪ ਨੂੰ ਜਿਹੜੇ ਐਕਸਪੋਜ਼ ਹੋ ਜਾਂਦੇ ਉਹਨਾਂ ਨੂੰ ਆਈਸੋਲੇਟ ਕਰੋ, ਵੇਟ ਫਾਰ ਦੀ ਸਿੰਪਟਮਸ ਆਰ ਦਿਸ ਟਾਈਮ ਇੰਟਰਵਲ, ਗੈਟ them ਟੈਸਟਡ, ਬਿਕੋਜ਼ ਦਿਸ ਵਿਲ ਸਟਾਪ ਦਿਸ ਚੇਨ, ਅਦਰਵਾਈਜ਼ ਆਪਾਂ ਵੇਵਸ 'ਚ ਘੁੰਮਦੇ ਰਹਾਂਗੇ। ਜਿਹੜਾ ਪੰਕਜ ਚੋਪੜਾ ਸਾਹਿਬ ਨੇ ਇੱਕ ਕੁਐਸਚਨ ਪੁੱਛਿਆ ਸੀ ਕਿ ਬਈ ਕੋਵਿਡ ਜੇ ਕਿਸੇ ਨੂੰ ਹੋ ਗਿਆ, ਇਹ ਵੀ ਬਹੁਤ ਇੰਪੋਰਟੈਂਟ ਅੱਜ ਕੁਐਸਚਨ ਆ ਰਹੇ ਨੇ ਕਿ ਉਹ ਬੰਦਾ ਕਹਿੰਦਾ ਮੈਨੂੰ ਤਾਂ ਯਾਰ ਹੋ ਗਿਆ ਕੋਵਿਡ, ਮੈਂ ਤਾਂ ਹੁਣ ਮਾਸਕ ਪਾ ਕੇ ਕੀ ਕਰਨਾ ਹੈ, ਮੈਂ ਵੈਕਸੀਨ ਲਗਾ ਕੇ ਕੀ ਕਰਨਾ ਹੈ, ਮੇਰੀ ਤਾਂ ਲਾਈਫ ਲੌਂਗ ਇਮਿਊਨਿਟੀ ਹੋ ਗਈ। ਇਹ ਇੱਕ ਬਹੁਤ ਗਲਤ ਧਾਰਨਾ ਹੈ। ਸਾਇੰਟੀਫਿਕਲੀ ਮੈਂ ਡਾਕਟਰ ਮਹਾਜਨ ਨੂੰ ਕਹਾਂਗਾ ਕਿ ਇਹਨਾਂ ਨੂੰ ਵਿਸਤਾਰ ਨਾਲ ਦੱਸਣ। ਦੇਖੋ, ਜਦੋਂ ਵੀ ਕਿਸੇ ਨੂੰ ਕੋਵਿਡ ਹੁੰਦਾ ਹੈ, ਜਿਹੜਾ ਹੁਣ ਲਿਟਰੇਚਰ ਆਉਂਦਾ ਕਿ ਤੁਹਾਡੇ ਐਂਟੀਬਾਡੀਜ਼ ਲੈਵਲ ਬਣ ਜਾਂਦੇ ਤੇ ਲੋਕਾਂ ਨੂੰ ਹੁੰਦਾ ਕਿ ਮੈਨੂੰ ਦੁਬਾਰਾ ਕੋਵਿਡ ਨਹੀਂ ਹੋਏਗਾ, ਇਹ ਬਿਲਕੁਲ ਗਲਤ ਹੈ। ਕਾਫੀ ਜ਼ਿਆਦਾ ਸਾਡੇ ਕੋਲ ਪੇਸ਼ੈਂਟਸ ਵੀ ਆਏ ਆ ਕਿ ਜਿਨ੍ਹਾਂ ਨੂੰ ਸੈਕਿੰਡ ਐਪੀਸੋਡ ਕੋਵਿਡ ਦਾ ਹੋ ਜਾਂਦਾ ਹੈ। ਵੈਕਸੀਨ ਲੱਗਣ ਤੋਂ ਬਾਅਦ ਲੋਕਾਂ ਨੂੰ ਸੀਗਾ ਕਿ ਵੈਕਸੀਨ ਲੱਗ ਗਈ ਹੈ, ਇੱਕ ਵੈਕਸੀਨ ਦੀ ਡੋਜ਼ ਪੂਰੀ ਪ੍ਰੋਟੈਕਟਡ ਨਹੀਂ ਹੁੰਦੀ। ਈਵਨ ਸੈਕਿੰਡ ਡੋਜ਼ ਤੋਂ ਬਾਅਦ ਵੀ, ਵੈਕਸੀਨ ਤੋਂ ਬਾਅਦ ਜਿਹੜੀ ਤੁਹਾਨੂੰ ਇਮਿਊਨਿਟੀ ਬਣਨੀ ਹੈ, ਉਹਦੇ ਨਾਲ ਇਹ ਹੋਏਗਾ ਕਿ ਤੁਹਾਨੂੰ ਸਿੰਪਟਮਸ ਮਾਈਲਡ ਹੋਣਗੇ, ਬਟ ਜੇ ਤੁਹਾਨੂੰ ਕੋਵਿਡ ਦਾ ਐਕਸਪੋਜ਼ਰ ਹੋਏਗਾ, ਤੁਸੀਂ ਅੱਗੇ ਸਪਰੈਡ ਜ਼ਰੂਰ ਕਰੋਗੇ। ਸੋ ਆਪਣੇ ਆਪ 'ਚ ਜਿਹੜਾ ਅਸੀਂ ਕਹਿੰਦੇ ਹਾਂ ਇੱਕ ਬੇਸਿਕ ਚੀਜ਼ ਹੈ, ਮਾਸਕ, ਸੈਲਫ ਡਿਸਟੈਂਸਿੰਗ ਅਤੇ ਹੈਂਡ ਵਾਸ਼ਿੰਗ, ਇਹ ਚੀਜ਼ਾਂ ਦਾ ਪ੍ਰਿੰਸੀਪਲ ਮੇਨਟੇਨ ਕਰਕੇ ਰੱਖਣਾ ਹੀ ਪਏਗਾ। ਜਿਹੜਾ ਇਹ ਹੈਗਾ ਕਿ ਮਿਊਟੇਸ਼ਨਸ ਵੀ ਆਈਆਂ, ਜਿਹੜੀਆਂ ਮਿਊਟੇਸ਼ਨਸ ਹੋ ਰਹੀਆਂ, ਸੈਕਿੰਡ 2 ਟਾਈਮ ਮਿਊਟੇਸ਼ਨ ਹੋ ਗਈ, 3 ਟਾਈਮ ਮਿਊਟੇਸ਼ਨਸ ਹੋ ਗਈ,
ਉਹ ਜ਼ਿਆਦਾ ਕਈ ਵਾਰੀ ਖਤਰਨਾਕ ਰੂਪ ਲੈ ਕੇ ਬੰਦਿਆਂ ਦੇ ਵਿੱਚ ਆ ਜਾਂਦੀ ਹੈ। ਸੋ ਸੈਕੰਡ ਇਨਫੈਕਸ਼ਨ ਆਫਟਰ 3 ਮੰਥਸ ਬਹੁਤ ਜ਼ਿਆਦਾ ਕਾਮਨ ਹੈ। ਵੈਕਸੀਨ ਲੱਗਣ ਤੋਂ ਬਾਅਦ ਵੀ ਜੇ ਤੁਹਾਨੂੰ ਕੋਵਿਡ ਹੁੰਦਾ ਹੈ ਤੁਸੀਂ ਦੂਸਰੇ ਨੂੰ ਸਪਰੈਡ ਕਰੋਗੇ। ਸੋ ਮਾਸਕ ਨੂੰ ਆਪਣੇ ਨੂੰ ਨਹੀਂ ਉਤਾਰਨਾ, ਇਹ ਤੁਹਾਡਾ ਬੇਸਿਕ ਨੋਰਮ ਬਣ ਜਾਣਾ ਚਾਹੀਦਾ ਕਿ ਮਾਸਕ ਆਪਣਾ ਹਰ ਟਾਈਮ ਪਾ ਕੇ ਜਾਣਾ। ਪਬਲਿਕ 'ਚ ਵੀ ਹੁਣ ਤੇ ਗਵਰਨਮੈਂਟ ਨੇ ਇਹ ਵੀ ਕਹਿਤਾ ਕਿ ਜੇ ਘਰ 'ਚ ਵੀ ਆਪਣੇ ਬੈਠੇ ਹੋ ਤੇ ਫੈਮਿਲੀ ਮੈਂਬਰਸ ਦੇ ਵਿੱਚ ਵੀ ਮਾਸਕ ਪਾ ਕੇ ਇਸਤੇਮਾਲ ਕਰੋ। ਇੱਕ ਸਵਾਲ ਤੁਹਾਡੇ ਵਾਸਤੇ ਹੈ ਸਰ ਕਿ ਕੋਈ ਕਿਸੇ ਨੇ ਪੁੱਛਿਆ ਮੈਨੂੰ ਕਿ ਮੈंने अपना टेस्ट जिम्मी भाई साहब ने वो कह रहे हैं कि दोनों क्वेश्चन है दोनों तरफ कि जे DMC ਦਾ ਟੈਸਟ ਪੋਜ਼ਿਟਿਵ ਆਇਆ ਹੋਵੇ ਤੇ ਗਵਰਨਮੈਂਟ ਉਹਨੂੰ ਮੰਨਦੀ ਹੈ, ਜਾਂ ਗਵਰਨਮੈਂਟ ਦਾ ਟੈਸਟ ਜੇ PCR ਪੋਜ਼ਿਟਿਵ ਆਇਆ ਹੋਵੇ, ਕੋਈ ਵੀ ਰਿਪੋਰਟ ਹੈ ਪੋਜ਼ਿਟਿਵ ਜਾਂ ਨੈਗੇਟਿਵ, ਕਿਆ ਪ੍ਰਾਈਵੇਟ ਹਸਪੀਟਲ ਇਸ ਨੂੰ ਮੰਨਦੇ ਨੇ? ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਜਿਮੀ ਜੀ, ਟੈਸਟ ਕਿਸੇ ਵੀ ਲੈਬ ਤੋਂ ਆਇਆ ਹੋਵੇ ਉਹਨੂੰ ਪੋਜ਼ਿਟਿਵ ਮੰਨਿਆ ਜਾਂਦਾ ਹੈ ਤੇ ਉਹਨੂੰ ਅਸਿਊਮ ਕੀਤਾ ਜਾਵੇ ਕਿ ਉਹ ਪੋਜ਼ਿਟਿਵ ਹੀ ਹੈ ਜਦੋਂ ਤੱਕ ਉਹਨੂੰ ਦੁਬਾਰਾ ਟੈਸਟ ਜਾਂ 2 ਟੈਸਟਾਂ ਨਾਲ ਨੈਗੇਟਿਵ ਨਾ ਕਰਾਰ ਦਿੱਤਾ ਜਾਵੇ। ਓਕੇ, ਥੈਂਕ ਯੂ। ਵੈਰੀ ਸਿੰਪਲ ਆਨਸਰ ਇਹਦਾ। ਮੈਂ ਕੁਝ ਇੱਕ ਚੀਜ਼ ਹੋਰ ਤੁਹਾਨੂੰ ਵਿੱਚ ਐਡ ਕਰ ਸਕਦੇ ਹਾਂ ਇਹਦੇ ਵਿੱਚ। ਕਈ ਵਾਰ ਕੀ ਹੁੰਦਾ ਹੈਗਾ ਕਿ ਇਹ ਜਿਹੜੀਆਂ ਲੈਬਸ ਨੇ, ਜਦੋਂ ਤੁਸੀਂ ਸਾਰਿਆਂ ਨੇ ਕਲੀਅਰੈਂਸ ਦਿੱਤੀ ਹੈ, ਨੈਸ਼ਨਲ ਐਕ੍ਰੀਡੇਸ਼ਨ ਲੈਬਸ ਨੇ, ਉਹਨਾਂ ਲੋਕਾਂ ਨੂੰ ਹੀ ਇਹ ਲੋਕਾਂ ਨੇ ਪਰਮਿਸ਼ਨ ਦਿੱਤੀ ਹੈ, ਸਰਕਾਰੀ ਨੂੰ ਤੇ ਪ੍ਰਾਈਵੇਟ ਨੂੰ, ਜਿਹੜੇ ਕੁਝ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਉਸ ਸਕੋਰ ਸਿਸਟਮ ਸੀਗਾ ਜਿਹਨੂੰ ਇਹਨਾਂ ਨੇ ਪਾਸ ਕੀਤਾ, ਕੁਆਲਿਟੀ ਕੰਟਰੋਲ ਹੈਗਾ। ਸੋ ਜਿੰਨੀਆਂ ਵੀ ਲੈਬਸ ਇੰਡੀਆ ਦੇ ਭਾਰਤ ਦੇ ਵਿੱਚ ਅਪਰੂਵਡ ਨੇ ਉਹ ਯੂਨੀਵਰਸਲ ਹੈ, ਕਿਉਂਕਿ ਉਹਨਾਂ ਦਾ ਸੇਮ ਨੰਬਰ ਹੈ, ਉਹ ICMR ਦੇ ਥਰੂ ਜਨਰੇਟ ਹੁੰਦਾ ਹੈ। ਇਸ ਕਰਕੇ ਕਿਤੇ ਵੀ ਕੋਈ ਲੈਬ ਹੈ ਜਿਹੜੀ ICMR ਅਪਰੂਵਡ ਹੈ, ਉਹਨਾਂ ਦੇ ਜਿਹੜੇ ਰਿਜ਼ਲਟ ਹੈ ਉਹ ਯੂਨੀਵਰਸਲ ਐਕਸੈਪਟਡ ਹੈ। ਕਈ ਵਾਰ ਕੁਝ ਕਨਫਿਊਜ਼ਨ ਹੁੰਦੀ ਹੈ ਕਿ ਇੱਕ ਜਗ੍ਹਾ ਪੋਜ਼ਿਟਿਵ ਆ ਗਿਆ, ਦੂਜੀ ਜਗ੍ਹਾ ਨੈਗੇਟਿਵ ਆ ਗਿਆ। ਉਹ ਕਨਫਿਊਜ਼ਨ ਨਹੀਂ ਹੈ। ਜਿਹੜਾ ਪੋਜ਼ਿਟਿਵ ਆ ਉਹਦੀ ਤੁਸੀਂ ਜ਼ਿਆਦਾ ਮੰਨੋ। ਨੈਗੇਟਿਵ ਦੇ ਕਈ ਕਾਰਨ ਹੋ ਸਕਦੇ ਨੇ। ਉਹਨਾਂ ਦੇ ਕਾਰਨ ਹੋ ਸਕਦੇ ਨੇ ਕਿ ਫਾਲਟੀ ਟੈਕਨੀਕ, ਜਿੱਦਾਂ ਡਾਕਟਰ ਮਹਾਜਨ ਨੇ ਕਿਹਾ, ਟਾਈਮਿੰਗ ਡਿਫਰੈਂਟ ਹੈ। ਸੋ ਇਸ ਚੱਕਰਾਂ 'ਚ ਨਹੀਂ ਪੈਣਾ। ਮੁੱਕਦੀ ਗੱਲ ਇਹ ਹੈ ਕਿ ਕਿਸੇ ਵੀ ਅਪਰੂਵਡ ਲੈਬ ਦਾ ਜਿਹੜਾ ਵੀ ਟੈਸਟ ਹੈ ਉਹ ਸਾਰਿਆਂ ਨੂੰ ਐਕਸੈਪਟੇਬਲ ਹੈ। ਇੱਕ ਚੀਜ਼ ਮੈਂ ਡਾਕਟਰ ਵਿਸ਼ਵ ਵਿੱਚ ਐਡ ਕਰਾਂਗਾ। ਮੇਰੇ ਖਿਆਲ ਨਾਲ ਇਹਨਾਂ ਦਾ ਹੁੰਦਾ ਕਿ ਕਈ ਵਾਰੀ ਜਦੋਂ ਪੇਸ਼ੈਂਟ ਹਸਪੀਟਲ ਜਾਂਦਾ ਹੈ ਇੱਕ ਨੈਗੇਟਿਵ ਰਿਪੋਰਟ ਲੈ ਕੇ, ਬਟ ਜੇ ਤੁਹਾਨੂੰ ਕੋਈ ਸਿੰਪਟਮਸ ਹੈਗੇ ਆ, ਕਿਸੇ ਨੂੰ ਸਾਹ ਚੜ੍ਹ ਰਿਹਾ, ਕਈ ਵਾਰੀ ਸਾਡੇ ਨਾਲ ਲੋਕ ਕਹਿੰਦੇ ਕਿ ਸਾਡਾ ਟੈਸਟ ਸਿਵਲ ਹਸਪੀਟਲ ਜਾਂ ਉਸ ਪ੍ਰਾਈਵੇਟ ਲੈਬ 'ਚ ਨੈਗੇਟਿਵ ਸੀ, ਬਟ ਜੇ ਤੁਹਾਡੇ ਸਿੰਪਟਮਸ ਹੈਗੇ ਆ, ਤੁਹਾਡੇ ਐਕਸਰੇ 'ਚ ਨਿਸ਼ਾਨ ਹੈ, ਤੁਸੀਂ CT ਸਕੈਨ ਚੱਕੇ ਦਾ ਜਿਹਦੇ 'ਚ ਕਿ COVID-5 ਤੁਹਾਨੂੰ ਉਹਨਾਂ ਨੇ ਲੇਬਲ ਕੀਤਾ ਕਿ ਸਵੈਰਿਟੀ ਹੈ, ਉਹਨੂੰ ਕੋਵਿਡ ਹੀ ਮੰਨ ਕੇ ਚੱਲੋ। ਉਹਦੇ 'ਚ ਜੇ ਉਹ ਪ੍ਰਾਈਵੇਟ ਹਸਪੀਟਲ ਦੁਬਾਰਾ ਟੈਸਟ ਕਰਨਾ ਚਾਹੁੰਦਾ ਉਹ ਜ਼ਰੂਰ ਕਰਾਉਣਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਡਾਕਟਰ ਵਿਸ਼ਵ ਨੇ ਹਾਈਲਾਈਟ ਕੀਤਾ ਕਿ ਫਾਲਟੀ ਸੈਂਪਲਿੰਗ ਕਰਕੇ ਜਾਂ ਫਾਲਟੀ ਟੈਕਨੀਕ ਕਰਕੇ ਜੇ ਬਾਈ ਚਾਂਸ ਟੈਸਟ ਨੈਗੇਟਿਵ ਹੋ ਗਿਆ, ਉਹਨੂੰ ਇਹ ਨਾ ਸੋਚੋ ਕਿ ਤੁਹਾਨੂੰ ਕੋਵਿਡ ਨਹੀਂ ਹੈ। ਪੰਕਜ, ਮੈਂ ਤੁਹਾਨੂੰ ਇੱਕ ਦੂਸਰਾ ਪਾਰਟ ਆਨਸਰ ਦੇਣਾ ਭੁੱਲ ਗਿਆ। ਜਿਨ੍ਹਾਂ ਨੇ ਪੁੱਛਿਆ ਸੀ ਕੋਵਿਡ ਵਾਲੇ ਪੇਸ਼ੈਂਟ ਇਮਿਊਨ ਹੈ, ਬਿਲਕੁਲ ਉਹ ਤੁਹਾਨੂੰ ਪੂਰਾ ਕੁਐਸਚਨ ਦਾ ਆਨਸਰ ਮਿਲ ਗਿਆ ਸੀ। ਹਾਂ, ਉਹਨਾਂ ਨੂੰ ਵੈਕਸੀਨੇਟਡ ਜ਼ਰੂਰ ਕਰਾਉਣਾ ਚਾਹੀਦਾ। ਜਦੋਂ ਕੋਵਿਡ ਰਿਕਵਰ ਹੋ ਜਾਂਦਾ 4 to 6 ਤੋਂ ਬਾਅਦ ਵੀਕਸ ਤੋਂ ਬਾਅਦ ਉਹ ਕਦੋਂ ਵੀ ਆਪਣਾ ਵੈਕਸੀਨੇਸ਼ਨ ਕਰਵਾ ਸਕਦੇ ਤੇ ਉਹਨਾਂ ਨੂੰ ਜ਼ਰੂਰੀ ਹੈ। ਮੋਹਿਤ ਜੀ ਪੁੱਛ ਰਹੇ ਨੇ ਕਿ ਜੇ PCR ਟੈਸਟ ਡਿਲੇ ਹੋ ਜਾਏ ਤਾਂ ਫਿਰ ਆਪਾਂ ਨੂੰ ਕੀ ਹੈਗਾ ਸਿਸਟਮ? ਮੋਹਿਤ, ਅਗਰ ਪੇਸ਼ੈਂਟ ਆਪ ਏਸਿਮਟੋਮੈਟਿਕ ਹੈ ਔਰ ਇੱਕ ਵਾਰ PCR ਨੈਗੇਟਿਵ ਆ ਗਿਆ, ਕਿਉਂਕਿ ਤੁਸੀਂ ਐਕਸਪੋਜ਼ਰ ਹੋਇਆ, ਤੁਹਾਨੂੰ ਫੈਮਿਲੀ 'ਚੋਂ ਹੋਇਆ ਐਕਸਪੋਜ਼ਰ, ਜਾਂ ਤੁਸੀਂ ਕੋਈ ਕਲੀਅਰੈਂਸ ਲਈ ਜਾ ਰਹੇ ਹੋ, ਜਾਂ ਤੁਹਾਨੂੰ ਡਰ ਹੈ ਕਿ ਮੈਂ ਵੈਸੇ PCR ਕਰ ਰਿਹਾ ਪਰ ਤੁਹਾਨੂੰ ਤਕਲੀਫ ਨਹੀਂ ਹੈ, ਤਾਂ ਜੇ ਤੁਹਾਡਾ ਟੈਸਟ ਦੀ ਰਿਪੋਰਟ ਡਿਲੇ ਵੀ ਹੁੰਦੀ ਹੈ ਤੁਹਾਨੂੰ ਵੇਟ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇਹ ਤੁਹਾਡੇ ਕੋਈ ਖਤਰਾ ਨਹੀਂ ਹੈਗਾ। ਹਾਂ, ਪਰ ਜੇ ਪੇਸ਼ੈਂਟ ਨੂੰ ਬਾਕੀ ਸਾਰੇ ਸਿੰਪਟਮ ਜਿਹੜੇ ਅਸੀਂ ਬਾਰ-ਬਾਰ ਡਿਸਕਸ ਕੀਤੇ ਨੇ, ਕੋਵਿਡ ਦੇ ਹੈਗੇ ਆ, ਕਰੋਨਾ ਦੇ ਹੈਗੇ ਨੇ, ਗਵਰਨਮੈਂਟ ਫੈਸਿਲਿਟੀਜ਼ ਫ੍ਰੀ ਹੈ, ਪ੍ਰਾਈਵੇਟ 'ਚ ਵੀ ਬਹੁਤ ਜ਼ਿਆਦਾ ਸਸਤਾ ਹੈ, ਉਹਦੀ ਇਹ 'ਚ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਔਰ ਇਹਦਾ ਰਿਜ਼ਲਟ 15 ਮਿੰਟ 'ਚ ਮਿਲ ਸਕਦਾ ਹੈ। ਦੂਸਰਾ, ਇਹਦੇ ਵਿੱਚ ਆਲਟਰਨੇਟਿਵ TrueNet ਹੈ ਜਿਹਦੀ ਰਿਪੋਰਟ 2 ਤੋਂ 4 ਘੰਟਿਆਂ ਦੇ ਵਿੱਚ ਆ ਸਕਦੀ ਹੈ। ਤੀਸਰਾ, ਜੇ ਆਪਣਾ ਇੱਦਾਂ ਲੱਗ ਰਿਹਾ ਕਿ ਇਹ ਬਹੁਤ ਲਾਈਫ ਸੇਵਿੰਗ ਚੀਜ਼ ਹੈ ਔਰ ਆਪਣਾ 3-4 ਤੁਸੀਂ ਕਿਸੇ ਹੋਰ ਜਗ੍ਹਾ 'ਤੇ, ਪੰਜਾਬ 'ਚ ਨਹੀਂ ਹੋ, ਕਿਸੇ ਹੋਰ ਜਗ੍ਹਾ 'ਤੇ ਜਿੱਥੇ ਵੇਟਿੰਗ 5-5 ਦਿਨ ਦੀ ਹੈ, ਕਿਉਂਕਿ ਪੰਜਾਬ 'ਚ ਮੇਰੇ ਖਿਆਲ 24 ਤੋਂ 48 ਆਵਰ ਦੇ ਆਰਡਰ ਹੀ ਨੇ ਗਵਰਨਮੈਂਟ ਵੱਲੋਂ ਕਿ ਆਨਸਰ ਤੁਹਾਨੂੰ ਦੇਣਾ ਹੀ ਦੇਣਾ। ਅਗਰ ਕਿਸੇ ਹੋਰ ਸਟੇਟ 'ਚ ਬੰਦਾ ਹੈ, ਜੇ ਦੇਖ ਰਹੇ ਹੋਣ, ਤਾਂ ਜੇ ਉਸ ਨੂੰ ਲੱਗ ਰਿਹਾ ਕਿ ਮੇਰੀ ਜਾਨ 'ਤੇ ਬਣੀ ਹੈ, ਮੇਰੀ ਸੈਚੂਰੇਸ਼ਨ 92 ਹੈ ਭਾਈ, ਮੇਰਾ PCR ਆ ਨਹੀਂ ਰਿਹਾ, ਮੈਂ ਕੀ ਕਰਾਂ, ਔਰ ਉਹ ਜਿਹੜੇ ਦਵਾਈਆਂ ਤਾਂ ਬਿਨਾਂ ਟੈਸਟ ਤੋਂ ਨਹੀਂ ਆਉਣਗੀਆਂ, ਤਾਂ ਉਸ ਕੰਡੀਸ਼ਨ ਦੇ ਵਿੱਚ CT ਸਕੈਨ ਹੈਲਪ ਕਰੇਗਾ, ਕਿਉਂਕਿ ਉਹ ਤੁਹਾਨੂੰ ਇਹ ਬਿਮਾਰੀ ਉਹਦੇ ਵਿੱਚ ਵੀ ਉਹਦੀ ਸੈਂਸਿਟੀਵਿਟੀ ਹੈ। ਸੋ ਬਾਕੀ ਜਗ੍ਹਾ 'ਤੇ ਹੈ, ਪੰਜਾਬ ਦੇ ਵਿੱਚ ਮੈਂ ਸਮਝਦਾ ਇਹ ਪ੍ਰੋਬਲਮ ਹਾਲੇ ਤੱਕ ਇਸ ਤਰ੍ਹਾਂ ਦੀ ਨਹੀਂ ਆਈ ਅਤੇ ਨਾ ਹੀ ਆਉਣ ਦੇ ਚਾਂਸਿਸ ਹੈਗੇ ਨੇ। ਸਾਨੂੰ ਕਾਫੀ ਲੋਕਾਂ ਦੇ ਕੁਐਸਚਨ ਆ ਰਹੇ ਨੇ, ਪਰ ਚਲੋ ਅੱਛਾ ਹੈ ਕਿ ਤੁਹਾਨੂੰ ਮੇਰੀ ਇਹ ਵੀ ਰਿਕੁਐਸਟ ਹੈ ਕਿ ਜੋ ਫੇਸਬੁੱਕ ਦੇ ਨਾਲ ਇਸ ਦੇ ਨਾਲ ਸਾਡੇ ਜੁੜੇ ਹੈ, ਇੱਕ ਇਸ ਨੂੰ ਮੁਹਿੰਮ ਬਣਾਉਣ ਕਿ ਇਹ ਤੁਸੀਂ ਅੱਗੇ ਦੀ ਅੱਗੇ ਜੇ ਇਸ ਚੇਨ ਨੂੰ ਬਣਾਓਗੇ, ਲੋਕਾਂ ਤੱਕ ਪਹੁੰਚਾਓਗੇ, ਤਾਂ ਹੀ ਲੋਕਾਂ ਨੂੰ ਇਹ ਇੰਪਾਵਰਡ ਹੋਏਗਾ ਇਨਫੋਰਮੇਸ਼ਨ, ਅਤੇ ਜਿਹੜੇ ਲੋਕ ਰਿਊਮਰ ਦੇ ਵਿੱਚ ਨੇ, ਦਵਾਈ ਦੇ ਅੱਗੇ ਪਿੱਛੇ ਘੁੰਮ ਰਹੇ ਨੇ, ਉਹਨਾਂ ਨੂੰ ਇਹ ਕਾਫੀ ਬੈਨੀਫਿਟ ਹੋਏਗਾ। ਸਵਿੰਦਰਪਾਲ ਸਿੰਘ ਜੀ ਪੁੱਛ ਰਹੇ ਨੇ ਕਿ ਮਾਜਨ ਸਾਹਿਬ ਕਿ ਆਈ ਐਮ ਸਫਰਿੰਗ ਫਰੋਮ ਕੋਲਡ ਐਂਡ ਕਫ, ਮੇਰਾ ਟੈਂਪਰੇਚਰ 97 ਹੈ
ਤੇ ਮੈਂ ਕਰਾਂ ਕੀ? ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਕਾਫੀ ਲੋਕਾਂ ਦੇ ਇਹ ਕੁਐਸਚਨ ਹੁੰਦੇ ਨੇ। ਦੇਖੋ ਅੱਜ ਕੱਲ੍ਹ ਨਾ, ਪਹਿਲਾਂ ਅੱਜ ਤੋਂ 1 ਸਾਲ ਪਹਿਲਾਂ ਤੱਕ ਜਦੋਂ ਵੀ ਹੁੰਦਾ ਸੀਗਾ ਕਿ ਅਸੀਂ ਜਦੋਂ ਵੀ ਖਾਂਸੀ ਜ਼ੁਕਾਮ ਦੇ ਨਾਲ ਅੱਜ ਕੱਲ੍ਹ ਦੇ ਸੀਜ਼ਨ 'ਚ ਆਉਂਦੇ ਸੀ, ਅਸੀਂ ਕਹਿੰਦੇ ਸੀ ਕਿ ਵਾਢੀਆਂ ਕਰਕੇ ਹਾਰਵੈਸਟਿੰਗ ਕਰਕੇ ਪੇਸ਼ੈਂਟਸ ਨੂੰ ਪ੍ਰੋਬਲਮ ਹੋ ਜਾਂਦੀ, ਬਟ ਮੋਸਟ ਆਫ ਦਾ ਟਾਈਮ ਜਿਹੜੀ ਇਹ ਪ੍ਰੋਬਲਮਸ ਹੁੰਦੀ ਵਾਇਰਲ ਡਿਜ਼ੀਜ਼ਸ ਕਰਕੇ ਹੁੰਦੀ ਹੈ। ਜੇ ਤੁਹਾਨੂੰ ਮਾਈਲਡ ਸਿੰਪਟਮਸ ਹੈ, ਅਸੀਂ ਕਹਾਂਗੇ ਆਪਣੇ ਆਪ ਨੂੰ ਆਈਸੋਲੇਟ ਕਰੋ। ਜੇ ਖਾਂਸੀ ਜ਼ੁਕਾਮ ਹੈ, ਕੋਵਿਡ ਟੈਸਟਿੰਗ ਮਸਟ ਹੈ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਇਸ ਟਾਈਮ ਅਸੀਂ ਕੋਵਿਡ ਪੈਂਡੈਮਿਕ ਸਿਚੁਏਸ਼ਨ 'ਚ ਹਾਂ। ਸੋ ਕੋਵਿਡ ਟੈਸਟ ਆਪਣਾ ਕਰਾ ਕੇ, ਕਿਉਂਕਿ ਤੁਸੀਂ ਆਪਣੇ ਫੈਮਿਲੀ ਮੈਂਬਰਸ ਦਾ ਬਚਾਅ ਕਰਨਾ ਵਾ। ਸੁਬੋਧ ਕੌਸ਼ਲ ਪੁੱਛ ਰਹੇ ਨੇ ਕਿ ਬਹੁਤ ਇੰਪੋਰਟੈਂਟ ਸਵਾਲ ਹੈ, ਬਹੁਤ ਹੀ, ਜਿਹਨੂੰ ਅਕਸਰ ਪਹਿਲੀ ਵੇਵ 'ਚ ਤਾਂ ਲੋਕਾਂ ਨੇ ਬਿਲਕੁਲ ਹੀ ਨੈਗਲੈਕਟ ਕਰਤਾ ਸੀ, ਪਰ ਹੁਣ ਫਿਰ ਵੀ ਰਿਸਪੈਕਟ ਹੈ ਇਸ ਚੀਜ਼ ਦੀ ਕਿ ਬਈ ਜਿਹੜੇ ਕੋਵਿਡ ਪੋਜ਼ਿਟਿਵ ਹੋ ਜਾਂਦੇ ਆ ਉਹਨਾਂ ਨੂੰ ਸਾਈਕੋਲੋਜੀਕਲ ਸਪੋਰਟ ਕੀ ਹੈ। ਬਈ ਜਿਹੜੇ ਬੰਦੇ ਡਾਕਟਰ ਵੀ ਹੈ ਜਾਂ ਨਰਸਿਸ ਹੈ ਜਿਹੜੀਆਂ ਉੱਥੇ ਕੰਮ ਕਰ ਰਹੀਆਂ, ਬਲਕਿ ਪੇਸ਼ੈਂਟ ਜਿਹੜੇ ਉੱਥੇ 14 ਦਿਨ ਅਸੀਂ ਸਰ ਨਾਲ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਇਹ ਪਹਿਲੀ ਵੇਵ 'ਚ ਤਾਂ ਬਿਲਕੁਲ ਹੀ ਅਨਟੱਚੇਬਲ ਵਾਲਾ ਹਿਸਾਬ ਸੀ। ਉਹ ਬੰਦਾ ਸੋਚ ਕੇ ਹਿਲ ਜਾਂਦਾ ਅਤੇ ਉਸ ਬੰਦੇ ਨੂੰ ਮੈਂਟਲ ਸਟ੍ਰੈਸ ਆਉਂਦਾ, ਐਨਜ਼ਾਈਟੀ ਆਉਂਦੀ ਹੈ, ਡਿਪਰੈਸ਼ਨ ਆਉਂਦੀ ਹੈ। ਉਹਦੇ ਵਿੱਚ ਪ੍ਰਾਈਵੇਟ ਸੈਕਟਰ ਕਿੱਦਾਂ ਹੈਲਪ ਕਰ ਰਿਹਾ, NGOs ਕਿੱਦਾਂ ਹੈਲਪ ਕਰ ਰਹੀਆਂ, ਗਵਰਨਮੈਂਟ ਕਿੱਦਾਂ ਹੈਲਪ ਕਰ ਰਹੀ ਹੈ? ਮਿਸਟਰ ਸੰਦੀਪ ਤੁਸੀਂ ਦੱਸੋ। ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਜੇ ਕੋਈ ਬੰਦੇ ਨੂੰ ਸਾਈਕੋਲੋਜੀਕਲ ਕਾਉਂਸਲਿੰਗ ਦੀ ਲੋੜ ਹੈ, ਸਲਾਹ ਦੀ ਲੋੜ ਹੈ, ਅਸੀਂ ਇੱਕ 24 ਘੰਟੇ ਦੀ ਟੈਲੀ ਕਾਉਂਸਲਿੰਗ ਹੈਲਪਲਾਈਨ ਚਲਾਈ ਹੋਈ ਹੈ। ਉਹਦੇ 2 ਨੰਬਰ ਨੇ, ਉਹ ਬਾਅਦ 'ਚ ਵੀ ਦੇ ਦਾਂਗਾ, ਮੈਂ ਇੱਕ ਵਾਰੀ ਫਿਰ ਰਿਪੀਟੇਸ਼ਨਲੀ ਰਿਪੀਟ ਵੀ ਕਰ ਦਿੰਦਾ। 98147 18704। ਆਈ ਰਿਪੀਟ 98147 18704। ਦੂਜਾ ਨੰਬਰ ਹੈ 62845 31852। 62845 31852। ਇੱਥੇ ਕਾਉਂਸਲਰਸ ਬੈਠੇ ਨੇ, ਤੁਸੀਂ ਜਦੋਂ ਚਾਹੋ ਇਹਨਾਂ ਨੂੰ ਫੋਨ ਕਰ ਸਕਦੇ ਹੋ ਤੇ ਆਪਣੀ ਸਾਈਕੋਲੋਜੀਕਲ ਜਾਂ ਸਟ੍ਰੈਸ ਰਿਲੇਟਡ ਪਰੇਸ਼ਾਨੀ ਜਿਹੜੀ ਕੋਵਿਡ ਨਾਲ ਆਉਂਦੀ ਹੈ ਉਹਦੇ ਬਾਰੇ ਡਿਸਕਸ ਕਰ ਸਕਦੇ ਹੋ। ਓਕੇ, ਥੈਂਕ ਯੂ ਸਰ। ਅਰੁਣ ਜੀ ਇੱਕ ਸਵਾਲ ਪੁੱਛ ਰਹੇ ਸਰਫੇਸ ਤੇ ਕਿ ਸਰਫੇਸ ਤੇ ਕਿੰਨੀ ਦੇਰ ਕੋਵਿਡ ਜਿਹੜਾ ਕਰੋਨਾ ਦਾ ਵਾਇਰਸ ਹੈ ਉਹ ਜਿੰਦਾ ਰਹਿ ਸਕਦਾ ਹੈ, ਤੇ ਜਦੋਂ ਆਈਸੋਲੇਸ਼ਨ ਖਤਮ ਹੋ ਜਾਂਦੀ ਹੈ ਆਪਾਂ ਨੂੰ ਕਿੰਨੀ ਸਫਾਈ ਕਰਨੀ ਚਾਹੀਦੀ ਹੈ? ਅਰੁਣ ਜੀ, ਜਿਹੜਾ ਇੱਕ ਹੈਗਾ ਕਿ ਜਿਹੜੇ ਵੀ ਸਰਫੇਸਿਸ ਨੂੰ ਤੁਸੀਂ ਬਾਰ-ਬਾਰ ਟੱਚ ਕਰਦੇ ਹੋ ਉਹਨੂੰ ਕੋਈ ਵੀ ਅੱਛਾ ਤੁਸੀਂ ਆਪਣਾ ਡਿਟਰਜੈਂਟ ਲੈ ਕੇ ਉਹਦੇ ਨਾਲ ਕਲੀਨ ਕਰ ਸਕਦੇ ਹੋ। ਜਿਹੜਾ ਗਲਾਸ ਸਰਫੇਸ ਤੇ ਸਟੀਲ ਸਰਫੇਸ ਤੇ ਨੋਰਮਲੀ ਅਸੀਂ ਕਹਿੰਦੇ ਹਾਂ ਕਿ ਇਹ ਵਾਇਰਸ ਕਾਫੀ ਦੇਰ ਪਰਸਿਸਟ ਕਰਦਾ ਹੈ। ਜਿਹੜੀਆਂ ਚੀਜ਼ਾਂ ਤੁਸੀਂ ਆਪਣਾ ਟੱਚ ਕਰਦੇ ਹੋ, ਐਂਡ ਸਪੈਸ਼ਲੀ ਜਿਵੇਂ ਆਪਣੇ ਇੰਡੀਅਨ ਫੈਮਲੀਜ਼ 'ਚ ਜੇ ਤੁਹਾਡੇ ਕੋਲ ਸੈਪਰੇਟ ਵਾਸ਼ਰੂਮ ਨਹੀਂ ਹੈਗਾ ਤੇ ਉਹਦੇ 'ਚ ਜੇ ਫੈਮਲੀਜ਼ ਜੁਆਇੰਟ ਫੈਮਲੀਜ਼ ਦੇ ਵਿੱਚ ਰਹਿ ਰਹੇ ਹਨ ਸੇਮ ਵਾਸ਼ਰੂਮ, ਤੇ ਜਦੋਂ ਵੀ ਪੇਸ਼ੈਂਟ ਨੇ ਯੂਜ਼ ਕਰਨਾ ਉਹਨੂੰ ਹਰ ਵਾਰੀ ਸੈਨੀਟਾਈਜ਼ ਕਰਨਾ। ਉਹਦੇ ਵਾਸਤੇ ਵਾਇਰਲ ਸੋਲਿਊਸ਼ਨ ਵੀ ਆਉਂਦੇ ਆ ਜਿਨ੍ਹਾਂ ਨੂੰ ਤੁਸੀਂ 100 ml ਦੇ ਵਿੱਚ 10 ml ਦਾ ਡਿਲੂਸ਼ਨ ਕਰਕੇ ਸਿੰਪਲ ਪੋਚਾ ਲਗਾਉਣਾ ਹੈ। ਜਾਂ ਜੇ ਤੁਸੀਂ ਆਪਣਾ ਕੋਈ ਵੀ ਆਪਣਾ ਕੋਸੇ ਪਾਣੀ ਦੇ ਵਿੱਚ ਡਿਟਰਜੈਂਟ ਪਾ ਕੇ ਉਹਨੂੰ ਯੂਜ਼ ਕਰ ਸਕਦੇ ਹੋ। ਇੱਕ ਚੀਜ਼ ਹੋਰ ਮੈਂ ਕਹਾਂਗਾ ਕਿ ਜਿਹੜੇ ਵੀ ਪੇਸ਼ੈਂਟਸ ਨੂੰ ਕਰਦੇ, ਜਿਹੜੇ ਕੱਪੜੇ ਵੀ ਉਹਨਾਂ ਦੇ ਹੈਗੇ ਆ ਉਹ ਸੈਪਰੇਟ ਵਾਸ਼ ਕਰਨੇ ਚਾਹੀਦੇ ਆ, ਅਤੇ ਵਾਰਮ ਡਿਟਰਜੈਂਟ ਦੇ ਵਿੱਚ ਉਹਨਾਂ ਨੂੰ ਥੋੜ੍ਹੀ ਦੇਰ ਡਿਪ ਕਰਕੇ ਰੱਖੋ ਅਤੇ ਉਸ ਤੋਂ ਬਾਅਦ ਉਹਨੂੰ ਨੋਰਮਲ ਤਰੀਕੇ ਨਾਲ ਧੋ ਕੇ ਸੁੱਕਣੇ ਪਾ ਦਿਓ, ਵਾਇਰਸ ਇਹ ਖਤਮ ਹੋ ਜਾਂਦਾ ਹੈ। ਬਰਾੜ ਸਾਹਿਬ ਦਾ ਕੁਐਸਚਨ ਹੈਗਾ ਕਿ ਉਹ ਕੋਵਿਡ ਪੋਜ਼ਿਟਿਵ ਹੈ ਅਤੇ ਉਹ ਕਿਦੋਂ ਵੈਕਸੀਨੇਟ ਕਰਾ ਸਕਦੇ ਆ। ਆਈ ਥਿੰਕ ਇਹਦਾ ਆਨਸਰ ਆਪਾਂ ਦੇ ਚੁੱਕੇ ਹਾਂ। ਇਹਦੇ ਵਿੱਚ ਗੌਰਮੈਂਟ ਦੇ ਹਿਸਾਬ ਨਾਲ ਜਾਂ ਜ਼ਿਆਦਾਤਰ ਗਾਈਡਲਾਈਨਸ ਇਹ ਕਹਿੰਦੇ ਕਿ ਜਦੋਂ ਤੁਹਾਡਾ ਟਰੀਟ ਹੋ ਗਿਆ 4 ਵੀਕਸ ਹੈ। ਕੁਛ ਜਿਹੜੇ ਕੰਟਰੀਜ਼ ਹੈ ਉੱਥੇ 90 ਡੇਜ਼ ਤੋਂ ਬਾਅਦ ਵੀ ਦੇ ਰਹੇ ਆ, ਬਟ ਐਵਰੇਜ ਇਹ ਹੈ ਕਿ ਆਪਾਂ ਮਤਲਬ 6 ਵੀਕਸ ਤੋਂ ਬਾਅਦ ਕੋਵਿਡ ਰਿਕਵਰ ਤੋਂ ਬਾਅਦ ਇਟਸ ਐਡਿਕੁਏਟ ਕਿ ਤੁਹਾਨੂੰ ਆਪਣੀ ਵੈਕਸੀਨ ਕਰਾ ਲੈਣੀ ਚਾਹੀਦੀ ਹੈ। ਕੁਛ ਲੋਕਾਂ ਨੂੰ ਪਹਿਲਾਂ ਵੈਕਸੀਨ ਲਗਵਾਈ ਹੈ, ਉਹਨਾਂ ਨੂੰ ਅਨਫੋਰਚੂਨੇਟਲੀ ਇਨ ਬਿਟਵੀਨ ਕੋਵਿਡ ਹੋ ਗਿਆ, 7ਵੇਂ 8ਵੇਂ ਦਿਨ ਹੋ ਗਿਆ, ਕੋਈ ਐਕਸਪੋਜ਼ਰ ਹੋ ਗਿਆ ਹੈ ਨਾ, ਕਿਉਂਕਿ ਵੈਕਸੀਨ ਦਾ ਇਫੈਕਟ ਤਾਂ ਥੋੜ੍ਹਾ ਟਾਈਮ ਲੱਗਦਾ। ਤਾਂ ਉਹਨਾਂ ਵਾਸਤੇ ਵੀ ਮੇਰਾ ਇਹੀ ਆਨਸਰ ਹੈਗਾ ਕਿ ਫਸਟ ਵੈਕਸੀਨ ਲਗਾਈ ਹੈ, ਫਸਟ ਅਤੇ ਸੈਕਿੰਡ ਦਾ ਡਿਫਰੈਂਸ ਨਹੀਂ ਦੇਖਣਾ। ਜਦੋਂ ਕੋਵਿਡ ਰਿਕਵਰ ਹੋ ਗਿਆ ਉਹਦਾ ਜਿਹੜਾ ਗੈਪ ਹੈਗਾ ਉਹਨੂੰ ਦੇਖ ਕੇ ਆਪਣੀ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ। ਰਜਤ ਜੀ ਦਾ ਕੁਐਸਚਨ ਹੈ ਕਿ ਹਾਊ ਟੂ ਟੇਕ ਕੇਅਰ ਕੋਵਿਡ ਪੋਜ਼ਿਟਿਵ 'ਚ ਡਾਇਬਟੀਜ਼ ਪੇਸ਼ੈਂਟਸ ਨੂੰ। ਦੇਖੋ ਡਾਕਟਰ ਮਹਾਜਨ ਤੁਸੀਂ ਜਵਾਬ ਦੇ ਸਕਦੇ ਹੋ ਕਿ ਜੇ ਆਪਾਂ ਨੂੰ ਪਤਾ ਕਿ ਸ਼ੂਗਰ ਇੱਕ ਬਹੁਤ ਇੰਪੋਰਟੈਂਟ ਕੋਮੋਰਬਿਡਿਟੀ ਹੈ ਕੋਵਿਡ ਪੇਸ਼ੈਂਟ 'ਚ, ਕਿਉਂਕਿ ਇਹ ਦੇਖਿਆ ਗਿਆ ਕਿ ਪੰਜਾਬ 'ਚ ਸ਼ੂਗਰ ਕਰਕੇ ਥੋੜ੍ਹੀ ਜਿਹੀ ਡੈਥ ਰੇਟ ਜ਼ਿਆਦਾ ਸੀਗੀ, ਮੋਟਾਪਾ ਅਤੇ ਸ਼ੂਗਰ ਕਰਕੇ। ਤਾਂ ਆਪਾਂ ਨੂੰ ਕਿਹੜੇ ਪੇਸ਼ੈਂਟ ਨੂੰ ਜ਼ਿਆਦਾ ਕੇਅਰ ਹੈ, ਕਿਉਂਕਿ ਕਈ ਲੋਕਾਂ ਨੂੰ ਸਟੀਰੋਇਡ ਚੱਲਦੇ ਨੇ ਹੈ ਨਾ, ਤਾਂ ਉਹ ਲੋਕਾਂ ਨੂੰ ਕਿੱਦਾਂ ਧਿਆਨ ਰੱਖਣਾ ਚਾਹੀਦਾ? ਦੇਖੋ ਉਹਦੇ 'ਚ ਕੋਵਿਡ ਕਰਕੇ ਇਟਸੈਲਫ ਕਰਕੇ ਕਈਆਂ ਦੀ ਸ਼ੂਗਰ ਜ਼ਿਆਦਾ ਹੋ ਜਾਂਦੀ, ਬੰਦਾ ਸਟ੍ਰੈਸ 'ਤੇ ਬਹੁਤ ਹੁੰਦਾ, ਉਹਨੇ ਵੀ ਸ਼ੂਗਰ ਵਧਾ ਦੇਣੀ ਹੈ, ਸਟੀਰੋਇਡਸ ਨੇ ਵੀ ਸ਼ੂਗਰ ਵਧਾ ਦੇਣੀ। ਤੁਸੀਂ ਆਪਣੇ ਡਾਕਟਰ ਦੇ ਜੇ ਤਾਂ ਤੁਸੀਂ ਹਸਪੀਟਲ 'ਚੋਂ ਸਟੀਰੋਇਡਸ ਤੇ ਤੁਹਾਨੂੰ ਤਾਂ ਹੀ ਮਿਲਣਗੇ ਜਦੋਂ ਤੁਸੀਂ ਹਸਪੀਟਲ 'ਚੋਂ, ਉਹਦੇ 'ਚ ਤੁਸੀਂ ਉਹਨਾਂ ਨੇ ਡਾਕਟਰ ਨੇ ਤੁਹਾਡੀ ਇਨਸੂਲਿਨ ਦੀ ਡੋਜ਼ ਨੂੰ ਪਲੱਸ ਮਾਈਨਸ ਕਰਕੇ ਤੁਹਾਡੀ ਸ਼ੂਗਰ ਕੰਟਰੋਲ ਕਰਕੇ ਰੱਖਣੀ ਹੈ। ਸੋ ਉਹਦੇ ਵਿੱਚ ਜੇ ਤੁਸੀਂ ਘਰ 'ਚ ਬੈਠੇ ਹੋ ਆਪਣੀ ਡਾਈਟ
ਮੋਡਰੇਟ ਐਕਸਰਸਾਈਜ਼ ਜਿਹੜੀ ਤੁਸੀਂ ਘਰੇ ਕਰ ਸਕਦੇ ਹੋ, ਯੋਗਾ ਕਰੋ ਤੇ ਆਪਣਾ ਥੋੜਾ ਬਹੁਤਾ ਜਿਹੜਾ ਘਰ ਤੁਰ ਫਿਰ ਸਕਦੇ ਹੋ, ਡਾਈਟ ਪੂਰੀ ਤਰ੍ਹਾਂ ਕੰਟਰੋਲ ਕਰਕੇ ਰੱਖੋ ਤੇ ਆਪਣੀਆਂ ਜਿਹੜੀਆਂ ਸ਼ੂਗਰ ਦੀਆਂ ਗੋਲੀਆਂ ਹੈ ਉਹਨੂੰ ਕਦੀ ਨਾ ਮਿਸ ਕਰੋ। ਲੋਕੀ ਨਾਲ ਨਾਰਮਲੀ ਹੁੰਦਾ ਸੀ ਕਿ ਮੈਨੂੰ ਭੁੱਖ ਨਹੀਂ ਲੱਗਦੀ, ਆਪਣੀਆਂ ਦਵਾਈਆਂ ਬਾਕੀ ਸਭ ਬੰਦ ਕਰ ਦਿੰਦੇ, ਸੋ ਉਹ ਬਿਲਕੁਲ ਨਹੀਂ ਕਰਨਾ। ਜੇ ਸ਼ੂਗਰ ਜ਼ਿਆਦਾ ਰਹਿੰਦੀ ਤਾਂ ਆਪਣੀ ਦਵਾਈ ਵੀ ਡਾਕਟਰ ਨਾਲ ਗੱਲ ਕਰਕੇ ਵਧਵਾਓ। ਡਾਕਟਰ ਮਹਾਜਨ, ਦੋ ਸਵਾਲ ਮੇਰੇ ਅੱਜ ਕੱਲ੍ਹ ਦੀ ਘੜੀ ਬਹੁਤ ਇੰਪੋਰਟੈਂਟ ਹੈ, ਜਦੋਂ ਕਿ ਪੂਰਾ ਭਾਰਤ ਆਕਸੀਜਨ ਦੀ ਡੈਫੀਸ਼ੀਐਂਸੀ ਨਾਲ ਘੱਟ ਉਹ ਜੂਝ ਰਿਹਾ, ਬੇਸਿਕਲੀ ਲੜ ਰਿਹਾ ਹੈ ਨਾ। 1 ml ਆਕਸੀਜਨ ਅੰਮ੍ਰਿਤ ਦੇ ਮਾਤਕ ਹੈ। ਤਾਂ ਮੇਰਾ ਇਹ ਸਵਾਲ ਸੀਗਾ ਕਿ ਕੋਈ ਇਹੋ ਜਿਹਾ ਤਰੀਕਾ ਹੈ ਜਿਹਦੇ ਨਾਲ ਬੰਦਾ ਆਪਣੀ ਆਕਸੀਜਨੇਸ਼ਨ ਬੈਟਰ ਕਰ ਸਕੇ, ਕਿ ਜਿੱਦਾਂ ਮੋਡਰੇਟ ਡਿਜ਼ੀਜ਼ ਦਾ ਬੰਦਾ ਉਹਨੂੰ 90 ਸੈਚੂਰੇਸ਼ਨ ਹੈ, ਕੁਛ ਪ੍ਰੋਨਿੰਗ ਨਾਲ ਤੁਸੀਂ ਦੱਸਦੇ ਹੋ, ਉਹ ਕਿਸ ਤਰ੍ਹਾਂ ਹੈ? ਦੇਖੋ, ਅੱਜ ਨਾ ਇੱਕ ਟ੍ਰਿਬਿਊਨ ਦੇ, ਮੈਂ ਅੱਜ ਸਾਰੇ ਆਪਣੇ ਮਰੀਜ਼ਾਂ ਨੂੰ ਵੀ ਹਸਪੀਟਲ 'ਚ ਕਹਿ ਕੇ ਆਇਆ ਕਿ ਅੱਜ ਟ੍ਰਿਬਿਊਨ ਦੇ 5ਵੇਂ ਕਿ 6ਵੇਂ ਪੇਜ ਦੇ ਉੱਤੇ ਹਰਿਆਣਾ ਗਵਰਨਮੈਂਟ ਦੀ ਇੱਕ ਬੜੀ ਵਧੀਆ ਐਡ ਕੱਢੀ ਆ ਕਿ ਜਿਹ 'ਚ ਉਹਨਾਂ ਨੇ ਪ੍ਰੋਨਿੰਗ ਟੈਕਨੀਕਸ ਦੇ ਪੂਰਾ ਇੱਕ ਪੇਜ ਦਾ ਪੈਂਫਲੇਟ ਹੈਗਾ। ਉਹਦੇ ਵਿੱਚ ਦੱਸਿਆ ਗਿਆ ਕਿ ਤੁਸੀਂ ਆਪਣਾ ਪੇਟ ਦੇ ਭਾਰ ਉਲਟਾ 1 ਘੰਟੇ ਵਾਸਤੇ ਲੇਟਣਾ, ਫਿਰ ਉਸ ਤੋਂ ਬਾਅਦ ਸੱਜੇ ਪਾਸੇ ਨੂੰ ਪਾਸਾ ਲੈ ਕੇ ਲੇਟਣਾ, ਫਿਰ ਸਿੱਧਾ ਆਪਣਾ ਸਿਰ ਉੱਚਾ ਕਰਕੇ ਘੰਟਾ ਰੱਖੋ, ਫਿਰ ਖੱਬੇ ਪਾਸੇ ਨੂੰ ਤੇ ਫਿਰ ਆਪਣਾ ਉਲਟਾ। ਕਿਉਂਕਿ ਇਹ ਦੇਖਿਆ ਗਿਆ ਸੀਗਾ ਕਿ ਜਦੋਂ ਵੀ ਜਿਹੜੇ ਆਪਣੇ ਏਰੀਆਜ਼ ਅੰਡਰ ਯੂਟਿਲਾਈਜ਼ ਹੁੰਦੇ ਲੰਗਸ ਦੇ ਵਿੱਚ, ਜਦੋਂ ਅਸੀਂ ਉਲਟੇ ਲੇਟਦੇ ਹਾਂ ਤੇ ਲੰਬਾ ਸਾਹ ਲੈਂਦੇ ਹੈਗੇ ਆ, ਉਹਦੇ ਨਾਲ ਉਹਨਾਂ ਦੇ ਵਿੱਚ ਵੈਂਟੀਲੇਸ਼ਨ ਬੈਟਰ ਹੋ ਜਾਂਦੀ ਹੈ ਤੇ ਆਕਸੀਜਨੇਸ਼ਨ ਇੰਪਰੂਵ ਕਰ ਜਾਂਦੀ ਹੈ। ਈਵਨ ਇਹ ਚੀਜ਼ ਅਸੀਂ ਸਿਰਫ ਬਾਕੀ ਲੋਕਾਂ ਨੂੰ ਘਰਾਂ 'ਚ ਨਹੀਂ ਕਹਿੰਦੇ, ਈਵਨ ਹਸਪੀਟਲ 'ਚ ਇਹ ਪ੍ਰੈਕਟਿਸ ਕੀਤੀ ਜਾਂਦੀ ਹੈ। ਸਾਡੇ ਉੱਥੇ ਪ੍ਰੋਪਰ ਚਾਰਟ ਬਣੇ ਜਿਹਦੇ 'ਚ ਕਿ ਸਾਰੇ ਮਰੀਜ਼ਾਂ ਨੂੰ ਅਸੀਂ ਪ੍ਰੋਨਿੰਗ ਕਰਾਉਂਦੇ ਹਾਂ 1 ਘੰਟੇ ਵਾਸਤੇ, ਕਿ ਅਸੀਂ ਕਹਿੰਦੇ ਹਾਂ ਮੀਲਸ ਤੋਂ 1 ਘੰਟਾ ਪਹਿਲਾਂ ਤੁਸੀਂ ਆਪਣਾ ਪ੍ਰੋਨਿੰਗ ਕਰੋ, ਕਿਉਂਕਿ ਉਸ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਆਪਣਾ 2 ਘੰਟੇ ਸਿੱਧੇ ਹੋ ਜਾਓ ਤਾਂ ਕਿ ਖਾਣੇ ਦੀ ਤੁਹਾਨੂੰ ਵੋਮਿਟਿੰਗ ਵਗੈਰਾ ਨਾ ਆਵੇ। ਸੋ ਜੇ ਤੁਸੀਂ ਇਹਨੂੰ ਦਿਨ 'ਚ 5-6 ਵਾਰੀ ਕਰ ਲੈਂਦੇ ਹੋ ਤਾਂ ਉਹ ਤੁਹਾਨੂੰ ਕਾਫੀ ਹੈਲਪ ਕਰੇਗੀ। ਦੇਖੋ ਦੋਸਤੋ, ਜਿਹੜੀ ਇਹ 3 ਚੀਜ਼ਾਂ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਆਪਾਂ ਆਪਾਂ ਐਜ ਏ ਸਿਟੀਜ਼ਨ, ਐਜ ਏ ਪੇਸ਼ੈਂਟ ਵੀ ਆਪਾਂ ਹੈਲਪ ਕਰ ਸਕਦੇ ਹਾਂ। ਦੇਖੋ ਇਹ ਵੀ ਬਹੁਤ ਕਿੰਨਾ ਇਹ ਬੜੀ ਅਨਯੂਜੂਅਲ ਚੀਜ਼ ਹੈ ਕਿ ਐਜ ਏ ਪੇਸ਼ੈਂਟ ਵੀ ਤੁਸੀਂ ਫਰੰਟ ਲਾਈਨ ਵਰਕਰ ਬਣ ਸਕਦੇ ਹੋ, ਕਿਉਂਕਿ ਜੇ ਤੁਹਾਡੀ ਆਕਸੀਜਨੇਸ਼ਨ ਇੰਪਰੂਵ ਹੋ ਜਾਂਦੀ ਹੈ ਪ੍ਰੋਨਿੰਗ ਦੇ ਨਾਲ, ਸਪਾਈਰੋਮੀਟਰੀ ਫੂਕ ਮਾਰ ਕੇ ਬੈਲੂਨ ਫਲਾਉਣ ਨਾਲ, ਥੋੜ੍ਹੇ ਜਿਹੇ ਯੋਗਾ ਕਰਨ ਨਾਲ, ਤਾਂ ਆਪਾਂ ਆਕਸੀਜਨ ਦੀ ਯੂਟਿਲਿਟੀ ਜਿਹੜੀ ਆਪਣੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਘੱਟ ਜਾਏਗੀ ਅਤੇ ਇਹਦੇ ਨਾਲ ਆਪਾਂ ਕਾਫੀ ਆਕਸੀਜਨ ਸੇਵ ਕਰਕੇ ਬਾਕੀ ਲੋਕਾਂ ਨੂੰ ਲਾਈਫ ਬਚਾ ਸਕਦੇ ਹਾਂ। ਅਤੇ ਜਿਹੜੀ ਪ੍ਰੋਨਿੰਗ ਦੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਲੀਅਰ ਕਰਾਂਗਾ ਕਿ ਪ੍ਰੋਨਿੰਗ ਦੀ ਇੱਕ ਸਿੰਪਲ ਵੀਡੀਓ ਹੈ ਜੋ ਸਾਡੇ ਇੱਕ ਪੇਸ਼ੈਂਟ ਨੇ ਬਣਾਈ ਸੀਗੀ, ਉਹ ਅਸੀਂ ਸੰਦੀਪ ਜੀ ਨਾਲ ਸ਼ੇਅਰ ਕਰ ਲਾਂਗੇ। ਸਾਡੀਆਂ ਜਿਹੜੀਆਂ ਪੰਜਾਬ ਡਾਕਟਰਸ ਕੋਲੇ ਉਹ ਸਾਰੀਆਂ ਹੈਗੀਆਂ, ਜਿਹੜੀਆਂ ਪੰਜਾਬ ਦੀ ਗਾਈਡਲਾਈਨਸ ਦੇ ਵਿੱਚ ਉਹ ਵੀਡੀਓ ਵੀ ਹੈਗਾ। ਉਹ ਪੰਜਾਬ ਗਵਰਨਮੈਂਟ ਨੇ ਮੇਰੇ ਖਿਆਲ ਪਿਛਲੇ ਮਈ ਦੇ ਵਿੱਚ ਸ਼ਾਇਦ ਇਹ ਰਿਲੀਜ਼ ਕਰਤੀ ਸੀ। ਕਾਫੀ ਲੋਕ ਉਹਨੂੰ ਵੀਡੀਓ ਨੂੰ ਯੂਜ਼ ਕਰ ਰਹੇ ਨੇ ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਤਾਂ ਤੁਸੀਂ ਇਹ ਫੇਸਬੁੱਕ 'ਤੇ ਪਾ ਸਕਦੇ ਹੋ ਤਾਂ ਕਿ ਪ੍ਰੋਨਿੰਗ ਪ੍ਰੋਪੇਗੇਟ ਕਰੀਏ, ਕਿਉਂਕਿ ਅੱਜ ਕੱਲ੍ਹ ਇਹ ਬਹੁਤ ਜ਼ਰੂਰੀ ਹੈ। ਮੋਡਰੇਟ ਪੇਸ਼ੈਂਟ ਜੇ ਸੈਚੂਰੇਸ਼ਨ ਪ੍ਰੋਨਿੰਗ ਨਾਲ ਇੰਪਰੂਵ ਹੋ ਜਾਂਦੀ ਘਰ ਆਏਗਾ, ਔਰ ਤੁਹਾਨੂੰ ਤਾਂ ਪਤਾ ਹੀ ਹੈ ਕਿ ਘਰ ਅਤੇ ਹਸਪੀਟਲ ਦੇ ਵਿੱਚ ਮਾਨਸਿਕਤਾ ਤੌਰ 'ਤੇ ਕਿੰਨੀ ਛੇਤੀ ਇੰਪਰੂਵਮੈਂਟ ਹੋ ਜਾਂਦੀ ਹੈ ਜਦੋਂ ਬੰਦਾ ਹਸਪੀਟਲ ਤੋਂ ਕਰ ਸਕਦਾ। ਸੋ ਪ੍ਰੋਨਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ ਦੀਸ ਡੇਜ਼। ਪਹਿਲਾਂ ਵੀ ਜ਼ਰੂਰਤ ਸੀ ਪਰ ਹੁਣ ਤਾਂ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਹੈ। ਇੱਕ ਮੇਰਾ ਦੋਨੋਂ ਦੇ ਸੇਮ ਆਨਸਰ ਹੈ, ਵਿਕਾਸ ਅਤੇ ਗਗਨ ਜੀ ਦਾ। ਇਹ ਪੁੱਛ ਰਹੇ ਨੇ ਕਿ ਐਲਡਰਲੀ ਪੇਸ਼ੈਂਟ ਨੇ, ਇੱਕ ਦੇ ਹਾਰਟ ਦੇ ਪੇਸ਼ੈਂਟ ਨੇ, ਇੱਕ ਵੈਸੇ ਹੀ ਐਲਡਰਲੀ ਨੇ, ਕਿ ਉਹਨਾਂ ਨੂੰ ਲੱਗ ਰਿਹਾ ਕਿ ਆਪਾਂ ਵੈਕਸੀਨੇਸ਼ਨ ਕਰਾਉਣੀ ਚਾਹੀਦੀ ਹੈ। ਇਹਦੇ ਵਿੱਚ ਬਹੁਤ ਕਨਫਿਊਜ਼ਨ ਕੋਈ ਨਹੀਂ ਹੈ। ਪਿਛਲੀ ਵਾਰ ਵੀ ਅਸੀਂ ਜਿਹੜੀ ਸੰਜੀਵਨੀ ਗਰੁੱਪ ਦੇ ਥਰੂ ਡਿਸਕਸ ਕੀਤਾ ਸੀ, ਸਾਰੀਆਂ ਗਾਈਡਲਾਈਨਸ ਨੇ। ਬਲਕਿ ਐਲਡਰਲੀ ਪੇਸ਼ੈਂਟ ਅੱਜ ਕੱਲ੍ਹ ਕੋਵਿਡ ਦੇ ਜਿਸ ਹਿਸਾਬ ਨਾਲ ਟਰਾਂਸਮਿਸ਼ਨ ਹੈ, ਇਹਨਾਂ ਨੂੰ ਜ਼ਿਆਦਾ ਰਿਸਕ ਹੈ। ਜਿੰਨਾ ਪੇਸ਼ੈਂਟ ਨੂੰ ਜਿੰਨਾ ਜ਼ਿਆਦਾ ਰਿਸਕ ਹੋਏਗਾ ਉਨਾ ਜ਼ਿਆਦਾ ਬੈਨੀਫਿਟ ਹੈ। ਸੋ ਇਹਨਾਂ ਲਈ ਵੈਕਸੀਨ ਕਰਾਉਣੀ ਚਾਹੀਦੀ ਹੈ। ਕੋਈ ਸਾਈਡ ਇਫੈਕਟ ਬੈਨੀਫਿਟ ਨਾਲੋਂ ਆਪਾਂ ਸਾਈਡ ਇਫੈਕਟ ਅਤੇ ਬੈਨੀਫਿਟ ਦੇਖਦੇ ਹਾਂ। ਬੈਨੀਫਿਟ ਬਹੁਤ ਜ਼ਿਆਦਾ ਹੈ, ਸਾਈਡ ਇਫੈਕਟ ਬਹੁਤ ਘੱਟ ਨੇ। ਇਸ ਕਰਕੇ ਦੋਨਾਂ ਵਾਸਤੇ ਮੇਰੀ ਰਿਕੁਐਸਟ ਹੈ, ਕੋਈ ਦਵਾਈ ਬੰਦ ਕਰਨ ਦੀ ਲੋੜ ਨਹੀਂ। ਇਹਨਾਂ ਨੂੰ ਐਲਡਰਲੀ ਪੇਸ਼ੈਂਟਸ ਨੂੰ ਆਪਣੀ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਬਟ ਮੇਰੀ ਇੱਕੋ ਹੀ ਰਿਕੁਐਸਟ ਹੈ, ਜੋ ਵੀ ਬੰਦਾ ਵੈਕਸੀਨੇਸ਼ਨ ਸਾਈਟ 'ਤੇ ਜਾਂਦਾ ਹੈ ਉੱਥੇ ਉਹਨਾਂ ਨੂੰ 15-20 ਮਿੰਟ ਬੈਠਣਾ ਪੈਂਦਾ ਹੈ, ਉਹ ਆਪਣਾ ਮਾਸਕ ਉੱਥੇ ਨਾ ਉਤਾਰਨ ਪਲੀਜ਼। ਇਹ ਚੀਜ਼ਾਂ ਦਾ ਧਿਆਨ ਰੱਖਿਓ। ਮਿਸਟਰ ਵਿਕਾਸ ਐਂਡ ਗਗਨ ਸਰ, ਸਾਡਾ ਅੱਜ ਦਾ ਲਾਸਟ ਸਵਾਲ ਓਕੇ, ਜਤਿੰਦਰ ਬੱਗਾ ਜੀ ਨੇ ਪੁੱਛਿਆ ਕਿ ਕੋਈ ਉਹਨਾਂ ਦਾ ਨੋਨ ਟੂ ਹੈ, 1.5 ਸਾਲ ਦਾ ਬੱਚਾ ਹੈ, ਉਸ ਨੂੰ ਬੁਖਾਰ ਹੈ ਅਤੇ ਉਹ ਕਿੱਦਾਂ ਕੀ ਕਰੇ ਡਾਕਟਰ ਸਾਹਿਬ? ਦੇਖੋ, ਜਿਹੜਾ ਬੱਚਿਆਂ ਦੇ ਵਿੱਚ ਵੀ ਐਤਕੀ ਕਾਫੀ ਜ਼ਿਆਦਾ ਅਸੀਂ ਦੇਖ ਰਹੇ ਹਾਂ ਕਿ ਕਰੋਨਾ ਦਾ ਇਨਸੀਡੈਂਟ ਹੋ ਰਿਹਾ। ਜੇ ਬੱਚੇ ਨੂੰ 1.5 ਸਾਲ ਦੇ ਬੱਚੇ ਨੂੰ ਕਰੋਨਾ, ਤੇ ਜੇ ਘਰ 'ਚ ਕਿਸੇ ਫੈਮਿਲੀ ਮੈਂਬਰ ਨੂੰ ਵੀ ਖਾਂਸੀ ਜ਼ੁਕਾਮ ਪਹਿਲਾਂ ਸੀਗਾ, ਸੋ ਪ੍ਰੋਬਬਲੀ ਬੱਚੇ ਨੂੰ ਉਸ ਤੋਂ ਬਾਅਦ ਬੁਖਾਰ ਹੋਣਾ ਸ਼ੁਰੂ ਹੋਇਆ, ਤੇ ਬੱਚੇ ਦਾ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਬੱਚੇ ਦਾ ਟੈਸਟ ਵੀ ਕਰਾਉਣਾ ਚਾਹੀਦਾ, ਅਤੇ ਉਹਨੂੰ ਪ੍ਰੋਪਰਲੀ ਜੇ ਉਹਨੂੰ ਖਾਂਸੀ ਜ਼ੁਕਾਮ ਅਤੇ ਨੱਕ ਵਗਦਾ ਪਿਆ ਤੇ ਉਹਦਾ ਆਪਣੇ ਆਪ ਨੂੰ ਉਹਨੂੰ ਐਜ਼ ਅ ਕਰੋਨਾ ਸਸਪੈਕਟ ਕਰਕੇ ਚੱਲੋ, ਅਤੇ ਉਹਦਾ ਪ੍ਰੋਪਰ ਆਪਣੇ ਜਿਹੜਾ ਲੋਕਲ ਪੀਡੀਆਟੀਸ਼ੀਅਨ ਹੈਗਾ ਉਹਦੇ ਨਾਲ ਕੰਸਲਟ ਕਰਕੇ ਟਰੀਟਮੈਂਟ ਕਰਵਾਓ। ਸੰਦੀਪ ਸਰ, ਹੁਣ ਐਕਚੁਅਲੀ ਕਣਕਾਂ ਤੋਂ ਬਾਅਦ ਤੁਹਾਨੂੰ ਪਤਾ ਕਿ ਉਹ ਬਰਨਿੰਗ ਥੋੜ੍ਹੀ ਜਿਹੀ ਹੁੰਦੀ ਹੈ ਜਗ੍ਹਾ ਜਗ੍ਹਾ 'ਤੇ, ਚਾਹੇ ਆਪਾਂ ਸਾਰੇ ਲੋਕਾਂ ਨੂੰ ਰਿਕੁਐਸਟ ਕਰਦੇ ਹਾਂ। ਅਤੇ ਅਸੀਂ ਦੇਖਿਆ ਕਿ ਜਦੋਂ ਵੀ ਇਸ ਤਰ੍ਹਾਂ ਦੇ ਨਾਲ ਐਲਰਜੀ, ਜਿੱਦਾਂ ਮਹਾਜਨ ਸਾਹਿਬ ਕਹਿ ਰਹੇ ਸੀ ਕਿ ਇਹ ਮੌਸਮ ਚੇਂਜ ਹੁੰਦਾ ਅਤੇ ਐਲਰਜੀ ਹੁੰਦੀ ਹੈ, ਬੜੀ ਕਨਫਿਊਜ਼ਨ ਹੋ ਜਾਂਦੀ ਹੈ ਨਾ, ਮੈਨੂੰ ਕੀ ਹੋਇਆ।
ਤੇ ਇਹਦੇ ਨਾਲ ਵਾਇਰਲ ਡਿਜ਼ੀਜ਼ ਵੀ ਐਗਰਾਵੇਟ ਹੁੰਦੀ ਹੈ, ਤਾਂ ਬੜੀ ਕਲੀਅਰ ਹੈ, ਉਹਨਾਂ ਦੀ ਸਵੈਰਿਟੀ ਵੱਧ ਜਾਂਦੀ ਹੈ ਕਿਉਂਕਿ ਲੰਗਸ ਨੂੰ ਇਨਵੋਲਵ ਹੁੰਦੀ ਹੈ। ਤਾਂ ਇਹਦੇ ਵਾਸਤੇ ਆਪਾਂ ਨੂੰ, ਕਿਉਂਕਿ ਕੇਸਿਸ ਐਗਰਾਵੇਟ ਹੋ ਸਕਦੇ ਨੇ, ਪ੍ਰਸ਼ਾਸਨ ਉਹਦੇ ਵਾਸਤੇ ਕੀ ਕਹਿ ਸਕਦਾ ਤੇ ਤੁਹਾਡੀ ਕੀ ਅਪੀਲ ਹੈ ਆਮ ਲੋਕਾਂ ਵਾਸਤੇ? ਦੇਖੋ, ਪਹਿਲੇ ਤਾਂ ਮੇਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਕਿਉਂਕਿ ਇਹ ਪੈਂਡੇਮਿਕ ਬਿਮਾਰੀ, ਇੱਕ ਮਹਾਮਾਰੀ ਇੱਥੇ ਚੱਲੀ ਹੈ, ਆਪਾਂ ਆਪਣੇ ਪਰਿਵਾਰ ਦੀ, ਆਪਣੇ ਸਮਾਜ ਦੀ, ਆਪਣੇ ਸਾਰਿਆਂ ਦੀ ਸੇਵਾ ਕਰਾਂਗੇ ਕਿ ਜੇ ਆਪਾਂ ਨਾੜ ਨੂੰ ਅੱਗ ਨਾ ਲਾਈਏ। ਦੂਜੀ ਮੇਰੀ ਗੱਲ ਇਹੀ ਹੈ ਕਿ ਪੰਜਾਬ ਸਰਕਾਰ ਦਾ ਇਹ ਵਾਅਦਾ ਹੈ, ਪੰਜਾਬ ਸਰਕਾਰ ਦੀ ਬਹੁਤ ਸ਼ਿੱਦਤ ਨਾਲ ਇਹ ਕਮਿਟਮੈਂਟ ਹੈ ਕਿ ਅਸੀਂ ਕਿਸੇ ਵੀ ਨਾੜ ਨੂੰ ਅੱਗ ਨਹੀਂ ਲੱਗਣ ਦਿਆਂਗੇ। ਗ੍ਰੀਨ ਟ੍ਰਿਬਿਊਨਲ ਦੀ ਵੀ ਡਾਇਰੈਕਸ਼ਨਸ ਨੇ, ਪੰਜਾਬ ਸਰਕਾਰ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਲਗਾਤਾਰ ਮੁਸਤੈਦੀ ਨਾਲ ਚੈੱਕ ਕਰ ਰਹੀਆਂ ਨੇ ਕਿ ਕਿਸੇ ਵੀ ਖੇਤ 'ਚ ਨਾੜ ਨੂੰ ਅੱਗ ਨਾ ਲੱਗੇ। ਫਿਰ ਵੀ ਮੈਂ ਬੇਨਤੀ ਆਪਣੇ ਕਿਸਾਨ ਵੀਰਾਂ ਨੂੰ ਜ਼ਰੂਰ ਕਰਾਂਗਾ ਕਿ ਨਾੜ ਨੂੰ ਅੱਗ ਨਾ ਲਾਈ ਜਾਵੇ। ਓਕੇ ਦੋਸਤੋ, ਆਖਰ 'ਚ ਮੈਂ ਸਾਰਾ ਸਮਰਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਜੋ ਦੋਨੋਂ ਐਕਸਪਰਟਸ ਨੇ ਮੈਨੂੰ ਦੱਸਿਆ, ਜਦ ਆਪਣੇ ਸਵਾਲਾਂ ਦੇ ਜਵਾਬ ਦਿੱਤੇ ਸਾਰਿਆਂ ਵਾਸਤੇ। ਪਹਿਲੀ ਚੀਜ਼, ਆਪਾਂ ਕੋਵਿਡ ਬਾਰੇ ਜਾਈਏ ਕਿ ਜਿਹੜੇ ਮਾਈਲਡ ਡਿਜ਼ੀਜ਼ ਨੇ ਕੋਵਿਡ ਦੇ, ਖਾਂਸੀ ਬੁਖਾਰ, ਜਿਨ੍ਹਾਂ ਦੀ ਸੈਚੂਰੇਸ਼ਨ ਨਾਰਮਲ ਹੈ, ਜੇ ਉਹਨਾਂ ਨੂੰ ਦੇਖਣਾ ਕਿ ਮੈਂ ਡਿਜ਼ੀਜ਼ ਵੱਧ ਰਿਹਾ ਜਾਂ ਨਹੀਂ ਵੱਧ ਰਿਹਾ, ਉਹ 6 ਮਿੰਟਸ ਵਾਕ ਉਹਨਾਂ ਨੂੰ ਕਰਨੀ ਚਾਹੀਦੀ ਹੈ। ਅਤੇ ਡਿਜ਼ੀਜ਼ ਜੇ ਸੈਚੂਰੇਸ਼ਨ 94 ਤੋਂ ਘੱਟ ਹੈ ਤਾਂ ਜਿੱਦਾਂ ਸੰਦੀਪ ਜੀ ਨੇ ਕਿਹਾ, ਉਸ ਹੈਲਪਲਾਈਨ ਨਾਲ ਜਾਂ ਡਾਇਰੈਕਟ ਡਾਕਟਰ ਨਾਲ ਗੱਲ ਕਰ ਸਕਦੇ ਹੋ। ਦੂਸਰਾ ਮੇਰਾ ਹੈ ਕਿ ਜਿਹੜਾ CT ਸਕੈਨ ਹੈ, ਇਹ ਟੋਟਲ ਮਾਈਲਡ ਡਿਜ਼ੀਜ਼ ਦੇ ਵਿੱਚ ਵੇਸਟੇਜ ਆਫ ਮਨੀ ਹੈ, ਇਹਦਾ ਕੋਈ ਫਾਇਦਾ ਨਹੀਂ ਹੈ। ਪਲੀਜ਼ ਹੱਥ ਜੋੜ ਕੇ ਬੇਨਤੀ ਹੈ, ਇਹ ਬਿਮਾਰੀ बढ़ाਉਂਦਾ ਹੈ ਤੇ ਫਾਇਦਾ ਕੁਝ ਨਹੀਂ ਕਰਦਾ। ਸਕੋਰ ਸਿਸਟਮ ਮੇਰਾ ਕੀ ਹੈ, ਤੋਂ ਉੱਪਰ ਉੱਠੋ ਤੇ ਆਪਾਂ ਸਿਆਣੇ ਬਣੀਏ। ਸਾਰੀਆਂ ਗਾਈਡਲਾਈਨਾਂ ਇਹ ਕਹਿੰਦੀਆਂ ਕਿ ਇਹਦੇ ਵਿੱਚ CT ਸਕੈਨ ਰੇਅਰਲੀ ਲੋਡ ਹੁੰਦੀ ਹੈ, ਸੋ ਵੀ ਸ਼ੁੱਡ ਨਾਟ ਫੋਲੋ ਦੈਟ ਐਨੀਬੋਡੀਜ਼। ਕੁਝ ਓਵਰ ਮੈਡੀਕੇਸ਼ਨ ਮਾਈਲਡ ਡਿਜ਼ੀਜ਼ 'ਚ ਬਿਲਕੁਲ ਨਾ ਕਰੋ। ਲੋਕ 15-15 20 ਗੋਲੀਆਂ ਦੇ ਥੱਬੇ ਲੈ ਕੇ ਬੈਠੇ ਨੇ, ਪਰ ਬਲੀਵ ਮੀ ਅਸੀਂ ਦੋਨਾਂ ਨੇ ਕਮ ਸੇ ਕਮ ਥਾਊਜ਼ੈਂਡਸ 'ਚ ਪੇਸ਼ੈਂਟ ਇਕੱਠਿਆਂ ਨੇ ਟਰੀਟ ਕੀਤੇ ਨੇ। ਅਸੀਂ ਵਿਟਾਮਿਨ C, ਕਰੋਸਿਨ, ਆਈਵਰਮੈਕਟਿਨ, ਜਿੱਦਾਂ ਡਾਕਟਰ ਸਾਹਿਬ ਨੇ ਕਿਹਾ, ਹੁਣ ਲੇਟੈਸਟ ਜ਼ਰੂਰ ਚੱਲੀ ਹੈ ਕਿ ਜਿਹੜੇ ਬਿਊਡੀਕੋਟ ਇਨਹੇਲਰ ਹੈਗੇ ਨੇ, ਜਿਨ੍ਹਾਂ ਨੂੰ ਫੇਫੜਿਆਂ ਦੀ ਬਿਮਾਰੀ ਹੈ ਜਾਂ ਸ਼ੂਗਰ ਹੈ ਜਾਂ ਹਾਈ ਰਿਸਕ ਹੈ, ਉਹਦੇ ਨਾਲ ਉਹਨੂੰ ਐਡ ਕਰ ਸਕਦੇ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਜੇ ਤੁਸੀਂ ਗਾਰਗਲਸ ਕੀਤੇ ਨੇ, ਉੱਥੇ ਫੋਕਸ ਕਰੋ। ਬੇਮਤਲਬ ਦੇ ਐਂਟੀਬਾਇਓਟਿਕ, ਜੀ ਮੈਂ ਡੌਕਸੀ 5 ਦਿਨ ਖਾ ਲਈ, ਮੈਂ ਜਿਥਰੋ 5 ਦਿਨ ਖਾ ਲਈ, ਮੈਂ ਹੁਣ ਕੀ ਕਰਾਂ, ਇਹ ਚੀਜ਼ਾਂ ਆਪਾਂ ਨਾ ਰਿਪੀਟ ਕਰੀਏ ਤੇ ਪ੍ਰੋਪੇਗੇਟ ਕਰੋ ਕਿ ਮਿਸਯੂਜ਼ ਆਫ ਐਂਟੀਬਾਇਓਟਿਕਸ ਤੇ ਐਂਟੀਵਾਇਰਲ ਡਰੱਗ ਜਿਹੜੀਆਂ ਡਾਕਟਰ ਮਹਾਜਨ ਨੇ ਕਿਹਾ, ਉਹਨਾਂ ਤੋਂ ਬਚੀਏ। 2 ਡਰੱਗਸ ਜਿਹਦੇ ਬਾਰੇ ਡੈਫੀਸ਼ੈਂਸੀ ਲੋਕਾਂ ਨੇ ਕੁਝ ਇਸ ਤਰ੍ਹਾਂ ਬਣਾ ਦਿੱਤੀ ਹੈ ਕਿ ਰੈਮਡੇਸਿਵਿਰ ਆ ਗਿਆ ਤਾਂ ਰਾਮਬਾਨ ਆ ਗਿਆ, ਮੈਜਿਕ ਬੁਲੇਟ ਆ ਗਈ, ਉਸ ਤੋਂ ਬਚੋ। ਸਿਰਫ ਕੁਝ ਪਰਸੈਂਟੇਜ ਆਫ ਲੋਕ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਰੈਮਡੇਸਿਵਿਰ ਦੀ ਇਸ ਤਰ੍ਹਾਂ ਦੀ ਐਂਟੀਵਾਇਰਲ ਡਰੱਗ ਦੀ ਲੋੜ ਹੈ, ਪਹਿਲੇ 7 ਦਿਨ ਦੇ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਕੁਝ ਲੋਕਾਂ ਨੂੰ ਉਹਦਾ ਬੈਨੀਫਿਟ ਹੁੰਦਾ, ਉਹ ਵੀ ਪਲੱਸ ਮਾਈਨਸ ਹੈ। ਨੋ ਡਾਊਟ ਇਹ ਡਰੱਗ ਬਹੁਤ ਇੰਪੋਰਟੈਂਟ ਹੈ, ਪਰ ਇਹਦੀ ਜਿਹੜੀ ਡੈਫੀਸ਼ੈਂਸੀ ਉਹ ਟੈਂਪਰੇਰੀ ਸੀ, ਲੋਕਾਂ ਨੇ ਬਣਾਈ ਹੋਈ ਸੀ। ਜੇ ਇਹਦਾ ਯੂਜ਼ ਅਸੀਂ ਘਟਾ ਦਿੱਤਾ, ਇਸ ਨੂੰ ਬੇਮਤਲਬ ਯੂਜ਼ ਨਾ ਹੋਇਆ ਤੇ ਸਾਰੇ ਲੋਕਾਂ ਨੂੰ ਮਿਲ ਜਾਏਗੀ। ਤੇ ਪੰਜਾਬ ਗਵਰਨਮੈਂਟ ਜਿੱਦਾਂ ਉਹਨਾਂ ਨੇ ਦੱਸਿਆ, ਕਾਫੀ ਥਾਊਜ਼ੈਂਡਸ ਦੀ ਤਾਦਾਦ 'ਚ ਇਹ ਇੰਜੈਕਸ਼ਨ ਹੁਣ ਆਪਾਂ ਨੂੰ ਮੁਹੱਈਆ ਹੋ ਰਹੇ ਨੇ ਤੇ ਛੇਤੀ ਅਵੇਲੇਬਲ ਹੋ ਜਾਣਗੇ। ਤੀਸਰੀ, ਇੱਕ ਡਰੱਗ ਬਹੁਤ 40,000 ਦਾ ਟੀਕਾ ਲਾ ਦਿਓ ਜੀ ਮੇਰੇ, ਪਲਾਜ਼ਮਾ ਲਗਾ ਦਿਓ, ਇਹ ਚੀਜ਼ਾਂ ਤੋਂ ਵੀ ਆਪਾਂ ਉੱਪਰ ਉੱਠੀਏ। ਕਿਉਂਕਿ ਦੇਖੋ, ਜਿਹੜੇ ਤੁਹਾਡੇ ਵਾਸਤੇ ਪੰਜਾਬ ਗਵਰਨਮੈਂਟ ਐਕਸਪਰਟ ਗਰੁੱਪ ਬਣਾ ਰਿਹਾ, ਉਹਨਾਂ ਨੇ ਗਾਈਡਲਾਈਨ ਦਿੱਤੀਆਂ, ਉਹ ਸਾਇੰਸ ਤੇ ਤੱਥ ਦੇ ਹਿਸਾਬ ਨਾਲ ਹੈ। ਉਹਦੇ ਵਿੱਚ PGI, ਏਮਸ, UK, USA ਦੇ ਡਾਕਟਰ ਐਕਸਪਰਟਸ ਨੇ ਇਕੱਠੇ ਮਿਲ ਕੇ ਪੰਜਾਬੀਆਂ ਵਾਸਤੇ ਆਪਣੇ ਗਾਈਡਲਾਈਨਸ ਬਣਾਈਆਂ ਨੇ। ਉਹਨਾਂ ਨੇ ਇਹਨਾਂ ਇੰਜੈਕਸ਼ਨ ਦੇ ਆਲਟਰਨੇਟਿਵ ਵੀ ਦਿੱਤੇ ਨੇ। ਬੇਸਿਕਲੀ ਇਹ ਡਰੱਗ USA, ਯੂਰਪ 'ਚ ਵੀ ਨਹੀਂ ਮਿਲਦੀ ਹੈਗੀ ਹੈ, ਤਾਂ ਉਹਦੇ ਆਲਟਰਨੇਟਿਵ ਦਿੱਤੇ ਨੇ। ਜੋ ਨਹੀਂ ਮਿਲਦੀ ਉਹਦੇ ਆਲਟਰਨੇਟਿਵ ਯੂਜ਼ ਕਰੋ। ਪਲਾਜ਼ਮਾ ਫਿਲਹਾਲ ਐਕਸਪੈਰੀਮੈਂਟਲ ਡਰੱਗ ਹੈ, ਬਹੁਤ ਰੇਅਰ ਕੇਸਾਂ 'ਚ ਕੁਝ ਫਾਇਦਾ ਕਰ ਸਕਦੀ ਹੈ, ਪਰ ਹਾਲੇ ਤੱਕ ਜੋ ਸਾਡਾ ਐਕਸਪਰਟ ਪੈਨਲ ਇਹ ਸਮਝਦਾ ਹੈ ਕਿ ਇਹਨੂੰ ਅਸੀਂ ਯੂਜ਼ ਨਾ ਕਰੀਏ, ਇਹਦਾ ਕੋਈ ਫਾਇਦਾ ਓਵਰਆਲ ਨਹੀਂ ਹੈਗਾ। ਸੋ ਆਪਾਂ ਬਾਰ-ਬਾਰ ਪਲਾਜ਼ਮਾ ਮੰਗਣਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਆਪਾਂ ਅਵੋਇਡ ਕਰੀਏ ਤੇ ਪ੍ਰੈਸ਼ਰਾਈਜ਼ ਨਾ ਕਰੀਏ। ਇੱਕ ਮੇਰੀ ਆਖਰੀ ਰਿਕੁਐਸਟ ਤੁਹਾਨੂੰ ਸਾਰਿਆਂ ਨੂੰ ਇਹ ਹੈਗੀ ਹੈ, ਕਈ ਲੋਕਾਂ ਦੇ ਵੀਰਾਂ ਦੇ ਜਿਹੜੇ ਪੇਸ਼ੈਂਟਸ ਨੇ, ਉਹ ਲੁਧਿਆਣਾ ਦੇ ਵਿੱਚ ਇੱਕ ਹਸਪਤਾਲ 'ਚ ਹੁੰਦੇ ਨੇ, ਉਹ ਦੂਜੇ ਹਸਪਤਾਲ ਸ਼ਿਫਟ ਹੋਣਾ ਚਾਹੁੰਦੇ ਆ, ਦੂਜੇ ਤੋਂ ਤੀਜੇ 'ਚ ਹੋਣਾ ਚਾਹੁੰਦੇ ਆ। ਇਹ ਜਿਹੜੀ ਸ਼ਿਫਟਿੰਗ ਹੈ ਪੇਸ਼ੈਂਟ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ। ਇਨਫੈਕਟ ਉਹਦੇ 'ਚ ਰਿਕਵਰੀ ਦੇ ਚਾਂਸਿਸ ਘੱਟ ਜਾਂਦੇ ਨੇ। ਜਦੋਂ ਅਸੀਂ ਸ਼ਿਫਟਿੰਗ ਕਰਦੇ ਹਾਂ ਉਹਦੀ ਆਕਸੀਜਨ ਘੱਟ ਜਾਂਦੀ ਹੈ, ਤਾਂ ਆਕਸੀਜਨ ਘੱਟ ਜਾਂਦੀ ਹੈ, ਜਦੋਂ ਦੂਜੇ ਹਸਪੀਟਲ ਜਾਂਦਾ ਹੋਰ ਉਹਦੀ ਜਿਹੜੀ ਹੈਗੀ ਪ੍ਰੋਬਲਮ ਵੱਧ ਜਾਂਦੀ ਹੈ। ਇਸ ਵਾਸਤੇ ਅਸੀਂ ਇੱਕ ਸੰਜੀਵਨੀ ਗਰੁੱਪ ਜਿਹੜਾ ਪਿਛਲੇ ਸਾਲ ਤੋਂ ਬਣਾਇਆ, ਉਹ ਚੱਲ ਰਿਹਾ। ਤੁਹਾਨੂੰ ਇਹ ਹੱਕ ਹੈ ਸਾਰੇ ਲੋਕਾਂ ਨੂੰ, ਤੁਸੀਂ ਆਪਣੇ ਡਾਕਟਰ, ਕਿਉਂਕਿ ਸਾਰੇ ਡਾਕਟਰ ਸਾਡੀ ਹੈਲਪ ਕਰ ਰਹੇ ਨੇ, ਪ੍ਰਾਈਵੇਟ ਤੇ ਗਵਰਨਮੈਂਟ ਦੋਨਾਂ ਦੇ। ਜੇ ਕਿਸੇ ਨੂੰ ਇਹ ਲੱਗਦਾ, ਕਿਸੇ ਵੀ ਮੇਰੇ ਵੀਰ ਨੂੰ ਜਾਂ ਭੈਣ ਨੂੰ ਕਿ ਮੇਰੇ ਰਿਸ਼ਤੇਦਾਰ ਦਾ ਇੱਥੇ ਟ੍ਰੀਟਮੈਂਟ, ਉਹਨੂੰ ਲੱਗਦਾ ਕਿ ਮੈਂ ਦੂਜਾ ਸੈਕਿੰਡ ਓਪੀਨੀਅਨ ਲਵਾਂ, ਤਾਂ ਆਪਣੇ ਡਾਕਟਰ ਨੂੰ ਰਿਕੁਐਸਟ ਕਰਦਾ, ਕਿਉਂਕਿ ਸਾਡੇ ਨਾਲ ਕੋਆਰਡੀਨੇਟ ਕਰਦੇ ਆ ਸੰਜੀਵਨੀ ਗਰੁੱਪ ਦੇ ਐਕਸਪਰਟ, ਜਿਹੜੇ ਕਿ ਡਾਕਟਰ ਮਹਾਜਨ, ਡਾਕਟਰ ਪੰਨੂ, ਡਾਕਟਰ ਮੈਰੀ ਜੌਨ, ਇਸ ਤਰ੍ਹਾਂ ਦੇ ਬਹੁਤ ਮਹਾਨ ਵੱਡੇ ਡਾਕਟਰ ਜਿਹੜੇ ਮਾਹਰ ਨੇ ਇੱਥੋਂ ਦੇ ਲੁਧਿਆਣੇ ਦੇ, ਤੇ PGI ਦੇ ਡਾਕਟਰ ਵੀ ਸਾਡੇ ਨਾਲ ਜੁੜੇ ਹੋਏ ਨੇ। ਉਹ ਸੈਕਿੰਡ ਓਪੀਨੀਅਨ WhatsApp ਤੇ ਦੇ ਦਿੰਦੇ ਨੇ। ਤੇ ਫਿਰ ਵੀ ਜੇ ਕਿਸੇ ਨੂੰ ਸਮੱਸਿਆ ਆਉਂਦੀ ਹੈ ਤਾਂ ਅਸੀਂ ਇਹ ਵੀ ਫੈਸਿਲਿਟੀ ਰੱਖੀ ਹੈ ਕਿ ਉਹ ਡਾਕਟਰ 1 to 1 ਉਹ ਸਾਡੇ ਸੰਜੀਵਨੀ ਗਰੁੱਪ ਨਾਲ ਡਿਸਕਸ ਕਰ ਸਕਦਾ ਹੈ, ਤਾਂ ਕਿ ਲੋਕਾਂ ਨੂੰ ਇਹ ਸਮਝ ਆ ਸਕੇ ਕਿ ਇਹ ਜਿਹੜੇ ਤੁਹਾਡੇ ਮਰੀਜ਼ ਦਾ ਇਲਾਜ ਜਿਹੜੇ ਵੀ ਹਸਪਤਾਲ 'ਚ ਆ ਰਿਹਾ, ਇੱਕ ਨੈਸ਼ਨਲ ਗਰੁੱਪ ਜਿਹੜਾ ਐਕਸਪਰਟ ਗਰੁੱਪ ਹੈ
ਇਕੱਠੇ ਮਿਲ ਕੇ ਇਹਨੂੰ ਯੂਜ਼ ਕਰ ਸਕਦਾ ਹੈ। ਸ਼ਿਫਟਿੰਗ ਕਰਕੇ ਆਪਣੇ ਪੇਸ਼ੈਂਟ ਨੂੰ ਰਿਸਕ ਤੇ ਨਾ ਪਾਓ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਮਿਸਟਰ ਸੰਦੀਪ ਐਂਡ ਡਾਕਟਰ ਮਾਨਸਾ। ਬਿਊਰੋ ਰਿਪੋਰਟ, ਪੰਜਾਬੀ ਸਾਂਝ ਚੈਨਲ।